ਅਕਾਲ ਮੈਂ ਸਪਾਤ ਜਾਲੀ ਹਮੇਸ਼ਾ ਦੀ ਤਰ੍ਹਾਂ ਐਵਰੀ ਟਿਊਜ਼ਡੇ 11 ਤੋਂ 12 ਹੋਮਿਓਪੈਥੀ ਸ਼ੋ ਡਾਕਟਰ ਰਾਜ ਦੇ ਨਾਲ ਬਹੁਤ ਹਰ ਦਫਾ ਚ ਡਿਫਰੈਂਟ ਸਬਜੈਕਟ ਤੇ ਗੱਲ ਕਰਦੇ ਆ ਅੱਜ ਓਨੈਸਟਲੀ ਮੈਨੂੰ ਨਹੀਂ ਪਤਾ ਡਾਕਟਰ ਸਾਹਿਬ ਨੇ ਕਿਹਦੇ ਤੇ ਗੱਲ ਕਰਦੇ ਆ ਤਾਂ ਚਲੋ ਉਹਨਾਂ ਨਾਲ ਪਹਿਲਾਂ ਉਹਨਾਂ ਦੀ ਵੈਲਕਮ ਕਰਦੇ ਆ ਫਿਰ ਅਸੀਂ ਆਪਣਾ ਸ਼ੋ ਜਾਰੀ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸ਼ੋ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇੱਕ ਨਾ ਜਦੋਂ ਲਾਸਟ ਵੀਕ ਅਸੀਂ ਸ਼ੋ ਕੀਤਾ ਮੈਨੂੰ ਲੱਗਦਾ ਕੱਲ ਦੀ ਗੱਲ ਆ ਬੜੀ ਛੇਤੀ ਦਿਨ ਜਾਂਦੇ ਨੇ ਯਾਰ ਹਾਂਜੀ ਹਾਂਜੀ ਬਹੁਤ ਜਲਦੀ ਟਾਈਮ ਨਿਕਲ ਜਾਂਦਾ ਐਕਚੁਅਲੀ ਦੇਖੋ ਸਾਨੂੰ 5 ਵੀਕਸ ਹੋ ਗਏ ਮੇਰੇ ਖਿਆਲ ਸ਼ੋ ਕਰਦਿਆਂ ਨੂੰ 5 ਵੀਕ ਹੋ ਗਏ ਹਾਂਜੀ ਹਾਂਜੀ ਤੇ ਪਤਾ ਨਹੀਂ ਲੱਗਦਾ ਕਿੰਨੀ ਜਲਦੀ ਟਾਈਮ ਨਿਕਲ ਜਾਂਦਾ ਤੇ ਜਿਹੜਾ ਆਪਣਾ 1 ਘੰਟੇ ਦੀ ਸ਼ੋ ਵੀ ਹੁੰਦੀ ਆ ਉਹ ਤਾਂ ਇਦਾਂ ਲੱਗਦਾ ਜਿੱਦਾਂ ਮਿੰਟਾਂ ਵਿੱਚ ਨਿਕਲ ਜਾਂਦੀ ਆ ਪੱਕੀ ਗੱਲ ਹੈ ਪੱਕੀ ਗੱਲ ਸ਼ੋ ਤੇ ਘੰਟੇ ਦਾ ਕੁਝ ਪਤਾ ਨਹੀਂ ਜਾਂ ਦਿਨਾਂ ਦਾ ਨਹੀਂ ਪਤਾ ਲੱਗਦਾ ਹਾਂਜੀ ਤੇ ਯੂ نو ਚਲੋ ਐਨੀਵੇ ਮੈਂ ਬੇਸ਼ੱਕ ਕਰੂੰ ਨਾ ਪਹਿਲਾਂ ਮੈਂ ਨੰਬਰ ਰੀਡ ਕਰ ਦਿੰਦਾ ਵਿਚ ਇਜ਼ ਔਨ ਦ ਸਕਰੀਨ ਬਾਟਮ ਹੈਗਾ 0121551001 ਪਲੀਜ਼ ਕਾਲ ਕਰੋ ਲਾਈਨਾਂ ਕਾਫੀ ਬਿਜ਼ੀ ਹੁੰਦੀਆਂ ਡਾਕਟਰ ਸਾਹਿਬ ਦੇ ਕਾਫੀ ਕਾਲ ਆਉਂਦੇ ਨੇ ਹਮੇਸ਼ਾ ਦੀ ਤਰ੍ਹਾਂ ਮੈਂ ਕਹਿੰਦਾ ਅਗਰ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸ਼ੋ ਦੇ ਵਿੱਚ ਤੁਹਾਨੂੰ 11 ਤੇ 12 ਦੇ ਵਿੱਚ ਕਾਲ ਕਰਨਾ ਪਏਗਾ ਸਾਡੇ ਕਾਲ ਸੈਂਟਰ ਨੂੰ ਤੁਸੀਂ ਦੱਸ ਦਵੋ ਕਿ ਉਹ ਸਾਡਾ ਸਟੂਡੀਓ ਤੁਹਾਡਾ ਕਾਲ ਪੁੱਟ ਥਰੂ ਕਰ ਦੇਣ ਤਾਂ ਕਿ ਡਾਕਟਰ ਨਾਲ ਤੁਸੀਂ ਗੱਲ ਕਰ ਪਾਓ ਅਗਰ ਤੁਸੀਂ ਸਿਰਫ ਆਪਣਾ ਮੈਸੇਜ ਦੇਣਾ ਉਹ ਵੀ ਉਹਨਾਂ ਨੂੰ ਦੱਸ ਦਿਓ ਕਿ ਅਸੀਂ ਗੱਲ ਨਹੀਂ ਕਰਨੀ ਬਾਅਦ ਵਿੱਚ ਤੁਸੀਂ ਗੱਲਬਾਤ ਕਰਨੀ ਹੈ ਕੰਸਲਟੇਸ਼ਨ ਤੇ ਉਹ ਵੀ ਤੁਸੀਂ ਕਰ ਸਕਦੇ ਹੋ ਪਲੀਜ਼ ਆਪਣੇ ਫੋਨ ਜਾਰੀ ਰੱਖੋ ਬੜਾ ਬਿਜ਼ੀ ਹੁੰਦਾ ਲੇਕਿਨ ਕੀਪ ਟਰਾਈਂਗ ਵੀ ਗੁੱਡ ਕੁਆਇਟ ਅ ਫਿਊ ਲਾਈਨਸ ਡਾਕਟਰ ਸਾਹਿਬ ਆਪਾਂ ਅੱਜ ਕਿਹੜੇ ਮੁੱਦੇ ਤੇ ਗੱਲ ਕਰ ਰਹੇ ਹਾਂ ਹਾਂਜੀ ਅੱਜ ਦਾ ਮੁੱਦਾ ਹੈਗਾ ਜੀ ਐਕਜ਼ਿਮਾ ਐਕਜ਼ਿਮਾ ਹਾਂਜੀ ਤੇ ਇਹਨੂੰ ਆਪਾਂ ਪੰਜਾਬੀ ਵਿੱਚ ਖਾਜ ਜਾਂ ਖਾਰਿਸ਼ ਖਰੂਸ਼ ਵੀ ਕਹਿ ਲੈਂਦੇ ਆ ਤੇ ਇਹ ਹੈਗੀ ਆ ਚਮੜੀ ਦੇ ਰੋਗ ਡਾਕਟਰ ਸਾਹਿਬ ਕੁਝ ਲਾਗੂ ਦੇ ਨਾਲ ਦੇ ਮਿਲਦੀ ਜੁਲਦੀ ਹੈਗੀ ਆ ਤੇ ਸ਼ੁਰੂ ਕਰਨ ਤੋਂ ਪਹਿਲਾਂ ਸੋਰਾਇਸਿਸ ਜਿਹੜੀ ਹੈਗੀ ਆ ਇਹ ਭੈਣ ਭਰਾ ਨੇ ਦੋਨੋਂ ਹਾਂਜੀ ਭਾਜੀ ਇਹ ਸਾਰੇ ਜਿੰਨੇ ਵੀ ਸਕਿਨ ਡਿਜ਼ੀਜ਼ਸ ਆ ਇਹਨਾਂ ਦਾ ਕੋਈ ਨਾ ਕੋਈ ਰਿਲੇਟਡ ਹੁੰਦਾ ਹੀ ਆ ਤੇ ਥੋੜ੍ਹਾ ਜਿਹਾ ਫਰਕ ਹੁੰਦਾ ਹੈ ਵੀ ਜਿਹੜੀ ਸੋਰਾਇਸਿਸ ਆ ਉਹਨੂੰ ਆਟੋਇਮਿਊਨ ਡਿਜ਼ੀਜ਼ ਕਿਹਾ ਜਾਂਦਾ ਕਿ ਉਹ ਹੈਗਾ ਵੀ ਤੁਹਾਡੇ ਬਾਡੀ ਦਾ ਇਮਿਊਨ ਸਿਸਟਮ ਜਿਹੜਾ ਆਪਣੀ ਸਕਿਨ ਨੂੰ ਖੁਦ ਆਪ ਹੀ ਆਪ ਅਟੈਕ ਕਰ ਰਿਹਾ ਤੇ ਐਕਜ਼ਮਾ ਥੋੜ੍ਹਾ ਜਿਹਾ ਹੁੰਦਾ ਹੈ ਇਹ ਡਿਫਰੈਂਟ ਆ ਤੇ ਅਪੀਅਰੈਂਸ ਵੀ ਇਹਨਾਂ ਦਾ ਡਿਫਰੈਂਟ ਹੁੰਦਾ ਡਿਫਰੈਂਟ ਸਕਿਨ ਡਿਜ਼ੀਜ਼ਸ ਦਾ ਸੋਰਾਇਸਿਸ ਸਟਾਰਟ ਕਿੱਦਾਂ ਹੁੰਦੀ ਹੈ ਦਾ ਕਾਜ਼ ਕੀ ਹੈ ਹਾਂਜੀ ਭਾਜੀ ਮੋਸਟਲੀ ਸੋਰਾਇਸਿਸ ਵੀ ਐਕਜ਼ੀਮਾ ਵੀ ਇਹ ਇਮੋਸ਼ਨਲ ਕਾਜ਼ਸ ਹੁੰਦੇ ਨੇ ਇਮੋਸ਼ਨਲ ਦੇ ਨਾਲ ਹਾਂਜੀ ਹਾਂਜੀ ਬਿਲਕੁਲ ਮੋਸਟਲੀ ਇਹ ਇਮੋਸ਼ਨਲ ਕਾਜ਼ਸ ਹੁੰਦੇ ਆ ਤੇ ਕੁਝ ਹੋਰ ਵੀ ਵਜ੍ਹਾ ਹੋ ਸਕਦੀ ਆ ਪਰ ਇਹ ਮੇਰੇ ਐਕਸਪੀਰੀਅੰਸ ਹੈ ਕਿ ਮੋਸਟਲੀ ਜਿੰਨੇ ਵੀ ਸਕਿਨ ਕੇਸਿਸ ਆ ਉਹ ਇਮੋਸ਼ਨਸ ਤੋਂ ਸ਼ੁਰੂ ਹੁੰਦੇ ਜੀ ਇਹ ਆਮ ਸੋਚਿਆ ਜਾਏ ਤੁਸੀਂ ਸੋਚੋਗੇ ਸ਼ਾਇਦ ਡਾਈਟ ਹੋਗੀ ਖੁਰਾਕ ਹੋਗੀ ਕੋਈ ਚੀਜ਼ ਨਹੀਂ ਸੂਟ ਕਰਦੀ ਪਰ ਤੁਸੀਂ ਦੱਸਦੇ ਕਿ ਇਮੋਸ਼ਨਲ ਨਾਲ ਬੜੀ ਹੈਰਾਨਗੀ ਦੀ ਗੱਲ ਹੈ ਹਾਂਜੀ 80-90% ਕੇਸਿਸ ਜਿਹੜੇ ਸਕਿਨ ਕੇਸਿਸ ਇਮੋਸ਼ਨਸ ਤੋਂ ਸ਼ੁਰੂ ਹੁੰਦੇ ਆ ਤੇ ਇਹ ਹੈਗੀ ਵੀ ਜਿੱਦਾਂ ਤੁਹਾਡੇ ਅੰਦਰ ਕੋਈ ਬਹੁਤ ਨਫ਼ਰਤ ਕਿਸੇ ਲਈ ਪੈਦਾ ਹੋ ਜਾਂਦੀ ਹੇਟਰਡ ਜਾਂ ਕੋਈ ਜੈਲਸੀ ਈਰਖਾ ਤੇ ਜਾਂ ਕੋਈ ਤੁਹਾਨੂੰ ਗਰੀਫ ਹੋ ਜਾਂਦਾ ਆ ਤੇ ਇਦਾਂ ਦੇ ਬਹੁਤ ਗੁੱਸਾ ਆਉਂਦਾ ਕਿਸੇ ਗੱਲ ਤੋਂ ਤੇ ਉੱਥੋਂ ਕੋਈ ਨਾ ਕੋਈ ਬਿਮਾਰੀ ਸ਼ੁਰੂ ਹੋ ਜਾਂਦੀ ਆ ਤੇ ਮੈਂ ਥੋੜ੍ਹੀ ਐਕਸਪਲੇਨ ਕਰਦਾ ਵੀ ਇਹ ਕਿੱਦਾਂ ਹੁੰਦਾ ਤੇ ਤੁਹਾਡੀ ਬਾਡੀ ਜਿਹੜੀ ਹੈ ਬੜੀ ਇੱਕ ਇੰਟੈਲੀਜੈਂਟ ਚੀਜ਼ ਆ ਤੇ ਉਹ ਹਰ ਵੇਲੇ ਇਹੀ ਕੋਸ਼ਿਸ਼ ਕਰਦੀ ਆ ਵੀ ਜਿਹੜੇ ਤੁਹਾਡੇ ਇੰਪੋਰਟੈਂਟ ਆਰਗਨਸ ਆ ਜਿੱਦਾਂ ਹਾਰਟ ਹੋਇਆ ਲਿਵਰ ਹੋਇਆ ਬ੍ਰੇਨ ਹੋਇਆ ਤੇ ਕਿਡਨੀਜ਼ ਵੀ ਉਹਨਾਂ ਨੂੰ ਪ੍ਰੋਟੈਕਟ ਕਰਨਾ ਹਰ ਵੇਲੇ ਹਾਂਜੀ ਉਹਨਾਂ ਨੂੰ ਸੁਖੀ ਰੱਖਣਾ ਹਰ ਵੇਲੇ ਤੇ ਜਦੋਂ ਕੋਈ ਬਿਮਾਰੀ ਅੰਦਰ ਤੁਹਾਡੇ ਸ਼ੁਰੂ ਹੁੰਦੀ ਆ ਤੇ ਬਾਡੀ ਹਮੇਸ਼ਾ ਉਹ ਬਿਮਾਰੀ ਨੂੰ ਕੋਸ਼ਿਸ਼ ਕਰਦੀ ਪਈ ਬਾਹਰ ਨੂੰ ਭੇਜੇ ਤੇ ਉਹਦਾ ਡਾਇਰੈਕਸ਼ਨ ਐਕਸਟਰਨਲ ਹੋਵੇ ਕਿਉਂਕਿ ਜਿਹੜਾ ਸਕਿਨ ਆ ਬਾਡੀ ਲਈ ਉਹ ਲੀਸਟ ਇੰਪੋਰਟੈਂਟ ਆਰਗਨ ਆ ਹਾਂਜੀ ਸੋ ਇਹ ਬਾਡੀ ਇੰਪੋਰਟੈਂਟ ਆਰਗਨਸ ਨੂੰ ਪ੍ਰੋਟੈਕਸ਼ਨ ਕਰਦੀ ਆ ਤੇ ਬਿਮਾਰੀ ਜਿਹੜੀ ਡਿਜ਼ੀਜ਼ ਆ ਉਹਨੂੰ ਲੈਸ ਇੰਪੋਰਟੈਂਟ ਆਰਗਨਸ ਤੇ ਭੇਜਣ ਦੀ ਕੋਸ਼ਿਸ਼ ਕਰਦੀ ਆ ਸੋ ਇਸੇ ਕਰਕੇ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਆ ਇਹ ਬਹੁਤ ਜ਼ਿਆਦਾ ਹੀ ਕਾਮਨ ਆ ਜੀ ਬਹੁਤ ਜ਼ਿਆਦਾ ਹੀ ਕਾਮਨ ਆ ਤੇ ਸਪੈਸ਼ਲੀ ਬੱਚਿਆਂ ਵਿੱਚ ਅੱਜ ਕੱਲ੍ਹ ਦੇਖੀਦਾ ਆ ਬਹੁਤ ਬੱਚਿਆਂ ਨੂੰ ਇਹ ਐਕਜ਼ਮਾ ਆ ਅੱਜ ਕੱਲ੍ਹ ਤੇ ਕੁਛ ਹੈਗਾ ਡਾਈਟ ਦਾ ਵੀ ਰਿਲੇਟਡ ਹੁੰਦਾ ਆ ਕੁਛ এনवायरमेंट ਪੋਲੂਸ਼ਨ ਵਗੈਰਾ ਦਾ ਵੀ ਹੁੰਦਾ ਹੈ ਤੇ ਕੁਛ ਹੁੰਦਾ ਆ ਬੱਚਿਆਂ ਨੂੰ ਜਿਨ੍ਹਾਂ ਨੂੰ ਟੀਕੇ ਲੱਗਦੇ ਆ ਬਹੁਤ ਸਾਰੇ ਦੇਖੀਦੇ ਬੱਚੇ ਉਹ ਟੀਕਿਆਂ ਤੋਂ ਬਾਅਦ ਉਹਨਾਂ ਦਾ ਸਕਿਨ ਖਰਾਬ ਹੋਣ ਲੱਗ ਪੈਂਦਾ ਜੀ ਕਿਉਂਕਿ ਟੀਕਿਆਂ ਵਿੱਚ ਕਈ ਕੈਮੀਕਲਸ ਹੁੰਦੇ ਆ ਤੇ ਕੈਮੀਕਲਸ ਜਿਹੜੇ ਉਹ ਤੁਹਾਡੀ ਬਾਡੀ ਲਈ ਇੱਕ ਪੋਇਜ਼ਨ ਆ ਤੇ ਬਾਡੀ ਹਮੇਸ਼ਾ ਕੋਸ਼ਿਸ਼ ਕਰਦੀ ਵੀ ਉਹ ਜਿਹੜੇ ਪੋਇਜ਼ਨਸ ਆ ਬਾਡੀ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਕੱਢੇ ਤੇ ਕੀ ਹੁੰਦਾ ਫਿਰ ਸਕਿਨ ਤੇ ਰਿਐਕਸ਼ਨ ਆ ਜਾਂਦਾ ਜੀ ਹਾਂਜੀ ਸੋ ਇੰਪੋਰਟੈਂਟ ਆਰਗਨਸ ਜਿਹੜੇ ਆ ਉਹ ਪ੍ਰੋਟੈਕਟ ਕੀਤੇ ਜਾਂਦੇ ਆ ਤੇ ਜਿਹੜਾ ਲੀਸਟ ਇੰਪੋਰਟੈਂਟ ਆਰਗਨ ਆ ਉਹ ਸਕਿਨ ਆ ਬਾਡੀ ਵਾਸਤੇ ਹੁਣ ਹਮੇਸ਼ਾ ਹਰ ਇੱਕ ਨੂੰ ਤਾਂ ਦੀਦਾ ਹੀ ਆ ਸਕਿਨ ਸੋ ਅਸੀਂ ਹਰ ਵੇਲੇ ਇਹ ਸੋਚੀਦਾ ਦੇਖੋ ਜੀ ਮੇਰਾ ਸਕਿਨ ਖਰਾਬ ਹੋ ਗਿਆ ਸਾਰਿਆਂ ਨੂੰ ਦੀਦਾ ਹੈ ਬੁਰਾ ਲੱਗਦਾ ਪਰ ਫॉर योर ਬਾਡੀ ਇਜ਼ ਡੂਇੰਗ ਦ ਬੈਸਟ ਹਾਂਜੀ ਉਹ ਆਪਣੇ ਇੰਟਰਨਲ ਆਰਗਨਸ ਨੂੰ ਪ੍ਰੋਟੈਕਸ਼ਨ ਕਰ ਰਹੀ ਆ ਤੇ ਲੀਸਟ ਇੰਪੋਰਟੈਂਟ ਆਰਗਨ ਤੇ ਬਿਮਾਰੀ ਨੂੰ ਕੱਢ ਰਹੀ ਆ
ਪਰ ਭਾਜੀ ਬੜੀ ਇੰਟਰਸਟਿੰਗ ਆਪਾਂ ਦੇ ਐਗਜ਼ੀਮਾ ਤੇ ਗੱਲ ਕਰਦੇ ਹਾਂ। ਜਿੱਦਾਂ ਤੁਸੀਂ ਦੱਸਿਆ ਸੋਰਾਇਸਿਸ ਜਿਹੜੀ ਹੈਗੀ ਹੈ ਇਹ ਸਟ੍ਰੈਸ ਦੇ ਨਾਲ, ਐਂਗਰ ਦੇ ਨਾਲ, ਦੇਖੋ ਇਹ ਤੁਸੀਂ ਪ੍ਰੋਗਰਾਮ ਪਲੀਜ਼ ਦੇਖੋ, ਬੜਾ ਇੰਟਰਸਟਿੰਗ ਹੁੰਦਾ ਹੈ। ਐਂਗਰ ਹੁੰਦਾ, ਸਟ੍ਰੈਸ ਹੁੰਦਾ, ਤੁਸੀਂ ਇਮੋਸ਼ਨਲ ਬਹੁਤ ਹੈਗੇ ਬੰਦੇ, ਉਹ ਤੁਹਾਨੂੰ ਨੁਕਸਾਨ ਹੀ ਪਹੁੰਚਾਉਂਦਾ ਕਿਸੇ ਨਾ ਕਿਸੇ ਤਰੀਕੇ ਨਾਲ। ਤੁਹਾਡੀ ਬਾਡੀ ਅੰਦਰ ਡੈਮੇਜ ਹੁੰਦਾ, ਹਾਰਟ ਨੂੰ ਟਰਬਲ ਹੁੰਦੀ ਹੈ, ਉਹਦੀ ਬ੍ਰੇਨ ਨੂੰ ਹੁੰਦੀ ਹੈ। ਤੇ ਹੁਣ ਤਾਂ ਤੁਸੀਂ ਸਕਿਨ ਦਾ ਦੱਸਿਆ, ਮੈਂ ਸੋ ਸਰਪ੍ਰਾਈਜ਼ ਕਿ ਸਕਿਨ ਨੂੰ ਵੀ ਫਰਕ ਪੈ ਜਾਂਦਾ। ਹਾਂਜੀ ਹਾਂਜੀ, ਸੋ ਨਾਟ ਓਨਲੀ ਸਕਿਨ, ਪਰ ਹੋਰ ਵੀ ਤੁਹਾਡਾ ਬਲੱਡ ਪ੍ਰੈਸ਼ਰ ਵੀ ਇਸ ਵਜ੍ਹਾ ਹੁੰਦਾ ਹੈ। ਬਲੱਡ ਪ੍ਰੈਸ਼ਰ ਵੀ ਵੱਧਦਾ ਹੈ, ਤੁਹਾਨੂੰ ਉਹ ਤਾਂ ਪਤਾ ਹੀ ਆ। ਇੱਕਦਮ ਬੰਦਾ ਗੁੱਸੇ 'ਚ ਆਉਂਦਾ ਹੈ ਤੇ ਇੱਕਦਮ ਸਿਰ ਦੁਖਣ ਲੱਗ ਪੈਂਦਾ ਹੈ, ਠੱਕ ਠੱਕ ਦਿਮਾਗ 'ਚ ਵੱਜਣ ਲੱਗ ਪੈਂਦਾ ਸਿਰ 'ਚ, ਤੇ ਉਹ ਬਲੱਡ ਪ੍ਰੈਸ਼ਰ ਇੱਕਦਮ ਵੱਧ ਜਾਂਦਾ ਹੈ। ਡਾਕਟਰ ਸਾਹਿਬ ਤੁਸੀਂ ਬੜੀ ਕਮਾਲ ਦੀ ਗੱਲ ਕਰਦੇ ਹੋ ਕਿ ਬਾਡੀ ਬੜੀ ਕਮਾਲ ਦੀ, ਵਾਕਈ ਕਮਾਲ ਦੀ ਹੈ। ਤੁਸੀਂ ਕੁਝ ਆਪਣਾ ਐਂਗਰ ਲੈ ਕੇ ਆਉਂਦੇ ਹੋ, ਸਟ੍ਰੈਸ ਲੈ ਕੇ ਆਉਂਦੇ ਹੋ, ਉਹ ਦੇਖੋ ਕਿੱਥੇ ਕਿੱਥੇ ਪ੍ਰੈਸ਼ਰ ਲੈ ਜਾਂਦਾ ਹੈ। ਹਾਂਜੀ ਹਾਂਜੀ, ਬ੍ਰੇਨ ਨੂੰ ਲੈ ਜਾਂਦਾ ਹੈ, ਬਲੱਡ ਪ੍ਰੈਸ਼ਰ ਇੱਕਦਮ ਖੂਨ ਚੱਲਣਾ ਸ਼ੁਰੂ ਹੋ ਜਾਂਦਾ ਹੈ। ਹਾਂ, ਇੱਕਦਮ ਤੁਹਾਡੇ ਜਿਹੜੇ ਹਾਰਮੋਨਸ ਆ ਨਾ, ਸਪੈਸ਼ਲੀ ਐਡਰੇਨਲਿਨ, ਜਿਹੜਾ ਇਹ ਕਿਡਨੀਜ਼ ਦੇ ਉੱਤੇ ਐਡਰੀਨਲ ਗਲੈਂਡਸ ਹੁੰਦੇ ਛੋਟੇ ਛੋਟੇ, ਤੇ ਉਹ ਹਾਰਮੋਨ ਰਿਲੀਜ਼ ਕਰਦੇ ਆ ਐਡਰੇਨਲਿਨ। ਤੇ ਐਡਰੇਨਲਿਨ ਜਿਹੜਾ ਇਹ ਇੱਕ ਸਿੱਧਾ ਹੀ ਬਲੱਡ ਸਟਰੀਮ ਵਿੱਚ ਹੀ ਜਾਂਦਾ ਜੀ, ਤੋ ਇਸੇ ਕਰਕੇ ਸਕਿੰਟਾਂ ਵਿੱਚ ਉਹਦਾ ਅਸਰ ਹੋ ਜਾਂਦਾ ਆ। ਸੋ ਇਸ ਸੱਚ ਫਾਈਨਲੀ ਟਿਊਨਡ ਮਸ਼ੀਨ ਜਿਹੜੀ ਬਾਡੀ ਸਾਡੀ। ਭਾਜੀ ਐਗਜ਼ੀਮਾ ਤੇ ਅਸੀਂ ਸਟਾਰਟ ਕਰਦੇ ਹਾਂ। ਇੱਕ ਲਾਸਟ ਸਵਾਲ ਮੇਰੇ ਪਾਸ, ਇਹ ਜਿੱਦਾਂ ਹੁਣ ਸੋਰਾਇਸਿਸ ਹੈਗਾ, ਇਹ ਇੱਕ ਪਾਰਟ ਤੇ ਹੋ ਸਕਦਾ ਜਿੱਦਾਂ ਕੱਲਾ ਹੱਥਾਂ ਦੇ ਉੱਪਰ ਹੀ? ਨਹੀਂ ਜੀ, ਕਿਤੇ ਵੀ ਹੋ ਸਕਦਾ ਹੈ, ਤੇ ਸਾਰੀ ਬਾਡੀ ਤੇ ਵੀ ਫੈਲ ਸਕਦਾ ਆ, ਜਾਂ ਕਿ ਕਈਆਂ ਦੇ ਸਿਰ ਵਿੱਚ ਵੀ ਹੋ ਸਕਦਾ ਆ, ਤੇ ਕਿਸੇ ਦੇ ਮੂੰਹ ਤੇ, ਇਟ ਡਸਨਟ ਮੈਟਰ, ਕਿਤੇ ਵੀ ਹੋ ਸਕਦਾ ਜੀ ਬਾਡੀ ਤੇ। ਅੱਛਾ, ਹਾਂਜੀ, ਕਿਤੇ ਵੀ ਹੋ ਸਕਦਾ, ਕਿਤੇ ਵੀ ਹੋ ਸਕਦਾ। ਹਾਂ, ਯਾ ਬੜੀ ਫੜੀ ਗੱਲ। ਹਾਂਜੀ। ਅੱਛਾ ਭਾਜੀ, ਆਪਾਂ ਐਗਜ਼ੀਮਾ ਦੀ ਗੱਲ ਕਰਦੇ ਸੀ, ਤੁਸੀਂ ਬੜਾ ਇੱਕ ਕਮਾਲ ਦੀ ਗੱਲ ਕੀਤੀ ਹੈ। ਇਹ ਛੋਟੇ ਬੱਚਿਆਂ 'ਚ ਜ਼ਿਆਦਾ ਦੇਖਿਆ ਜਾਂਦਾ ਹੈ, ਹਾਂਜੀ, ਯੰਗ ਬੱਚਿਆਂ ਦੇ ਵਿੱਚ, Yeah. ਔਰ ਕਈ ਬੱਚੇ ਤਾਂ ਬਹੁਤ ਸਫਰ ਕਰਦੇ ਨੇ। ਐਕਸਟ੍ਰੀਮ ਕੇਸਿਸ ਕਿਉਂ ਹੁੰਦੇ ਨੇ, ਉਹਦਾ ਕੀ ਮਤਲਬ ਹੋਇਆ? ਹਾਂਜੀ, ਇਹ ਮੈਂ ਸਮਝਾਉਣਾ ਤੁਹਾਨੂੰ। ਤੇ ਪਹਿਲਾਂ ਜਦੋਂ ਮੈਂ ਪ੍ਰੈਕਟਿਸ ਕੀਤੀ ਤੇ ਇਦਾਂ ਸਕਿਨ ਕੇਸਿਸ ਬੱਚਿਆਂ ਦੇ ਆਉਣੇ, ਤੇ ਮੇਰੇ ਤੇ ਟ੍ਰੀਟ ਨਹੀਂ ਹੋਣਾ, ਉਹ ਕਾਮਯਾਬ ਨਹੀਂ ਹੋਣਾ ਟ੍ਰੀਟਮੈਂਟ। ਤੇ ਫਿਰ ਮੈਂ ਕਾਫੀ ਸੋਚਿਆ ਵੀ ਇਹ ਕਿਉਂ ਇਹਨਾਂ ਨੂੰ ਹੁੰਦੀ ਹੈ ਬਿਮਾਰੀ, ਇਹ ਇੰਨੀ ਕਾਮਨ ਆ, ਤੇ ਇਹ ਦਵਾਈਆਂ ਕਿਉਂ ਨਹੀਂ ਕੰਮ ਕਰਦੀਆਂ। ਤੇ ਫਿਰ ਇੱਕ ਵਾਰੀ ਇੱਕ ਲੇਡੀ ਆਈ 5 ਸਾਲ ਦੇ ਬੱਚੇ ਨੂੰ ਲੈ ਕੇ, ਤੇ ਉਹਨੇ ਮੈਨੂੰ ਦੱਸਿਆ ਵੀ ਇਹਨੂੰ ਤਕਰੀਬਨ ਬਰਥ ਤੋਂ ਹੀ ਆ ਪ੍ਰੋਬਲਮ ਸਕਿਨ ਦਾ, ਤੇ ਹੌਲੀ ਹੌਲੀ ਵਧੀ ਗਿਆ। ਤੇ ਉਹਨੂੰ ਫਿਰ ਮੈਂ ਪੁੱਛਿਆ ਵੀ ਤੇਰੀ ਪ੍ਰੈਗਨੈਂਸੀ ਵਿੱਚ ਤਾਂ ਨਹੀਂ ਤੈਨੂੰ ਕੋਈ ਪ੍ਰੋਬਲਮ ਆਇਆ? ਤੇ ਉਸਨੇ ਦੱਸਿਆ ਵੀ ਅਲਟਰਾਸਾਊਂਡ ਦਾ ਸਕੈਨ ਉਹਦਾ ਕੀਤਾ ਸੀ ਪ੍ਰੈਗਨੈਂਸੀ ਵਿੱਚ, ਤੇ ਉਹਨਾਂ ਨੇ ਉਹਨੂੰ ਦੱਸਿਆ ਵੀ ਤੇਰਾ ਬੱਚਾ ਜਿਹੜਾ ਉਹ ਨਾਰਮਲ ਨਹੀਂ ਹੈਗਾ, ਉਹ ਕੋਈ ਨੁਕਸ ਆ। ਰੀਅਲੀ? ਹਾਂਜੀ, ਤੇ ਉਹ ਬਹੁਤ ਵਿਚਾਰੀ ਅਪਸੈਟ ਹੋਈ, ਹੈ ਨਾ, ਬਹੁਤ ਉਹਦੇ ਮਾਈਂਡ ਤੇ ਅਸਰ ਹੋਇਆ ਇਸ ਗੱਲ ਦਾ। ਹਾਂ, ਤੇ ਸ਼ੀ ਵਾਸ ਸੋ ਅਪਸੈਟ, ਤੇ ਸਾਰੀ ਪ੍ਰੈਗਨੈਂਸੀ ਉਹਦੀ ਇੱਦਾਂ ਨਿਕਲ ਗਈ। ਤੇ ਜਦੋਂ ਉਹ ਬਰਥ ਹੋਇਆ ਬੱਚੇ ਦਾ, ਉਹ ਨਾਰਮਲ ਸੀ। ਹਾਂਜੀ, ਸੋ ਸ਼ੀ ਵਾਸ ਕੁਆਇਟ ਰਿਲੀਵਡ। ਪਰ ਕੁਝ ਥੋੜੇ ਦਿਨਾਂ 'ਚ ਹੀ ਉਹਦੇ ਬੱਚੇ ਦਾ ਸਕਿਨ ਖਰਾਬ ਹੋਣ ਲੱਗ ਪਿਆ, ਤੇ ਹੁੰਦਾ ਫੁੱਲ ਐਕਸਮਾ ਬਣ ਗਿਆ। ਤੇ ਫਿਰ ਮੈਂ ਦਵਾਈ ਉਹਨੂੰ ਦਿੱਤੀ, ਜਿਹੜੀ ਅਪਸੈਟ ਔਰ ਸ਼ੌਕ ਲਈ ਦਵਾਈ ਦਿੱਤੀ ਬੱਚੇ ਨੂੰ। ਹਾਂਜੀ, ਕਿਉਂਕਿ ਉਹਦੇ ਮਦਰ ਦੇ ਜਿਹੜੇ ਸਿੰਪਟਮਸ ਹੈਗੇ, ਮੈਂਟਲ ਸਟੇਟ ਸੀ, ਉਹ ਬੱਚੇ ਨੇ ਲੈ ਲਿਆ ਆਪਣੇ ਉੱਤੇ, ਠੀਕ ਹੈ, ਤੇ ਉਹੀ ਐਨਰਜੀ ਉਹਨੂੰ ਟ੍ਰਾਂਸਫਰ ਹੋ ਗਈ। ਓਕੇ। ਹਾਂ, ਤੇ ਹੁਣ ਹੋਮਿਓਪੈਥਿਕ ਦਵਾਈਆਂ ਜਿਹੜੀਆਂ, ਇਹ ਅਸੀਂ ਇਮੋਸ਼ਨਸ ਤੇ ਜ਼ਿਆਦਾ ਜਾਈਦਾ ਆ, ਤੇ ਇਹ ਐਨਰਜੀ ਮੈਡੀਸਨ ਆ, ਰਾਈਟ। ਸੋ ਉਹ ਬੱਚੇ ਨੂੰ ਦਵਾਈ ਜਿਹੜੀ ਮਾਂ ਨੂੰ ਚਾਹੀਦੀ ਸੀ ਉਸ ਵੇਲੇ ਪ੍ਰੈਗਨੈਂਸੀ ਵਿੱਚ, ਉਹ ਬੱਚੇ ਨੂੰ ਦਿੱਤੀ ਗਈ, ਤੇ ਬੱਚਾ ਉਹਦੇ ਨਾਲ ਠੀਕ ਹੋ ਗਿਆ ਜੀ। ਹਾਂਜੀ, ਸੋ ਸੱਚ ਅਮੇਜ਼ਿੰਗ ਕਿਊਰ ਹੋਇਆ ਜੀ, ਮਿਰੇਕਲਸ ਕਿਊਰ। ਤੇ ਉਹ ਸਭ ਕੁਝ ਟਰਾਈ ਕਰ ਚੁੱਕੇ ਸੀ, ਆਹ ਆਯੁਰਵੈਦਿਕ, ਚਾਈਨੀਜ਼ ਹਰਬਲ ਟ੍ਰੀਟਮੈਂਟ, ਤੇ ਹੋਰ ਪਤਾ ਨਹੀਂ ਕਿੰਨੇ ਟ੍ਰੀਟਮੈਂਟ ਉਹਨੇ ਟਰਾਈ ਕੀਤੇ ਸੀ। ਬਹੁਤ ਅੱਛਾ ਸਬਜੈਕਟ ਹੈ। ਮੈਂ ਆਪਾਂ ਗੱਲ ਕਰਦੇ, ਮੈਂ ਜ਼ਰਾ ਇੱਕ ਦਫਾ ਫਿਰ ਰਿਪੀਟ ਕਰਦਾ। ਟੈਲੀਫੋਨ ਨੰਬਰ 0121551001। ਅੱਜ ਸਕਿਨ ਬਾਰੇ ਅਸੀਂ ਗੱਲ ਕਰਦੇ ਹਾਂ, ਐਗਜ਼ੀਮਾ ਦੀ ਗੱਲ ਕਰਦੇ ਹਾਂ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਵਾਲ ਹੈਗਾ ਨਾ, ਸੋਚੋ ਕਿ ਅਸੀਂ ਉਹ ਸਬਜੈਕਟ ਨਹੀਂ ਟਾਕ ਕਰਦੇ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਬਾਈ ਆਲ ਮੀਨਸ ਸਾਨੂੰ ਕਾਲ ਕਰੋ। ਡਾਕਟਰ ਸਾਹਿਬ ਜੀ ਨਾਲ ਹੁਣ ਗੱਲ ਕਰਨੀ ਹੈ, ਬਾਅਦ 'ਚ ਤੁਸੀਂ 1 to 1 ਗੱਲ ਕਰਨੀ ਹੈ, ਕੀਪ ਕਾਲਿੰਗ ਦਾ ਨੰਬਰ 0121551001। ਲਾਈਨਾਂ ਕਾਫੀ ਖੁੱਲ੍ਹੀਆਂ ਹੁੰਦੀਆਂ, ਸਾਡਾ ਕਾਲ ਸੈਂਟਰ ਇਜ਼ ਓਪਨ ਟਿਲ 10 o'clock at night। ਪਲੀਜ਼ ਕਾਲ ਕਰੋ, ਅੱਛਾ ਲੱਗੇਗਾ, ਜ਼ਿਆਦਾ ਤੁਹਾਡੇ ਨਾਲ ਗੱਲਬਾਤ ਹੋਏਗੀ। ਡਾਕਟਰ ਸਾਹਿਬ, ਇਹ ਸੁਣਿਆ ਜਾ ਰਿਹਾ ਸੀ ਐਗਜ਼ੀਮਾ ਜਿਹੜਾ ਕਿ ਇਹ ਡੈਰੀ ਪ੍ਰੋਡਕਟ ਨਾਲ ਵੀ ਹੁੰਦਾ ਹੈ, ਕੁਛ ਹੈ ਇਫੈਕਟ, ਜਿੱਦਾਂ ਯੋਗਰਟ ਵਗੈਰਾ ਜਾਂ ਚੀਜ਼ ਵਗੈਰਾ, ਇੱਦਾਂ ਦੀ ਚੀਜ਼ ਦੇ ਨਾਲ? ਹਾਂਜੀ, ਕਈ ਫੂਡਸ ਐਗਰੀਵੇਟ ਕਰਦੇ ਆ, ਇਹ ਵੀ ਅਸੀਂ ਦੇਖਿਆ ਵੀ ਕਈ ਬੱਚੇ ਸੈਂਸਿਟਿਵ ਹੁੰਦੇ ਆ ਡੇਅਰੀ ਪ੍ਰੋਡਕਟਸ ਤੋਂ ਜਾਂ ਵੀਟ ਪ੍ਰੋਡਕਟਸ ਤੋਂ, ਤੇ ਉਹਨਾਂ ਨਾਲ ਵੀ ਐਕਸਮਾ ਹੋ ਸਕਦਾ ਆ। ਹਾਂਜੀ, ਹੋ ਸਕਦਾ ਹੈ। ਇਦਾਂ ਦੇ ਕੇਸ ਘੱਟ ਹੁੰਦੇ ਆ ਮੈਂ ਦੇਖੇ, ਪਰ ਫਿਰ ਵੀ ਹੈਗੇ ਆ। ਤੇ ਕਈ ਹੈਗੇ ਆ ਵੀ ਜਿਹੜੇ ਤੁਸੀਂ ਵਾਸ਼ਿੰਗ ਪਾਊਡਰ ਵਰਤਦੇ, ਕੋਈ ਡਿਟਰਜੈਂਟਸ ਵਰਤਦੇ ਆ, ਤੇ ਇਦਾਂ ਦੇ ਕੈਮੀਕਲਸ ਨਾਲ ਵੀ ਹੋ ਜਾਂਦਾ ਆ। ਹਾਂਜੀ,
ਤੇ ਕਈ ਹੋ ਜਾਂਦਾ ਆ ਵੀ ਜਿਨ੍ਹਾਂ ਨੂੰ ਵੈਕਸੀਨ ਲੱਗਦੇ ਬੱਚਿਆਂ ਨੂੰ ਤੇ ਉਹਨਾਂ ਕੋ ਕਾਰਜ ਵੀ ਐਕਜ਼ਮਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਵੀ ਕਾਫੀ ਕਾਮਨ ਹੈ ਕੋਜ਼। ਹਾਂਜੀ ਯਾ ਤੇ ਇਹ ਕਿੰਨੀ ਏਜ ਤੱਕ ਉਹਨਾਂ ਨੂੰ ਰਹਿੰਦਾ ਹੈ ਕਿ ਚਲੋ ਲਾਜ਼ਮੀ ਕਰਾਉਂਦੇ ਨੇ ਪਰ ਥੋੜੀ ਜਦੋਂ ਥੋੜੇ ਵੱਡੇ ਹੋ ਜਾਂਦੇ ਤੇ ਉਹ ਚਲੇ ਜਾਂਦਾ ਕਿ ਸਾਰੀ ਰਹਿੰਦਾ ਕਾਫੀ ਦੇਰ ਤੱਕ? ਹਾਂਜੀ ਹਾਂਜੀ ਇਹ ਤਕਰੀਬਨ ਰਹਿੰਦਾ ਹੀ ਹੈ ਜੀ। ਹੁਣ ਜਦੋਂ ਤੁਸੀਂ ਜੀਪੀ ਕੋ ਜਾਂਦੇ ਆ ਤਾਂ ਉਹਨਾਂ ਕੋਲ ਕੋਈ ਟਰੀਟਮੈਂਟ ਖਾਸ ਨਹੀਂ ਹੁੰਦੀ ਹੈਗੀ, ਉਹ ਸਟੈਰੋਇਡ ਕਰੀਮਸ ਦਿੰਦੇ ਆ, ਹਾਈਡਰੋਕੋਰਟਿਜ਼ੋਨ ਕਰੀਮ ਹੁੰਦੀ ਜਾਂ ਬੈਟਨੋਵੇਟ ਯੂਮੇਵੇਟ, ਤੇ ਐਦਾਂ ਨਹੀਂ ਉਹ ਸਟੈਰੋਇਡ ਕਰੀਮਸ ਆ ਉਹ ਇਨਫਲੇਮੇਸ਼ਨ ਨੂੰ ਸਪਰੈਸ ਕਰਦੀਆਂ ਤੇ ਜਿੰਨਾ ਚਿਰ ਤੁਸੀਂ ਲਾਉਂਦੇ ਰਹਿੰਦੇ ਆ ਉਨਾ ਚਿਰ ਉਹ ਥੋੜ੍ਹਾ ਜਿਹਾ ਦਵਾ ਹੋ ਜਾਂਦੀ ਬਿਮਾਰੀ, ਪਰ ਜਿੱਦਾਂ ਤੁਸੀਂ ਛੱਡ ਦਿੱਤੀ ਟਿਊਬ ਲਾਉਣੀ ਤੇ ਉਹ ਬਿਮਾਰੀ ਫੇਰ ਬਾਹਰ ਆ ਜਾਂਦੀ ਤੇ ਸੋ ਇਟਸ ਨਾਟ ਰੀਅਲੀ ਅ ਸੋਲੂਸ਼ਨ। ਬੱਚੇ ਦਾ ਕੀ ਹੁਣ ਇਲਾਜ ਕੀ ਹੈ ਇਹਦਾ ਵੈਸੇ? ਸੋ ਇਲਾਜ ਇਹਦਾ ਇਹੀ ਆ ਕਿ ਮੇਰੀ ਤਾਂ ਐਕਸਪੀਰੀਅੰਸ ਜਿਹੜੀ ਹੋਮਿਓਪੈਥਿਕ ਮੈਡੀਸਨ ਆ ਉਹੀ ਬੈਸਟ ਟਰੀਟਮੈਂਟ ਕਰਦੀ ਇਹਦੀ, ਤੇ ਇਹ ਫਿਜ਼ੀਕਲ ਲੈਵਲ ਤੇ ਨਹੀਂ ਕਰਦੀ ਹੈਗੀ, ਇਮੋਸ਼ਨਲ ਮੈਂਟਲ ਲੈਵਲ ਤੇ ਐਨਰਜੀ ਲੈਵਲ ਤੇ ਜ਼ਿਆਦਾ ਕਰਦੀ ਆ, ਕਿਉਂਕਿ ਜਦੋਂ ਤੁਸੀਂ ਐਨਾਲਾਈਜ਼ ਕਰਦੇ ਹੋਮਿਓਪੈਥਿਕ ਦਵਾਈ ਨੂੰ ਤੇ ਉਹ ਮਟੀਰੀਅਲ ਸਬਸਟੈਂਸ ਨਹੀਂ ਰਹਿੰਦਾ, ਉਹਦੇ ਵਿੱਚ ਸਿਰਫ ਐਨਰਜੀ ਹੁੰਦੀ ਆ ਜਿਹੜੀ ਪਲਾਂਟ ਤੋਂ ਬਣਾਈ ਹੁੰਦੀ ਹੈ ਜਾਂ ਜੜ੍ਹ ਤੋਂ ਬਣਾਈ ਹੁੰਦੀ ਆ, ਤੇ ਉਹ ਇਸੇ ਕਰਕੇ ਬਹੁਤ ਸੇਫ ਆ ਕਰਕੇ ਮਟੀਰੀਅਲ ਸਬਸਟੈਂਸ ਨਹੀਂ ਹੁੰਦਾ, ਐਨਰਜੀ ਹੁੰਦੀ ਸਿਰਫ। ਤੇ ਡਾਕਟਰ ਸਾਹਿਬ ਇਹਦੇ ਜਦੋਂ ਬੱਚਿਆਂ ਦੇ ਹੁਣ ਕਈ ਦਫਾ ਦੇਖਿਆ ਜਾਂਦਾ ਇਹਨਾਂ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਹੈਗਾ, ਕਈ ਦਫਾ ਮਾਮਾ ਆਪਣੇ ਬੱਚੇ ਦੀ ਨੈਪੀ ਵਗੈਰਾ ਨਹੀਂ ਚੇਂਜ ਕਰਦੇ, ਡਰਟੀ ਹੁੰਦੀ ਹੈ ਤੇ ਉਹਦੇ ਨਾਲ ਵੀ ਤੇ ਸਕਿਨ ਰੈਸ਼ ਵਗੈਰਾ ਇਟਸ ਨਾਟ ਐਗਜ਼ੀਮਾ, ਪਰ ਉਹਦੇ ਨਾਲ ਉਹ ਕੋਈ ਉਹ ਜ਼ਿਆਦਾ ਇਫੈਕਟ ਕਰਦਾ ਉਹਦੇ ਨਾਲ? ਹਾਂਜੀ ਹਾਂਜੀ ਉਹ ਨੈਪੀ ਰੈਸ਼ ਜਿਹੜੀ ਹੁੰਦੀ ਆ ਉਹ ਹੁੰਦੀ ਹਾਂਜੀ ਹਾਂਜੀ ਉਹ ਹੁੰਦੀ ਪਏ ਜਿਹੜਾ ਯੂਰਿਨ ਜਾਂ ਟੋਇਲਟ ਦੇ ਵਿੱਚ ਹੁੰਦੇ ਆ ਨਾ ਐਸਿਡਸ ਅਮੋਨੀਆ ਵਗੈਰਾ, ਅਮੋਨੀਆ ਉਹ ਹੁੰਦਾ ਤਾਂ ਵੇਸਟ ਪ੍ਰੋਡਕਟ ਆ, ਉਹ ਜਦ ਸਕਿਨ ਦੇ ਨਾਲ ਲੱਗਦਾ ਆ ਤਾਂ ਰਿਐਕਸ਼ਨ ਕਰ ਜਾਂਦਾ ਆ ਤੇ ਉਹ ਕਾਫੀ ਸਵੇਰ ਹੋ ਜਾਂਦਾ ਕਈ ਵਾਰੀ, ਤੇ ਇਹਦਾ ਤਾਂ ਇਹੀ ਆ ਵੀ ਤੁਸੀਂ ਨੈਪੀ ਰੈਗੂਲਰ ਚੇਂਜ ਕਰੋ ਹੈ ਨਾ, ਜਲਦੀ ਚੇਂਜ ਕਰੋ ਤੇ ਥੋੜ੍ਹਾ ਜਿਹਾ ਮੋਇਸਚਰਾਈਜ਼ਰ ਲਾਓ ਸਕਿਨ ਤੇ, ਪ੍ਰੋਟੈਕਸ਼ਨ ਕਰਨੀ ਪੈਂਦੀ ਸਕਿਨ ਦੀ ਜਾਣੀ ਕਿ। ਤੇ ਡਾਕਟਰ ਸਾਹਿਬ ਇਹਦੇ ਵਿੱਚ ਜਦੋਂ ਦੇਖਿਆ ਜਾਂਦਾ ਪਹਿਲਾਂ ਜਦੋਂ ਬੱਚੇ ਛੋਟੇ ਸੀ ਮੈਨੂੰ ਯਾਦ ਹੈ ਇੱਕ ਪੱਟੀ ਹੁੰਦੀ ਹੈ ਜਿੱਦਾਂ ਟਾਰ ਨਹੀਂ ਹੁੰਦੇ ਲੁੱਕ, ਹਾਂਜੀ ਹਾਂਜੀ ਉਹ ਮਲਦੇ ਹੁੰਦੇ ਸੀ, ਉਹ ਅੱਜ ਕੱਲ੍ਹ ਹੈ ਕਿ ਉਹ ਪੁਰਾਣਾ ਵੈਸਟਰਨ ਸੀ? ਉਹ ਹਾਂਜੀ ਉਹ ਬਹੁਤ ਪੁਰਾਣੀ ਟਰੀਟਮੈਂਟ ਸੀ ਉਹ, ਤੇ ਇਕਥੋਪੇਸਟ ਬੈਂਡੇਜ ਹਲੇ ਵੀ ਇਹ ਚੱਲਦੀ ਆ ਪਰ ਵਰਤਦੇ ਨਹੀਂ ਵਾਲੀ ਹੁਣ, ਤੇ ਉਹਨਾਂ ਨੇ ਦੇਖਿਆ ਸੀ ਵੀ ਜਿਹੜਾ ਕੋਲਟਾਰ ਹੁੰਦਾ ਨਾ, ਕੋਲਟਾਰ ਬਿਮਾਰੀ ਨੂੰ ਦਬਾਉਣ ਦਾ ਕਾਫੀ ਸਟਰੋਂਗਲੀ। ਅੱਛਾ ਸਟਰੋਂਗ ਹੈ ਹਾਂ ਕੋਲਟਾਰ ਜਿਹੜਾ ਹਾਂਜੀ, ਸੋ ਉਹਦੀ ਓਇੰਟਮੈਂਟ ਵੀ ਬਣੀ ਹੁੰਦੀ ਸੀ ਤੇ ਬੈਂਡੇਜਸ ਵੀ ਹੁੰਦੀਆਂ ਸੀ। ਆਪਾਂ ਕਾਲ ਲੈ ਲੈਂਦੇ ਫਿਰ ਕੱਲ ਜਾਰੀ ਰੱਖਦੇ। ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਹੰਸਪੁਰ ਤੋਂ ਬੋਲਦੀ ਹਾਂ ਰਣਜੀਤ ਕੌਰ। ਹਾਂਜੀ ਭੈਣ ਜੀ ਸਵਾਗਤ ਕਰਦੇ ਹਾਂ, ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਨੂੰ? ਹਾਂਜੀ ਮੇਰੀ ਬੇਟੀ ਅੱਜ 5 ਸਾਲ ਦੀ ਆ, ਉਹਨੂੰ ਐਗਜ਼ਮਾ ਦੀ ਪ੍ਰੋਬਲਮ ਆ। ਹਾਂ ਤੇ ਉਹਦੇ ਤੇ ਕਰੀਮਾਂ ਵਗੈਰਾ ਲਗਾਈ ਜਾ ਰਹੀ, ਉਹਨੂੰ ਫੂਡ ਦੀ ਵੀ ਬਹੁਤ ਸਾਰੀ ਐਲਰਜੀ ਦਾ, ਨਟਸ ਦੀ ਆ, ਹੋਰ ਲੈਂਟਿਲਸ ਹੋਰ ਵੀ ਕਾਫੀ ਚੀਜ਼ਾਂ ਤੋਂ ਐਲਰਜੀ ਆ ਉਹਨੂੰ, ਐਗ ਤੋਂ ਵੀ। ਹਾਂਜੀ ਤੇ ਉਹਨੂੰ ਜਿੱਦਾਂ ਮੈਂ ਹਾਈਡਰੋਟ ਓਇੰਟਮੈਂਟ ਤੇ ਇਮੋਵੇਟ ਯੂਜ਼ ਕਰਦੀ ਹਾਂ, ਪਰ ਮੈਂ ਚਾਹੁੰਦੀ ਨਹੀਂ ਹੈ ਯੂਜ਼ ਕਰਨਾ ਸਟੈਰਾਇਡ, ਪਰ ਮੈਨੂੰ ਮਜਬੂਰੀ ਨੂੰ ਕਰਨੀਆਂ ਪੈ ਰਹੀਆਂ, ਉਹਦਾ ਜਿੱਦਾਂ ਵਧੀ ਜਾ ਰਿਹਾ ਐਗਜ਼ਮਾ। ਹਾਂਜੀ ਭੈਣ ਜੀ, ਸੋ ਇਹ ਕਰੀਮਾਂ ਜਿਹੜੀਆਂ ਤੁਹਾਨੂੰ ਕੰਟਰੋਲ ਕਰਨ ਵਾਸਤੇ ਇਹ ਕੰਡੀਸ਼ਨ ਨੂੰ ਇਹ ਹਲੇ ਵਰਤਣੀਆਂ ਪੈਂਦੀਆਂ ਹੀ ਆ। ਹਾਂਜੀ ਤੇ ਪਰ ਵੀ ਦਿੱਤੀ ਉਹਨਾਂ ਨੇ ਟੇਸਟ ਜਿੱਦਾਂ ਮਤਲਬ ਪੱਟੀਆਂ ਕਰ ਸਕਦੇ ਆ, ਆਮ ਤੇ ਬਹੁਤ ਜ਼ਿਆਦਾ ਹੁੰਦੀ ਆ, ਹਾਂਜੀ ਹੋ ਜਾਂਦੀ ਆ ਆਈ ਤੇ। ਹਾਂਜੀ ਜਦੋਂ ਸਵੇਰ ਹੋ ਜਦੋਂ ਸਵੇਰ ਵੱਧ ਜਾਂਦੀ ਇਹ ਹੈ ਨਾ, ਸਵੇਰ ਹੋ ਜਾਂਦੀ ਬਿਮਾਰੀ ਤੇ ਉਹ ਬੈਂਡੇਜਸ ਹਾਂਜੀ ਬੈਂਡੇਜਸ ਲਾਉਂਦੇ ਆ ਫਿਰ, ਤੇ ਇਹਦਾ ਇਲਾਜ ਹੈਗਾ ਵੀ ਸਾਰਾ ਕੇਸ ਲੈ ਕੇ ਹੈ ਨਾ, ਸਭ ਕੁਝ ਸੋਚ ਸਮਝ ਕੇ ਦਵਾਈ ਬਣੂਗੀ, ਤੇ ਕਿਉਂਕਿ ਜਿਹੜੀ ਹੋਮਿਓਪੈਥਿਕ ਦਵਾਈ ਹੈ ਇਹ ਇੱਕ ਲੋਕ ਐਂਡ ਕੀ ਟਾਈਪ ਆ ਜੀ, ਇਹ ਇੱਕੋ ਹੀ ਦਵਾਈ ਜਿਹੜੀ ਆ ਉਹਨੇ ਉਹ ਲੋਕ ਖੋਲ੍ਹਣਾ ਹਾਂਜੀ, ਸੇ ਐਗਜ਼ੈਕਟਲੀ ਕਿਊਰ ਹੈਗਾ ਹਾਂਜੀ, ਬਹੁਤ ਕੇਸ ਹੰਡਰਡਸ ਆਫ ਕੇਸਿਸ ਦੇਖੇ ਆ ਓਵਰ 35 ਇਅਰਸ ਹਾਂਜੀ, ਸੋ ਇਹਦਾ ਕਿਊਰ ਹੈਗਾ ਆ ਤੇ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ। ਓਕੇ ਭਾਜੀ ਥੈਂਕ ਯੂ, ਬਹੁਤ ਮਿਹਰਬਾਨੀ ਤੁਸੀਂ ਕਾਲ ਕੀਤਾ। ਪਲੀਜ਼ ਪ੍ਰੋਗਰਾਮ ਦੇਖਦੇ ਰਹੋ, ਅਸੀਂ ਐਸੇ ਐਗਜ਼ਮਾ ਬਾਰੇ ਗੱਲ ਕਰਾਂਗੇ, ਸ਼ਾਇਦ ਤੁਹਾਨੂੰ ਕੁਛ ਨਾ ਕੁਛ ਆਨਸਰ ਪਤਾ ਲੱਗੇਗਾ, ਲੇਕਿਨ ਡਾਕਟਰ ਸਾਹਿਬ ਨੂੰ ਤੁਹਾਡਾ ਨੰਬਰ ਦਿੱਤਾ ਜਾਏਗਾ, ਫਿਰ ਤੁਸੀਂ 1-to-1 ਕੰਸਲਟੇਸ਼ਨ ਕਰ ਸਕਦੇ ਹੋ। ਥੈਂਕ ਯੂ ਜੀ ਬਹੁਤ ਕਾਲ ਕਰਨ ਦਾ। ਇਹ ਇਹਨਾਂ ਦੇ ਦੇਖੋ ਭਾਜੀ ਬੱਚੇ 5 ਸਾਲ ਦੇ ਹੈਗੇ, ਕਿੰਨਾ ਸਫਰ ਕਰਦੇ ਨੇ, ਔਰ ਮੈਂ ਨਾ ਫਿਰ ਥੋੜੀ ਫੇਰ ਤਾਰੀਫ ਕਰਦਾ ਕਾਲ ਚੱਲਣ ਦੀ, ਉਹਨੇ ਮੈਨੂੰ ਕਰਨੀ ਪੈਂਦੀ ਹੈ, ਮਜਬੂਰਨ ਕਰਨੀ ਪੈਂਦੀ ਹੈ। ਦੇਖੋ ਦੁਨੀਆ ਕਿੰਨਾ ਸਫਰ ਕਰਦੀ ਹੈ, ਕਾਲ ਚੱਲਣ ਹਮੇਸ਼ਾ ਕੋਸ਼ਿਸ਼ ਕਰਦੇ ਹੈ ਕਿ ਕੁਝ ਇੱਦਾਂ ਦੇ ਪ੍ਰੋਗਰਾਮ ਕਰੀਏ ਜੋ ਸਾਨੂੰ ਸਪੋਰਟ ਕਰਦੇ ਨੇ, ਨਾ ਵੀ ਤੁਸੀਂ ਸਪੋਰਟ ਕਰਦੇ ਹੋ ਤਾਂ ਕਿ ਤੁਹਾਡੀ ਮਦਦ ਹੋ ਸਕੇ, ਕਿਸੇ ਨਾ ਕਿਸੇ ਤਰੀਕੇ ਤੱਕ ਤੁਹਾਨੂੰ ਹੈਲਪ ਪਹੁੰਚਣੀ ਚਾਹੀਦੀ ਹੈ।
ਅਕਾਲ ਚੈਨਲ ਦੇ ਡਿਫਰੈਂਟ ਪ੍ਰੋਗਰਾਮ ਡਿਫਰੈਂਟ ਪ੍ਰੈਜ਼ੈਂਟਰ ਕਰਦੇ ਨੇ। ਤੁਸੀਂ ਦੇਖਿਆ ਕਰੋ, ਕੁਛ ਨਾ ਕੁਛ ਬੜੀ ਇਨਫੋਰਮੇਟਿਵ ਬੜੀ ਐਜੂਕੇਸ਼ਨਲ ਟੌਪਿਕ ਵਗੈਰਾ ਹੁੰਦੀਆਂ ਨੇ। ਕਿਸੇ ਨੂੰ ਰਾਹ ਮਿਲੇਗੀ, ਤੁਹਾਨੂੰ ਰਾਹ ਮਿਲੇਗਾ ਤੇ ਬੜਾ ਅੱਛਾ ਲੱਗੇਗਾ। ਤੇ ਡਾਕਟਰ ਸਾਹਿਬ ਇਹਨਾਂ ਨੇ ਹੁਣ ਡਾਇਗਨੋਸ ਵੀ ਕੀਤਾ ਕਿ ਉਹ ਐਗ ਨਾ ਖਾਣ ਨਾਲ ਵੀ ਫਰਕ ਪੈ ਜਾਂਦਾ, ਤੇ ਇਹਨਾਂ ਤਾਂ ਬੰਦੇ ਆਪਣੇ ਪੇਰੈਂਟਸ ਲੱਭ ਲੈਂਦੇ ਨੇ ਨਾ। ਹਾਂਜੀ, ਉਹ ਹੌਲੀ ਹੌਲੀ ਪਤਾ ਲੱਗ ਜਾਂਦਾ ਹੈ ਕਿ ਜਦੋਂ ਇਹ ਚੀਜ਼ ਖਾਣ ਨੂੰ ਦੇਈਦੀ ਆ ਤੇ ਇਹਦੇ ਨਾਲ ਥੋੜੀ ਐਗਰੀਵੇਸ਼ਨ ਹੋ ਜਾਂਦਾ ਹੈ। ਹਾਂਜੀ, ਸੋ ਇਦਾਂ ਦੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਪੇਰੈਂਟਸ ਨੂੰ, ਤੇ ਉਹ ਪਰਹੇਜ਼ ਕਰਨਾ ਚਾਹੀਦਾ। ਤੇ ਮੈਂ ਹੋਰ ਥੋੜ੍ਹਾ ਜਿਹਾ ਦੱਸਦਾ ਵੀ ਥੋੜ੍ਹਾ ਜਿਹਾ ਮੈਨੇਜਮੈਂਟ ਕਿੱਦਾਂ ਕਰਨੀ ਇਸ ਕੰਡੀਸ਼ਨ ਨੂੰ, ਕਰਕੇ ਮੈਨੇਜਮੈਂਟ ਬਹੁਤ ਇੰਪੋਰਟੈਂਟ ਆ। ਸੋ ਪਹਿਲੀ ਗੱਲ ਤੇ ਫਿਰ ਜਦੋਂ ਬੱਚੇ ਨੂੰ ਨਲਾਉਣਾ ਆ, ਤੁਸੀਂ ਫੋਕੇ ਪਾਣੀ ਨਾਲ ਨਲਾਓ ਉਹਨੂੰ। ਹਾਂਜੀ, ਫੋਕਾ ਪਾਣੀ ਔਰ ਪਲੇਨ ਵਾਟਰ ਵੀ ਯੂਜ਼ ਕਰੋ। ਹਾਂ, ਉਹਦੇ ਵਿੱਚ ਕੋਈ ਬਾਥ ਵਾਟਰ ਵਿੱਚ ਕੋਈ ਕੁਛ ਪਾਓ ਨਾ ਬੈਟਰੀਆ, ਤੇ ਤੁਸੀਂ ਸਾਬਣ ਨਾਲ ਲਾਓ ਬਿਲਕੁਲ। ਹਾਂਜੀ, ਕਿਉਂਕਿ ਸਾਬਣ ਜਿਹੜਾ ਉਹ ਡਰਾਈ ਕਰ ਦਿੰਦਾ ਸਕਿਨ ਨੂੰ। ਬਿਲਕੁਲ। ਹਾਂਜੀ, ਜਿੰਨਾ ਜ਼ਿਆਦਾ ਡਰਾਈ ਹੋਊਗਾ ਉਨੀ ਜ਼ਿਆਦਾ ਇਚਿੰਗ ਹੋਣੀ ਜੀ। ਹਾਂਜੀ, ਸੋ ਇਹ ਜਦੋਂ ਸ਼ੁਰੂ ਹੁੰਦੀ ਹੈ ਪਹਿਲਾਂ ਡਰਾਈ ਸਕਿਨ ਤੋਂ ਹੁੰਦੀ ਆ, ਡਰਾਈ ਸਕਿਨ ਦੀ ਫਿਰ ਰਫ ਸਕਿਨ ਬਣ ਜਾਂਦਾ ਹੈ, ਰਫ ਤੋਂ ਬਾਅਦ ਫਿਰ ਇਚਿੰਗ ਹੋਣ ਲੱਗ ਪੈਂਦੀ ਆ, ਇਚਿੰਗ ਤੋਂ ਬਾਅਦ ਫਿਰ ਜਦੋਂ ਸਕ੍ਰੈਚ ਹੁੰਦਾ ਇਨਫਲੇਮੇਸ਼ਨ ਹੋ ਜਾਂਦੀ ਹੈ, ਲਾਲੀ ਥੋੜ੍ਹੀ ਜਿਹੀ ਆ ਜਾਂਦੀ, ਸੋਜ ਥੋੜ੍ਹੀ ਜਿਹੀ ਆ ਜਾਂਦੀ ਸਕਿਨ ਵਿੱਚ। ਤੇ ਫਿਰ ਜਿਹੜੇ ਸਵੇਅਰ ਕੇਸ ਹੋ ਜਾਂਦੇ ਆ ਉਹਨਾਂ ਵਿੱਚੋਂ ਫਿਰ ਪਾਣੀ ਨਿਕਲ ਲੱਗ ਪੈਂਦਾ ਹੈ ਸਕਿਨ ਵਿੱਚੋਂ, ਤੇ ਖਰਿੰਡ ਵੀ ਬਣ ਜਾਂਦੇ ਆ, ਤੇ ਵੀਪਿੰਗ ਪਸ ਵੀ ਬਣ ਸਕਦੀ ਆ। ਤੇ ਜਦੋਂ ਇੱਦਾਂ ਵੀਪਿੰਗ ਹੋਣ ਲੱਗ ਪਵੇ ਸਕਿਨ ਹੈ ਨਾ, ਜਾਂ ਕਰਸਟ ਬਣਨ ਲੱਗ ਪੈਣ, ਇਹਦਾ ਮਤਲਬ ਉਹਦੇ ਵਿੱਚ ਇਨਫੈਕਸ਼ਨ ਆ ਰਹੀ ਆ। ਹਾਂਜੀ, ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜੇ ਇੱਦਾਂ ਹੋ ਗਿਆ ਵੀ ਤੁਸੀਂ ਇਹ ਕੋਰਸ ਆਫ ਐਂਟੀਬਾਇਓਟਿਕਸ ਜੇ ਕਰ ਲਓ ਤਾਂ ਉਹਦਾ ਕੋਈ ਹਰਜ ਨਹੀਂ ਹੈਗਾ। ਹਾਂਜੀ, ਕਿਉਂਕਿ ਤੁਸੀਂ ਕੰਡੀਸ਼ਨ ਜਿਹੜੀ ਆ ਹਰ ਵੇਲੇ ਕੰਟਰੋਲ ਵਿੱਚ ਰੱਖਣੀ ਆ, ਆਊਟ ਆਫ ਕੰਟਰੋਲ ਨਾ ਜਾਵੇ। ਸੋ ਜੇ ਇਨਫੈਕਸ਼ਨ ਸਕਿਨ ਵਿੱਚ ਹੋ ਗਿਆ, ਇਟਸ ਬੈਸਟ ਟੂ ਕੰਟਰੋਲ ਇਟ ਵਿਦ ਐਂਟੀਬਾਇਓਟਿਕ ਸਟ੍ਰੇਟ ਅਵੇ। ਦੂਸਰੀ ਬੜੀ ਕਮਾਲ ਦੀ ਗੱਲ ਤੁਸੀਂ ਦੱਸਦੇ ਹੋ, ਫੋਕਾ ਪਾਣੀ ਮੈਨੂੰ ਪਹਿਲਾਂ ਹੁਣ ਸਮਝ ਪੈ ਗਈ। ਪਹਿਲਾਂ ਕਾਲ ਲੈਂਦੇ, ਮੈਂ ਹੋਪ ਮੈਨੂੰ ਯਾਦ ਰਹੇਗਾ, ਬੜੀ ਇੰਪੋਰਟੈਂਟ ਗੱਲ ਹੈਗੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਬੋਲਦੀ ਹਾਂ ਬਿਲਕੁਲ ਤੋਂ, ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਆ। ਬਿਲਕੁਲ, ਤੁਹਾਨੂੰ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਆ, ਗੱਲ ਪੁੱਛੋ ਉਹਨਾਂ ਨੂੰ ਜੀ। ਮੈਂ ਪੁੱਛਣਾ ਚਾਹੁੰਦੀ, ਮੇਰੇ ਮੂੰਹ ਦੇ ਵਿੱਚ ਜਿੱਦਾਂ ਜਿਹੜੇ ਗੋਡੇ ਉਹਨਾਂ ਦੇ ਉੱਤੇ ਛਾਲੇ ਹੁੰਦੇ ਆ, ਜਿੱਦਾਂ ਅਲਸਰ। ਹਾਂਜੀ ਭੈਣ ਜੀ, ਤੇ ਕਾਫੀ ਦੇਰ ਹੋ ਗਈ ਮੈਨੂੰ ਬਹੁਤ ਦਵਾਈਆਂ ਡਾਕਟਰਾਂ ਨੇ ਦਿੱਤੀਆਂ, ਪਰ ਮੈਨੂੰ ਆਰਾਮ ਨਹੀਂ ਆਉਂਦਾ। ਤੇ ਹੌਲੀ ਹੌਲੀ ਤੇ ਮੈਨੂੰ ਜਿੱਦਾਂ ਹੁਣ ਥੋੜੇ ਸਿਰ ਵੀ ਘਮੇਟੇ ਆਉਣ ਲੱਗ ਪਏ ਸੀ, ਜਦ ਮਤਲਬ ਕਿ ਕਹਿੰਦੇ ਸੀ ਮੇਰੀ ਗੁੱਡ ਘੁੰਮ ਜਾਂਦੀ ਹੈ। ਇਹ ਕੁਐਸਚਨ ਪੁੱਛਣਾ। ਹਾਂਜੀ ਭੈਣ ਜੀ, ਤੁਸੀਂ ਹੁੰਦੇ ਆ, ਕਿਉਂ, ਕੀ ਕਰਨਾ ਚਾਹੀਦਾ ਮੈਨੂੰ? ਹਾਂਜੀ, ਸੋ ਛਾਲੇ ਮੂੰਹ ਵਿੱਚ ਜਿਹੜੇ ਹੁੰਦੇ ਆ, ਇਹ ਇੱਕ ਤਾਂ ਵਿਟਾਮਿਨ ਡਿਫੀਸ਼ੀਐਂਸੀ ਦੇ ਨਾਲ ਹੋ ਜਾਂਦੇ ਆ। ਤੇ ਵਿਟਾਮਿਨ ਬੀ। ਹਾਂਜੀ, ਵਿਟਾਮਿਨ ਬੀ ਪਹਿਲਾਂ ਤੁਸੀਂ ਉਹ ਖਾ ਕੇ ਦੇਖੋ, ਜੇ ਉਹ ਤੁਹਾਡੀ ਘਾਟ ਪੂਰੀ ਹੋ ਗਈ ਤਾਂ ਸ਼ਾਇਦ ਉਹਦੇ ਨਾਲ ਵੀ ਹਟ ਸਕਦੇ ਆ। ਹਾਂਜੀ, ਤੇ ਹਾਂਜੀ, ਤੇ ਹੋਰ ਕਈ ਬਿਮਾਰੀਆਂ ਹੁੰਦੀਆਂ ਆ, ਜੇ ਫੰਗਲ ਇਨਫੈਕਸ਼ਨ ਹੋ ਜਾਂਦੇ ਕਈ ਵਾਰੀ, ਜਾਂ ਲੂਕੋਪਲੈਕੀਆ ਉਹਨੂੰ ਕਹਿੰਦੇ ਆ, ਤੇ ਲਾਈਕਨ ਪਲੈਨਸ ਵੀ ਹੈਗਾ ਇੱਕ ਕੰਡੀਸ਼ਨ, ਜਿਹਦੇ ਅੰਦਰ ਤੁਹਾਡੇ ਇੱਦਾਂ ਥੋੜ੍ਹੇ ਚਿੱਟੇ ਦਾਣੇ ਬਣਨ ਲੱਗ ਪੈਂਦੇ ਆ ਗੱਲਾਂ ਦੇ ਅੰਦਰਲੇ ਪਾਸੇ। ਤੇ ਹਾਂਜੀ, ਮੈਂ ਦੱਸਦਾ ਪਈ ਹੋਰ ਵੀ ਕਈ ਬਿਮਾਰੀਆਂ ਹੁੰਦੀਆਂ, ਤੇ ਇਹ ਹੁਣ ਚੈੱਕ ਕਰਕੇ ਪਤਾ ਲੱਗਦਾ ਪਿਆ ਐਗਜ਼ੈਕਟਲੀ ਕੀ ਹੋਊਗਾ। ਪਰ ਜਿਹੜੇ ਪਲੇਨ ਆਰਡੀਨਰੀ ਮਾਊਥ ਅਲਸਰਸ ਆ, ਉਹ ਬਹੁਤ ਵਾਰੀ ਇਹ ਵਿਟਾਮਿਨ ਬੀ ਦੀ ਘਾਟ ਕਰਕੇ ਹੋ ਜਾਂਦੇ ਆ। ਸੋ ਤੁਸੀਂ ਪਹਿਲਾਂ ਵਿਟਾਮਿਨ ਬੀ ਲੈ ਕੇ ਦੇਖੋ ਜੀ। ਭਾਜੀ ਥੈਂਕ ਯੂ ਕਾਲ ਕਰਨ ਦਾ, ਮੈਨੂੰ ਲੱਗਦਾ ਕਾਲ ਕੱਟ ਹੋ ਗਿਆ। ਪਲੀਜ਼ ਪ੍ਰੋਗਰਾਮ ਦੇਖਦੇ ਰਹੋ, ਅਸੀਂ ਇਹਦੇ ਬਾਰੇ ਹੋਰ ਗੱਲ ਕਰਾਂਗੇ। ਤੁਹਾਡਾ ਨੰਬਰ ਹਮੇਸ਼ਾ ਦੀ ਤਰ੍ਹਾਂ ਜਦੋਂ ਮੈਂ ਕਹਿੰਦਾ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ, ਫਿਰ ਤੁਸੀਂ ਬਾਅਦ ਵਿੱਚ ਗੱਲ ਕਰ ਸਕਦੇ ਹੋ ਆਫ ਏਅਰ। ਜੀ ਡਾਕਟਰ ਸਾਹਿਬ, ਅਸੀਂ ਗੱਲ ਕਰ ਰਹੇ ਸੀ ਉਹਦੇ ਐਗਜ਼ਾਮ ਆਦਿ ਹੁਣ। ਹਾਂਜੀ, ਸੋ ਅਸੀਂ ਕਰ ਰਹੇ ਸੀ ਮੈਨੇਜਮੈਂਟ ਵਾਸਤੇ, ਤੇ ਜਿਹੜੇ ਛੋਟੇ ਬੱਚੇ ਆ ਤੇ ਉਹਨਾਂ ਨੂੰ ਅਸੀਂ ਠਾ ਨਹੀਂ ਸਕਦੇ ਬਾਹਲਾ ਸਕ੍ਰੈਚ ਨਾ ਕਰੋ, ਹੈ ਨਾ। ਤੇ ਅਸੀਂ ਚਾਹੁੰਦੇ ਤਾਂ ਹੁੰਦੇ ਪਏ ਬੱਚੇ ਨੂੰ ਕਹੀਦਾ ਬੇਟਾ ਨਾ ਸਕ੍ਰੈਚ ਕਰਨਾ ਕਰ, ਪਰ ਬੱਚੇ ਤੇ ਨਹੀਂ ਹਟ ਹੁੰਦਾ, ਜਦੋਂ ਖਾਜ ਹੁੰਦੀ ਸਕ੍ਰੈਚ ਕਰਨਾ ਹੀ ਹੁੰਦਾ। ਸੋ ਜਿਹੜੇ ਛੋਟੇ ਹੁੰਦੇ ਉਹਨਾਂ ਦੇ ਤੁਸੀਂ ਸਕ੍ਰੈਚ ਮਿਟਨਸ ਪਾ ਸਕਦੇ ਆ, ਉਹ ਗਲਵਸ ਹੁੰਦੇ ਕਾਟਨ ਦੇ ਬਣਾਏ। ਹਾਂਜੀ, ਤੇ ਉਹਨਾਂ ਦੀਆਂ ਉਂਗਲਾਂ ਨਹੀਂ ਹੁੰਦੀਆਂ ਹੈਗੀਆਂ, ਜਿੱਦਾਂ ਉਹ ਓਵਨ ਗਲਵਸ ਨਹੀਂ ਹੁੰਦੇ ਉਸ ਤਰ੍ਹਾਂ ਬਣਾਏ ਹੁੰਦੇ ਆ, ਤੇ ਉਹ ਫਿਰ ਜੇ ਸਕ੍ਰੈਚ ਵੀ ਕਰਨ ਤੇ ਬਹੁਤ ਡੈਮੇਜ ਨਹੀਂ ਹੁੰਦਾ ਸਕਿਨ। ਡਾਕਟਰ ਇੱਕ ਬੜੀ ਤੁਸੀਂ ਇੰਟਰਸਟਿੰਗ ਗੱਲ ਕਿ ਮੈਂ ਨਾਲ ਦੀ ਨਾਲ ਜਿਹੜੇ ਤੁਸੀਂ ਗੱਲਾਂ ਕਹਿੰਦੇ ਉਹਨਾਂ ਨੂੰ ਮੈਂ ਪ੍ਰੈਸ਼ਰ ਪੁਆਇੰਟ ਆ ਵਾਪਸ ਰਿਪੀਟ ਕਰਦਾ। ਜਦੋਂ ਤੁਸੀਂ ਫੋਕੇ ਪਾਣੀ ਦੀ ਆਪਾਂ ਗੱਲ, ਫਿਰ ਮੈਂ ਸਮਝ ਗਿਆ ਫੋਕਾ ਪਾਣੀ ਕੀ ਹੁੰਦਾ। ਜਦੋਂ ਤੁਸੀਂ ਪਾਣੀ 'ਚ ਕੁਝ ਐਡ ਕਰਦੇ ਹੋ, ਕੋਈ ਸਮੈਲ ਹੁੰਦਾ, ਕਿਸੇ ਨਾ ਕਿਸੇ ਤਰੀਕੇ ਕਿ ਬੱਚੇ ਦੀ ਅੱਛੀ ਸਮੈਲ ਆਵੇ, ਉਹਨਾਂ 'ਚ ਕੈਮੀਕਲ ਹੁੰਦੇ ਨੇ, ਉਹ ਤੇ ਹਾਰਮ ਹੀ ਕਰਨਗੇ ਸਕਿਨ ਨੂੰ। ਦੈਟਸ ਇਟ, ਕਿਉਂਕਿ ਤੁਹਾਨੂੰ ਪਤਾ ਨਹੀਂ ਵੀ ਕਿਹੜੀ ਚੀਜ਼ ਤੋਂ, ਕਿਹੜੇ ਕੈਮੀਕਲ ਤੋਂ ਇਹ ਬੱਚਾ ਐਲਰਜੀਕ ਹੋ ਸਕਦਾ ਹੈ। ਕਿੰਨੀ ਡੈਲੀਕੇਟ ਸਕਿਨ ਹੁੰਦੀ ਬੱਚੇ ਦੀ। ਹਾਂਜੀ, ਮੈਂ ਇੱਕ ਹੋਰ ਤੁਹਾਨੂੰ ਕੇਸ ਦੱਸਦਾ। ਇੱਦਾਂ ਬੱਚੇ ਨੂੰ ਲੈ ਕੇ ਆਏ ਤੇ ਉਹ ਕਹਿੰਦੇ ਵੀ ਅਸੀਂ ਆਹ ਕਰੀਮ ਲਾਉਂਦੇ ਆ, ਪਹਿਲਾਂ ਤੋਂ ਇਹੀ ਲਾਉਂਦੇ ਆ। ਤਾਂ ਐਕਚੁਅਲੀ ਅਸੀਂ ਫਾਈਂਡ ਆਊਟ ਕੀਤਾ ਵੀ ਜਿਹੜੀ ਕਰੀਮ ਸੀਗੀ ਉਹ ਬੱਚੇ ਨੂੰ ਐਗਰੀਵੇਟ ਕਰ ਰਹੀ ਸੀ। ਹਾਂਜੀ,
ਸੋ ਹਮੇਸ਼ਾ ਜਦੋਂ ਵੀ ਤੁਸੀਂ ਕੋਈ ਨਵੀਂ ਕਰੀਮ ਸ਼ੁਰੂ ਕਰਦੇ ਆ ਪਹਿਲਾਂ ਪੈਚ ਟੈਸਟ ਕਰਕੇ ਦੇਖੋ, ਉਹ ਥੋੜੇ ਜਿਹੇ ਏਰੀਆ ਤੇ ਹਨ ਸਕਿਨ ਤੇ ਕਰੀਮ ਪਹਿਲਾਂ ਲਾ ਕੇ ਦੇਖੋ ਇਹਦਾ ਕੋਈ ਰਿਐਕਸ਼ਨ ਤਾਂ ਨਹੀਂ ਹੁੰਦਾ। ਸੋ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਾ ਸੀਗਾ ਵੀ ਡਾਕਟਰ ਨੇ ਇਹ ਕਰੀਮ ਦਿੱਤੀ ਆ, ਉਹ ਲਾਈ ਜਾਂਦੇ ਸੀ ਤੇ ਉਹਦੇ ਨਾਲ ਐਕਚੁਅਲੀ ਉਹ ਫਲੇਅਰ ਅਪ ਹੋਰ ਹੋ ਜਾਂਦਾ ਸੀ ਸਕਿਨ। ਡਾਕਟਰ ਪੁਰਾਣੇ ਜ਼ਮਾਨੇ ਦੇ ਵਿੱਚ ਬੱਚਿਆਂ ਨੂੰ ਧੁੱਪੇ ਪਾ ਕੇ ਮਾਲਿਸ਼ ਕਰਦੇ ਸੀਗੇ ਸਰੋਂ ਦੇ ਤੇਲ ਦੀ। ਹਾਂਜੀ ਹਾਂਜੀ ਉਹਦਾ ਕੀ ਵਿਚਾਰ ਉਹਦੇ ਬਾਰੇ? ਹਾਂਜੀ ਹਾਂਜੀ ਸੋ ਮਾਲਿਸ਼ ਤਾਂ ਇਹ ਗੁੱਡ ਫॉर द ਬੋਡੀ ਐਨੀਵੇ ਹਨਾ, ਉਹਨਾਂ ਸਰਕੂਲੇਸ਼ਨ ਇੰਪਰੂਵਮੈਂਟ ਹੋ ਜਾਂਦੀ ਆ। ਤੇ ਜਿਹੜੇ ਧੁੱਪ ਆ ਇਹਦੇ ਚ ਅਲਟਰਾਵਾਇਲਟ ਲਾਈਟ ਹੁੰਦੀ ਹੈ ਨਾ, ਯੂਵੀ ਲਾਈਟ ਜਿਹੜੀ, ਉਹਦੀ ਐਕਚੁਅਲੀ ਹੀਲਿੰਗ ਕੁਆਲਿਟੀ ਹੈ ਸਕਿਨ ਵਾਸਤੇ। ਤੇ ਇਹ ਵੀ ਲੋਕੀ ਨੋਟ ਕਰਨਗੇ ਕਿ ਜਦੋਂ ਤੁਸੀਂ ਇੰਡੀਆ ਜਾਂਦੇ ਹੋ ਨਾ ਉੱਥੇ ਸਕਿਨ ਦੀ ਕਈ ਵਾਰੀ ਇੰਪਰੂਵਮੈਂਟ ਹੋਣ ਲੱਗ ਪੈਂਦੀ ਆ, ਖੁਦ ਨੈਚੁਰਲੀ ਇੰਪਰੂਵਮੈਂਟ ਹੋ ਲੱਗ ਪੈਂਦੀ ਕਿਉਂਕਿ ਅਲਟਰਾਵਾਇਲਟ ਲਾਈਟ ਉੱਥੇ ਜ਼ਿਆਦਾ ਮਿਲਦਾ ਹੈ। ਇਸ ਮੁਲਕ 'ਚ ਤਾਂ ਮਿਲਦਾ ਨਹੀਂ, ਸਨਸ਼ਾਈਨ ਮਿਲਦੀ ਨਹੀਂ ਹੈ ਨਾ। ਸੋ ਅਲਟਰਾਵਾਇਲਟ ਲਾਈਟ ਜਿਹੜੀ ਆ ਇਜ਼ ਵੈਰੀ ਇੰਪੋਰਟੈਂਟ ਤੇ ਵਿਟਾਮਿਨ ਡੀ ਪੈਦਾ ਕਰਦੀ ਹੈ ਨਾ ਸਕਿਨ ਵਿੱਚ। ਤੇ ਹੁਣ ਇੰਨੀ ਕਈ ਕਰੀਮਾਂ ਵੀ ਬਣਾਈਆਂ, ਵਿਟਾਮਿਨ ਡੀ ਕਰੀਮਸ ਬਣਾਈਆਂ ਆ ਸੋਰਾਇਸਿਸ ਵਾਸਤੇ। ਅੱਛਾ ਹਾਂ, ਸੋ ਦੈਟ ਕੈਨ ਹੈਲਪ ਟੂ। ਪਰ ਡਾਕਟਰ ਸਾਹਿਬ ਇਹ ਮੈਨੂੰ ਇੱਕ ਚੀਜ਼ ਸਮਝਾਓ, ਹੁਣ ਤੁਸੀਂ ਸ਼ੋਅ ਕਰਦੇ ਹੋਮੋਪੈਥੀ ਕਰਦੇ ਹੋ, ਤੁਸੀਂ ਭੈਣ ਜੀ ਨੂੰ ਵੀ ਦੱਸਿਆ ਜਿਹਨਾਂ ਦੀ 5 ਸਾਲ ਦੀ ਲੜਕੀ ਨੂੰ ਵੀ ਹੈਗਾ ਉਹ ਕਿ ਉਹਦਾ ਇਲਾਜ ਹੈਗੇ ਨੇ, ਇਹ ਰੈਡੀਲੀ ਇਲਾਜ ਅਵੇਲੇਬਲ ਕਿਉਂ ਨਹੀਂ ਹੈ? ਅਦਰਵਾਈਜ਼ ਲੋਕੀ ਕਿੰਨੇ 5-5 ਸਾਲ ਕਿੰਨੇ ਸਾਲ ਸਫਰ ਕਰਦੇ ਨੇ। ਹਾਂਜੀ, ਅਨਫੋਰਚੂਨੇਟਲੀ ਭਾਜੀ ਇਹ ਸਿਸਟਮ ਇੱਥੇ ਮੈਡੀਕਲ ਸਿਸਟਮ ਜਿਹੜਾ ਇਹ ਐਲੋਪੈਥਿਕ ਸਿਸਟਮ ਆ ਤੇ ਇਹੀ ਨੈਸ਼ਨਲ ਹੈਲਥ ਸਰਵਿਸ ਤੇ ਚੱਲਦਾ ਹੈ ਤੇ ਇਹੀ ਟ੍ਰੀਟਮੈਂਟ ਫ੍ਰੀ ਆ। ਹਾਂਜੀ, ਸੋ ਆਟੋਮੈਟਿਕਲੀ ਜਦ ਤੁਹਾਡਾ ਫੈਮਿਲੀ ਡਾਕਟਰ NHS ਡਾਕਟਰ ਆ ਤੇ ਤੁਸੀਂ ਉਹਦੇ ਕੋਲੇ ਜਾਣਾ, ਉਹਨੇ ਤੁਹਾਨੂੰ ਜੋ ਕੁਛ ਉਹਦੇ ਕੋਲ ਹੈਗਾ ਜਾਂ ਉਹ ਕਰੀਮਾਂ ਹੀ ਹੁੰਦੀਆਂ, ਹੋਰ ਕੁਛ ਉਹਨਾਂ ਕੋਲ ਹੁੰਦਾ ਨਹੀਂਗਾ, ਉਹੀ ਦੇਣਾ ਹੁੰਦਾ ਆ। ਜਾਂ ਐਂਟੀਹਿਸਟਮੀਨ ਦਿੰਦੇ ਆ ਵੀ ਇਚਿੰਗ ਘੱਟ ਜਵੇ ਤੇ ਉਹਦੇ ਨਾਲ ਉਹਦੇ 'ਚ ਥੋੜ੍ਹਾ ਜਿਹਾ ਨਸ਼ਾ ਹੁੰਦਾ, ਬੰਦਾ ਉਹਦੇ ਨਸ਼ੇ ਜਿਹੇ 'ਚ ਰਹਿੰਦਾ ਆ, ਡਰਾਊਜ਼ੀ ਜਿਹਾ ਰਹਿੰਦਾ। ਤੇ ਇਹ ਸਿਸਟਮ ਦਾ ਪ੍ਰੋਬਲਮ ਆ। ਐਕਚੁਅਲੀ ਹੁਣ ਜਿਹੜਾ ਕੀਤਾ ਗਿਆ ਇਹ ਐਕਚੁਅਲੀ ਬਹੁਤ ਵੱਡੀ ਬਿਜ਼ਨਸ ਆ ਇਹ ਐਲੋਪੈਥਿਕ ਮੈਡੀਸਨ ਜਿਹੜੀ। ਤੇ ਮੇਰਾ ਫਰੈਂਡ ਸੀ ਇੱਕ, ਉਹ ਫਾਰਮਾਸਿਊਟੀਕਲ ਕੰਪਨੀ ਲਈ ਕੰਮ ਕਰਦਾ ਸੀ ਤੇ ਉਹਨੇ ਮੀਟਿੰਗ ਕੀਤੀ ਪਈ ਅਸੀਂ ਨਵੀਂ ਦਵਾਈ ਕੱਢਣੀ ਕੋਈ ਕਿਸੇ ਬਿਮਾਰੀ ਲਈ। ਤੇ ਮੇਰੇ ਫਰੈਂਡ ਨੇ ਸੋਚ ਸਮਝ ਕੇ ਕਿਹਾ ਭਈ ਹਾਂ ਮੇਰਾ ਖਿਆਲ ਭਈ ਅਸੀਂ ਇਹ ਬਿਮਾਰੀ ਲਈ ਕਿਉਰ ਲੱਭ ਸਕਦੇ ਹਾਂ। ਤੇ ਜਿਹੜਾ ਚੇਅਰਮੈਨ ਸੀਗਾ ਉਹ ਉੱਠ ਕੇ ਕਹਿੰਦਾ ਨਹੀਂ, ਕਹਿੰਦਾ ਸਾਨੂੰ ਕਿਉਰ ਨਹੀਂ ਚਾਹੀਦਾ ਹੈਗਾ। ਕਹਿੰਦਾ ਜੇ ਕਿਉਰ ਹੋ ਗਿਆ ਸਾਨੂੰ ਤਾਂ ਕੋਈ ਪ੍ਰੋਫਿਟ ਨਹੀਂ ਬਣਨਾ ਹੈਗਾ, ਇੱਕ ਵਾਰੀ ਖਾਣਗੇ ਕਿਉਰ ਹੋ ਜਾਣਗੇ, ਦੇ ਡੋਂਟ ਨੀਡ ਐਨੀ ਮੋਰ। ਕਹਿੰਦਾ ਅਸੀਂ ਦਵਾਈ ਬਣਾਉਣੀ ਜਿਹੜੀ ਕੰਟਰੋਲ ਕਰੇਗੀ ਬਿਮਾਰੀ ਨੂੰ, ਕੰਟਰੋਲ ਕਰੇਗੀ ਤੇ ਰੋਜ਼ ਦਵਾਈ ਖਾਣੀ ਪਏਗੀ ਬੰਦੇ ਨੂੰ ਫॉर ਲਾਈਫ। ਮੈਂ ਆਪਣੀ ਸ਼ੇਅਰ ਕਰਨਾ ਚਾਹੁੰਦਾ ਵਿਊਅਰਸ ਨਾਲ, ਭਾਜੀ ਕਿੰਨਾ ਜ਼ੁਲਮ ਹੋ ਰਿਹਾ ਹੈ। ਫਾਰਮਾਸਿਊਟੀਕਲ ਕੰਪਨੀਆਂ ਕੀ ਕੁਝ ਸੋਚ ਕੇ, ਬਿਜ਼ਨਸ ਸੋਚ ਕੇ ਦਵਾਈ ਬਾਹਰ ਆਉਂਦੀ ਹੈ, ਬੰਦੇ ਦਾ ਇਲਾਜ ਹੋਵੇ ਨਾ ਹੋਵੇ, ਬੰਦੇ ਦੇ ਮਾਈਂਡ 'ਚ ਹੁੰਦਾ ਕਿ ਅਸੀਂ ਦਵਾ ਦੇ ਰਹੇ ਹਾਂ ਉਹਨੂੰ। ਮੈਂ ਹਮੇਸ਼ਾ ਕਹਿੰਦਾ ਜਦੋਂ ਵੀ ਤੁਸੀਂ ਕਿਸੇ ਦੀ ਵੀ ਸਲਾਹ ਦੇਖਦੇ ਹੋ, ਜਿੱਦਾਂ ਹੋਮੋਪੈਥੀ ਤੁਹਾਨੂੰ ਦੱਸ ਰਹੇ ਭਾਜੀ ਇਲਾਜ ਹੈਗਾ, ਹਮੇਸ਼ਾ ਆਪਣੇ GP ਨੂੰ ਕੰਸਲਟ ਕਰੋ ਕਿ ਅਸੀਂ ਇਹ ਖਾਣੀ ਸ਼ੁਰੂ ਕਰਨੀ ਹੈ। ਪਰ ਜੇ ਹੁਣ GP ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਬਦਾ ਫਾਰਮਾਸਿਊਟੀਕਲ ਕੰਪਨੀ ਨਾਲ, ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਸਲਾਹ ਦੇਗਾ ਕਿ ਤੁਸੀਂ ਦੂਜਾ ਇਲਾਜ ਕਰਾਓ ਕਿ ਨਾ ਕਰਾਓ। ਹਾਂਜੀ, ਤੇ ਹਾਂ ਇਦਾਂ ਭਾਜੀ ਜਦੋਂ ਮੈਡੀਕਲ ਸਕੂਲ 'ਚ ਜਾਂਦੇ ਆ ਡਾਕਟਰ ਬਣਨ ਲਈ ਤੇ ਉਹਨਾਂ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ ਇੱਕ ਤਰੀਕੇ ਨਾਲ ਵੀ ਇਹੀ ਸਿਸਟਮ ਹੈ ਜਿਹੜਾ ਹੈਗਾ, ਹੋਰ ਕੁਝ ਹੈ ਨਹੀਂਗਾ, ਹੋਰ ਸਾਰੇ ਬੇਕਾਰ ਹੈ ਸਿਸਟਮ। ਸੋ ਉਹਨਾਂ ਦੇ ਦਿਮਾਗ ਵਿੱਚ ਫਿਕਸ ਗੱਲ ਹੋ ਜਾਂਦੀ ਵੀ ਜੋ ਕਿ ਸਾਡੇ ਕੋਲ ਹੈਗਾ ਇਹੀ ਸਹੀ ਆ, ਬਸ ਹੋਰ ਬਾਕੀ ਕੁਝ ਨਹੀਂ ਹੈਗਾ। ਉਹੀ ਨਾ ਮੈਂ ਜਿਹੜਾ ਕਿ ਬ੍ਰੇਨ ਵਾਸ਼ ਹੋ ਜਾਂਦੇ। ਹਾਂਜੀ, ਪਰ ਕਈ ਡਾਕਟਰ ਹੈਗੇ ਯੰਗ ਜਿਹੜੇ ਡਾਕਟਰ ਅੱਜ ਕੱਲ੍ਹ ਆਉਂਦੇ ਆ, ਉਹ ਇਨਵੈਸਟੀਗੇਟ ਕਰਦੇ ਹੋਰ ਮੈਥਡਸ ਤੇ ਉਹ ਯੂਜ਼ ਵੀ ਕਰਦੇ ਆ। ਤੇ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿੱਦਾਂ ਵੀ ਇਹ ਬਹੁਤ ਵੱਡੀ ਬਿਗ ਬਿਜ਼ਨਸ ਆ ਤੇ ਬਿਜ਼ਨਸ ਬਾਰੇ ਜ਼ਿਆਦਾ ਸੋਚਦੇ ਆ ਤੇ ਬੰਦੇ ਦੀ ਕੰਪੈਸ਼ਨ ਜਿਹੜਾ ਹੈ ਨਾ ਉਹਦੇ ਲਈ ਘੱਟ ਸੋਚਦੇ ਆ। ਤੇ ਅਬਾਊਟ 45 ਸਾਲ ਪਹਿਲਾਂ ਇੱਕ ਬਹੁਤ ਤਕੜੀ ਇੰਟਰਨੈਸ਼ਨਲ ਕੰਪਨੀ ਆ ਤੇ ਉਹਨਾਂ ਨੇ ਕੋਈ ਆਪਣੀ ਦਵਾਈ ਦੀ ਰਿਸਰਚ ਕਰ ਰਹੇ ਸੀ, ਨਵੀਂ ਦਵਾਈ ਦੀ। ਤੇ ਉਹਨੇ ਦੇਖਿਆ ਵੀ ਇਹ ਦਵਾਈ ਜਦੋਂ ਦੇਈਦੀ ਆ ਇਹਦੇ ਨਾਲ ਕੋਲੈਸਟਰੋਲ ਘਟ ਜਾਂਦਾ ਬੋਡੀ ਵਿੱਚ। ਹਾਂਜੀ, ਤੇ ਉਦੋਂ ਕੋਈ ਕੋਲੈਸਟਰੋਲ ਬਾਰੇ ਨਾ ਸੀਗਾ ਕੋਈ ਕੋਲੈਸਟਰੋਲ ਨੂੰ ਟ੍ਰੀਟ ਕਰੋ ਜਾਂ ਕੁਝ ਨਹੀਂ, ਕੋਈ ਨਹੀਂ ਸੀ ਟ੍ਰੀਟਮੈਂਟ। ਨੈਚੁਰਲੀ ਉਹਦਾ ਇਟ ਵਾਜ਼ਨਟ ਐਨ ਇਸ਼ੂ, ਕੋਲੈਸਟਰੋਲ ਵਾਜ਼ਨਟ ਐਨ ਇਸ਼ੂ ਇਨ ਦੋਜ਼ ਡੇਜ਼। ਹਾਂਜੀ, ਤੇ ਉਹਨੇ ਦੇਖਿਆ ਵੀ ਇਹ ਦਵਾਈ ਕੋਲੈਸਟਰੋਲ ਨੂੰ ਘਟਾਉਣ ਦੀ, ਹੋਰ ਤਾਂ ਕੁਝ ਕਰਦੀ ਨਹੀਂ ਗੀ। ਤੇ ਉਹਨੇ ਫਿਰ ਕੀ ਕੀਤਾ, 3 ਪ੍ਰੋਫੈਸਰ ਸਾਇੰਟਿਸਟ ਲਏ, ਉਹਨਾਂ ਨੂੰ $50 ਮਿਲੀਅਨ ਦਿੱਤੇ ਜੀ ਵੀ ਤੁਸੀਂ ਰਿਸਰਚ ਕਰੋ ਵੀ ਇਹ ਦੇਖੋ ਇਹ ਫਾਇਦੇਮੰਦ ਹੈ ਕਿੱਦਾਂ ਦੀ ਕੰਡੀਸ਼ਨ ਵਿੱਚ ਇਹ ਜਿਹੜੀ ਦਵਾਈ ਆ। ਤੇ ਉਹਨੇ ਰਿਸਰਚ ਕੀਤੀ ਤੇ ਉਹਨੇ ਰਿਜ਼ਲਟ ਜਿਹੜੇ ਉਹ ਚਾਹੁੰਦੇ ਸੀ ਉਹ ਰਿਜ਼ਲਟ ਉਹਨਾਂ ਨੂੰ ਦੇ ਦਿੱਤੇ ਵੀ ਜਿਹੜੇ ਹਾਰਟ ਪੇਸ਼ੈਂਟ ਆ ਉਹਨਾਂ ਲਈ ਇਹ ਵਧੀਆ ਆ ਕਿਉਂਕਿ ਨਾੜੀਆਂ ਨੂੰ ਬਲੌਕ ਕਰਦੀ ਇਹ। ਹਾਂਜੀ, ਹਾਰਟ ਅਟੈਕ ਹੋ ਸਕਦਾ ਜਿਹੜਾ ਕੋਲੈਸਟਰੋਲ ਹੋਵੇ ਜ਼ਿਆਦਾ। ਸੋ ਇਨਫੈਕਟ ਉਹਦੀ ਦਵਾਈ ਪਹਿਲਾਂ ਬਣਾਈ ਤੇ ਉਹ ਬਿਮਾਰੀ ਬਾਅਦ 'ਚ ਲੱਭੀ। ਹਾਂਜੀ, ਸੋ ਇਸ ਤਰੀਕੇ ਨਾਲ ਦਵਾਈਆਂ ਬਣਾਈਆਂ ਜਾਂਦੀਆਂ
ਤੇ ਬਹੁਤ ਸਾਰੇ ਇਦਾਂ ਦੇ ਸਾਇੰਟਿਫਿਕ ਫਰੋਡ ਵੀ ਚੱਲਦੇ ਆ ਤੇ ਇਹ ਦਵਾਈਆਂ ਹੁਣ ਸਾਰਿਆਂ ਨੂੰ ਦਿੰਦੇ ਆ ਵੀ ਤੇ ਤੁਸੀਂ ਕੋਲੇਸਟ੍ਰੋਲ ਦਵਾਈ ਖਾਣੀ ਹੀ ਖਾਣੀ ਆ, ਪਰ ਜੇ ਸੋਚਿਆ ਜਾਵੇ ਤੁਹਾਡੀ ਬਾਡੀ ਖੁਦ ਆਪ ਲਿਵਰ ਜਿਹੜਾ ਕੋਲੇਸਟ੍ਰੋਲ ਬਣਾਉਂਦਾ ਹੈ ਬਾਡੀ ਵਿੱਚ, ਉਹ ਕਿਉਂ ਬਣਾਉਂਦਾ ਹੈ? ਕਿਉਂਕਿ ਬਾਡੀ ਨੂੰ ਚਾਹੀਦਾ ਹੈ ਕੋਲੇਸਟ੍ਰੋਲ। ਬਿਲਕੁਲ ਭਾਜੀ, ਟਾਈਮ ਬੜੀ ਫਾਸਟ ਜਾ ਰਿਹਾ। ਅਸੀਂ ਸੁਬਹ ਵੀ ਹੁਣੀ ਗੱਲ ਕਰਦੇ ਸੀਗੇ, ਮਾਫੀ ਚਾਹੁੰਦਾ ਬ੍ਰੇਕ ਤੇ ਜਾਣਾ ਪਏਗਾ। ਪਲੀਜ਼ ਕੀਪ ਵਾਚਿੰਗ, ਬੜਾ ਇੰਟਰਸਟਿੰਗ ਪ੍ਰੋਗਰਾਮ ਐਗਜ਼ੀਮਾ ਬਾਰੇ ਗੱਲ ਕਰਦੇ ਹਾਂ, ਜੋ ਸਪੈਸ਼ਲੀ ਕਾਮਨ ਬੱਚਿਆਂ 'ਚ ਦੇਖਿਆ ਜਾਂਦਾ ਹੈ। ਕਿਉਂ ਹੁੰਦਾ, ਕਾਹਤੇ ਹੁੰਦਾ, ਉਹਦਾ ਇਲਾਜ ਹੈ ਨਹੀਂ ਹੈ। ਅੱਜ ਡਾਕਟਰ ਰਾਜ ਉਹਦੀ ਗੱਲਬਾਤ ਕਰ ਰਹੇ ਨੇ ਤੇ ਕਿਸੇ ਤਰ੍ਹਾਂ ਦਾ ਤੁਹਾਨੂੰ ਸਵਾਲ ਹੈਗਾ ਤੁਸੀਂ ਪੁੱਛਣਾ ਹੈ, ਬੇਸ਼ੱਕ ਸਕਿਨ ਡਿਜ਼ੀਜ਼ ਬਾਰੇ ਨਹੀਂ, ਕੋਈ ਵੀ ਹੋਰ ਕੋਈ ਹੋਵੇ, ਤੁਸੀਂ ਰਿੰਗ ਕਰਕੇ ਹਰ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਸ਼ੂ ਹੈਗੀ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ, ਜਾਂ ਆਪਣਾ ਨੰਬਰ ਛੱਡੋ 1-to-1 ਬਾਅਦ 'ਚ ਗੱਲ ਕਰੋਗੇ। ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਆਪਣਾ ਤੁਸੀਂ ਚਾਹ ਦਾ ਕੱਪ ਬਣਾਓ। ਸ਼ਾਇਦ ਡਾਕਟਰ ਨੇ ਕਹਿਣਾ ਕਿ ਮੈਂ ਤੁਹਾਨੂੰ ਚਾਹ ਬਾਰੇ ਕਿਉਂ ਕਹਿੰਦਾ, ਉਹ ਤੇ ਜੀ ਪੀਣੀ ਹੈ। ਚਲੋ ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਤੁਹਾਡਾ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ। In the second part, ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਅਗਰ ਡਾਕਟਰ ਰਾਜ ਹੋਮਿਓਪੈਥੀ ਅਸੀਂ ਮੈਡੀਸਨ ਦੀ ਗੱਲ ਕਰਦੇ ਹਾਂ, ਅੱਜ ਬੜਾ ਬੱਚਿਆਂ ਦੀ ਬਿਮਾਰੀ ਐਗਜ਼ੀਮਾ ਦੀ ਬੜੀ ਕਾਮਨ ਹੈਗੀ ਹੈ। ਆਮ ਦੇਖਿਆ ਜਾਂਦਾ, ਬਹੁਤ ਕਾਮਨ ਬੱਚਿਆਂ 'ਚ ਹੁੰਦੀ ਬਿਮਾਰੀ। ਕਿਉਂ ਹੁੰਦੀ, ਕਾਹਤੇ ਹੁੰਦੀ, ਕਿਸ ਤਰ੍ਹਾਂ ਇਲਾਜ ਹੈ, ਅਸੀਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਮੈਂ ਨੰਬਰ ਰਿਪੀਟ ਕਰ ਦਿੰਦਾ 0121551101। ਪਤਾ ਲੱਗਿਆ ਕਿ ਸਾਡਾ ਕਾਲ ਸੈਂਟਰ ਕਹਿੰਦੇ ਨੇ ਕਿ ਟੈਲੀਫੋਨ ਲਾਈਨਸ ਕਾਫੀ ਬਿਜ਼ੀ ਨੇ, ਪਲੀਜ਼ ਕਾਲ ਕਰੀ ਜਾਓ। ਅਗਰ ਤੁਹਾਡਾ ਕਾਲ ਨਹੀਂ ਲੈ ਪਾਵਾਂਗਾ ਮੈਂ ਮਾਫੀ ਚਾਹਾਂਗਾ, ਪਰ ਤੁਹਾਡਾ ਨੰਬਰ ਜ਼ਰੂਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ। ਜੀ ਡਾਕਟਰ ਸਾਹਿਬ। ਹਾਂਜੀ ਠੀਕ ਹੈ ਜੀ। ਸੋ ਆਪਾਂ ਗੱਲ ਕਰ ਰਹੇ ਸੀ ਮੈਨੇਜਮੈਂਟ ਦੀ ਐਕਸਮਾ ਦੀ, ਤੇ ਬਾਕੀ ਮੈਂ ਐਡਵਾਈਸ ਕਰੂੰਗਾ ਕਿ ਜਿਹਨਾਂ ਬੱਚਿਆਂ ਨੂੰ ਐਕਸਮਾ ਆ ਉਹਨਾਂ ਦੇ ਕਾਟਨ ਦੇ ਕੱਪੜੇ ਪਾਏ ਜਾਣ ਜੀ। ਕਾਟਨ ਦੇ? ਹਾਂਜੀ ਕਾਟਨ ਦੇ। ਜੇ ਤੁਸੀਂ ਪੋਲੀਐਸਟਰ ਜਾਂ ਵੂਲ ਦੇ ਕੱਪੜੇ ਪਾਉਂਦੇ ਆ ਉਹਨਾਂ ਨਾਲ ਖਾਰਿਸ਼ ਜ਼ਿਆਦਾ ਹੁੰਦੀ ਆ, ਠੀਕ ਹੈ। ਸੋ ਇਟਸ ਇੰਪੋਰਟੈਂਟ ਲਾਈਟ ਕਾਟਨ ਦੇ ਕੱਪੜੇ ਉਹਨਾਂ ਦੇ ਪਾ ਕੇ ਰੱਖਣੇ। ਤੇ ਬਾਕੀ ਕਈ ਉਹਨਾਂ ਦੇ ਤੇਲ ਲਾਉਣ ਲੱਗ ਪੈਂਦੇ ਆ ਆਇਲ ਬੋਡੀ ਤੇ। ਹਾਂਜੀ ਸੋ ਨਾਟ ਅ ਗੁੱਡ ਆਈਡੀਆ। ਅੱਛਾ, ਦੈਟਸ ਨਾਟ ਅ ਗੁੱਡ ਆਈਡੀਆ। ਨੋ, ਬਿਕਾਜ਼ ਆਇਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਸੌਫਟ ਕਰ ਦਿੰਦਾ ਸਕਿਨ ਨੂੰ। ਹਾਂਜੀ ਫਿਰ ਜਦੋਂ ਬੱਚਾ ਖਾਜ ਕਰਦਾ ਆ ਉਹ ਲੰਪਸ ਆਫ ਸਕਿਨ ਕੱਢ ਲੈਂਦਾ ਹੈ। ਹਾਂਜੀ ਸਕਿਨ ਜ਼ਿਆਦਾ ਡੈਮੇਜ ਹੋ ਜਾਂਦਾ ਤੇ ਉਹਦੇ ਸਕਾਰ ਟਿਸ਼ੂ ਬਣ ਜਾਂਦੀ ਆ, ਸੋ ਉਹ ਦਾਗ ਰਹਿ ਜਾਂਦੇ ਆ। ਹਾਂਜੀ ਨੌ ਜਦੋਂ ਵਿੱਚ ਲੱਗਦੇ ਨਾ ਸਕਿਨ ਦੇ, ਉਹ ਪੋਲਾ ਹੋਇਆ ਹੁੰਦਾ ਆਇਲ ਦੇ ਨਾਲ, ਤੇ ਉਹ ਜ਼ਿਆਦਾ ਡੂੰਘੇ ਨਿਕਲ ਜਾਂਦੇ ਸਕਿਨ ਦੇ ਪੀਸ। ਸੋ ਆਇਲ ਨਹੀਂ ਰეკਮੈਂਡ ਕਰਦਾ ਮੈਂ। ਅਜੀ ਇਨਫੈਕਟ ਦੇਖਿਆ ਜਾਂਦਾ ਮਾਮਾ ਪਹਿਲਾਂ ਇੱਕ ਰਸ਼ ਕਰਦੀਆਂ ਨੇ ਕਿ ਆਇਲ ਮਲ ਦਈਏ ਤਾਂ ਕਿ ਥੋੜੀ ਰਾਹ ਮਿਲੇ ਉਹਨੂੰ। ਹੈ ਆਪੇ ਕਾਲ ਲੈ ਲਈਏ ਪਹਿਲਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ। ਹਾਂਜੀ ਤੇ ਮੇਰੇ ਲੜਕੇ ਨੂੰ ਕੰਪਲੈਕਸੀ ਆ, ਉਹ ਕਾਫੀ ਚਰਕਾਂ ਹੁੰਦੀਆਂ ਰਹਿੰਦੀਆਂ। ਭਾਜੀ ਤੁਸੀਂ ਸਾਰੇ ਹਸਪੀਟਲ ਤੇ ਸਪੈਸ਼ਲਿਸਟ ਨੇ ਵੀ ਦੇਖਿਆ, ਅਸੀਂ ਹਰਬਲ ਵਾਲੇ ਨੂੰ ਮਿਲੇ ਆ, ਕਈ ਹਰਬਲ ਦੇ ਜਿਹੜੇ ਚਾਂਸ ਹੋਏ ਟਰਾਈ ਤੇ ਕੀਤਾ ਵੀ ਇਹਦਾ ਕੋਈ ਇਲਾਜ ਹੈਗਾ? ਹਾਂਜੀ ਹਾਂਜੀ ਹਾਂਜੀ। ਕਿੰਨੀ ਏਜ ਹੈ ਜੀ? ਉਹਦੀ ਤਾਂ 40 ਸਾਲ ਹੈ ਜੀ। 40 ਸਾਲ ਦੀ ਏਜ ਆ। ਹਾਂਜੀ ਸੋ ਇਹ ਬਚਪਨ ਤੋਂ ਹੀ ਐਪੀਲੈਪਸੀ? ਹਾਂਜੀ ਬਾਅਦ 2 ਸਾਲ ਦਾ ਸੀ ਜਦੋਂ ਸ਼ੁਰੂ ਹੋ ਗਈ। ਹਾਂਜੀ ਹਾਂਜੀ। ਸੋ 2 ਸਾਲ ਦਾ ਇਹ ਹੋ ਸਕਦਾ ਵੀ ਟੀਕੇ ਲੱਗਣ ਵੈਕਸੀਨੇਸ਼ਨ ਦੇ ਨਾਲ ਸ਼ੁਰੂ ਹੋਇਆ ਹੈ ਜੀ। ਪਤਾ ਨਹੀਂ ਤਾਂ ਸਾਨੂੰ ਤਾਂ ਹੁਣ ਕਿਸੇ ਦੱਸਿਆ ਨਹੀਂ ਕਾਹਦੇ ਨਾਲ ਹੋਇਆ। ਹਾਂਜੀ ਹਾਂਜੀ ਠੀਕ ਹੈ। ਜੇ ਵੈਕਸੀਨੇਸ਼ਨ ਨਾਲ ਹੋਇਆ ਹੋਵੇ ਤਾਂ ਸਾਡੇ ਕੋਲ ਦਵਾਈਆਂ ਹੈਗੀਆਂ। ਨੋਰਮਲੀ ਇਸ ਉਮਰ ਵਿੱਚ ਜਦੋਂ ਹੁੰਦਾ ਵੈਕਸੀਨੇਸ਼ਨ ਤੋਂ ਸ਼ੁਰੂ ਹੁੰਦਾ, ਤੇ ਸਪੈਸੀਫਿਕ ਹੋਮਿਓਪੈਥਿਕ ਦਵਾਈਆਂ ਹੈਗੀਆਂ ਜਿਹੜੀ ਉਹ ਵੈਕਸੀਨੇਸ਼ਨ ਦੇ ਬੈਡ ਇਫੈਕਟ ਕੱਟਦੀਆਂ। ਬੇਸ਼ੱਕ ਉਹ 20 ਸਾਲ ਤੋਂ ਹੋਵੇ 40 ਸਾਲ ਤੋਂ ਹੋਵੇ, ਡਜ਼ਨਟ ਮੈਟਰ। ਸੋ ਅਸੀਂ ਤੁਹਾਨੂੰ ਦਵਾਈ ਤੁਸੀਂ ਕਿੱਥੇ ਪ੍ਰੈਕਟਿਸ ਭਾਜੀ ਤੁਹਾਡਾ ਨਹੀਂ, ਤੁਸੀਂ ਉਹਨੇ ਨਹੀਂ ਗੱਲ ਕਰਾਂਗੇ, ਤੁਹਾਡਾ ਫੋਨ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ, ਤੁਹਾਨੂੰ ਕਾਲ ਕਰਨਗੇ। ਫਿਰ ਹੋਰ ਵੀ ਜਿਹੜਾ ਤੁਸੀਂ ਸਵਾਲ ਪੁੱਛਣਾ ਤੁਸੀਂ ਖੁੱਲ੍ਹ ਕੇ ਪੁੱਛ ਸਕਦੇ ਹੋ। ਓਕੇ ਸਰ, ਬਹੁਤ ਮਿਹਰਬਾਨੀ ਤੁਹਾਡੇ ਕਾਲ ਕਰਨ ਦਾ। ਥੈਂਕ ਯੂ ਜੀ। ਤੁਹਾਨੂੰ ਕਾਲ ਡਾਕਟਰ ਸਾਹਿਬ ਬਾਅਦ 'ਚ ਕਰਨਗੇ। ਡਾਕਟਰ ਸਾਹਿਬ ਮੈਨੂੰ ਇਹ ਚੀਜ਼ਾਂ ਦਾ ਬੜਾ ਦੁੱਖ ਹੁੰਦਾ ਹੈ। 2 ਸਾਲ ਤੋਂ ਸ਼ੁਰੂ ਹੋਈ ਹੈ। ਦੇਖੋ ਉਹਨਾਂ ਕਿੰਨੀ ਉਮਰ ਦੱਸੀ? 40 ਸਾਲ। 40 ਸਾਲ ਦਾ। ਭਾਜੀ ਇੰਨੇ ਸਾਲ ਇਨਸਾਨ ਸਫਰ ਕਰਦਾ ਹੈ, ਕੋਈ ਰਸਤਾ ਨਹੀਂ। ਇੱਕ ਵੈਸਟਰਨ ਕੰਟਰੀਆਂ ਨੇ ਜਿੱਥੇ ਇੰਨੀ ਪਾਵਰਫੁਲ ਹੈਗੀ ਹੈ ਮੈਡੀਸਨ, ਦੇਖਿਆ ਜਾਵੇ ਤਰ੍ਹਾਂ ਦੀ। ਬੇਸ਼ੱਕ ਫਾਰਮਾਸਿਊਟੀਕਲ ਕੰਪਨੀਆਂ ਕੁਛ ਹੇਰਾਫੇਰੀ ਕਰਦੀਆਂ ਨੇ, ਪਰ ਕਿਤੇ ਨਾ ਕਿਤੇ ਤੁਹਾਨੂੰ ਅੱਛੇ ਬੰਦੇ ਮਿਲ ਸਕਦੇ ਨੇ। ਹਾਂਜੀ ਇੱਦਾਂ ਹੀ ਬਹੁਤ ਘੱਟ ਜੀ, ਬਹੁਤ ਘੱਟ ਆ। ਹਾਂਜੀ ਜਿਹੜਾ ਅਸਲੀ ਇਲਾਜ ਆ ਉਹਨਾਂ ਨੂੰ ਉੱਠਣ ਨਹੀਂ ਦਿੰਦੇ। ਜਿਹੜੇ ਬਿਜ਼ਨਸ ਫਾਰਮਾਸਿਊਟੀਕਲ ਕੰਪਨੀਜ਼ ਆ ਇਹ ਬਹੁਤ ਵੱਡੇ ਬਿਜ਼ਨਸ ਆ। ਹੁਣ ਜੇ ਇਹਨਾਂ ਦਾ ਪ੍ਰੋਫਿਟ ਘਟੇ ਤਾਂ ਇੱਕਦਮ ਪੈਂਦੇ ਆ ਇਹ। ਭਾਜੀ ਬੜਾ ਜ਼ਰੂਰ ਮੈਂ ਆਪਾਂ ਇੱਕ ਹੋਰ ਕਾਲ ਲੈ ਲਈਏ ਜੀ। ਸੌਰੀ ਮਾਫੀ ਚਾਹੁੰਦਾ। ਹੈਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਭਾਜੀ ਫਤਿਹ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਹਾਂ ਭਾਈ ਸਾਹਿਬ, ਮੈਂ ਗਲਾਸਪੁਰ ਤੋਂ ਬੋਲ ਰਹੀ ਹਾਂ। ਹਾਂਜੀ ਤੇ ਮੇਰੀ ਡੋਟੀ ਆ, ਜਿੱਦਾਂ ਉਹ ਨਾ ਪਹਿਲਾਂ ਉਹਨੂੰ ਕੋਈ ਸਾਹ ਦੀ ਪ੍ਰੋਬਲਮ ਨਹੀਂ ਸੀ, ਹੂੰ ਤੇ ਉਹ ਨਾ 2-3 ਸਾਲ ਹੋਏ ਆ ਉਹ ਇਸ਼ਨਾਨ ਕਰਕੇ, ਜਿੱਦਾਂ ਨਿਆਣਾ ਗਰਮੀ ਸੀ ਬਹੁਤ, ਤਾਂ ਖੇਲਣ ਗਈ ਬਾਹਰ ਪਾਰਕ ਦੇ ਵਿੱਚ। ਉੱਥੇ ਉਹਦਾ ਜਿੱਦਾਂ ਸਾਹ ਜਿਹਾ ਬੰਦ ਹੋਣ ਲੱਗ ਪਿਆ, ਤੇ ਉਹਦਾ ਜਿੱਦਾਂ ਆਸਮਾ ਅਟੈਕ ਹੋਇਆ ਤੇ ਹਸਪੀਟਲ ਲੈ ਕੇ ਗਏ। ਜਿੱਦਾਂ ਬਿਲਕੁਲ ਬਰੀਥ ਨਾਲ ਪਹਿਲਾਂ ਅਸੀਂ ਪਾਣੀ ਦੇਈਏ ਵੀ ਸ਼ਾਇਦ ਮੂੰਹ ਸੁੱਕਾ ਹੋਇਆ, ਤੇ ਪਰ ਉਹ ਲੰਘਿਆ ਨਹੀਂ। ਫਿਰ ਉਹਨੇ ਦੱਸਿਆ ਵੀ ਆਸਮਾ ਅਟੈਕ ਹੋਇਆ। ਪਹਿਲਾਂ ਉਹਨੂੰ ਕੋਈ ਸ਼ਿਕਾਇਤ ਨਹੀਂ ਸੀ ਏਦਾਂ ਦੀ। ਸਕਿਨ ਖਰਾਬ ਦੀ ਸੀਗੀ ਸ਼ਿਕਾਇਤ, ਜਿੱਦਾਂ ਇੱਚੀ ਆਉਂਦੀ ਆ ਤਾਂ ਸਕਿਨ ਥੋੜਾ ਖਰਾਬ ਹੋ ਜਾਂਦੀ ਸੀ। ਹਾਂਜੀ ਭੈਣ ਜੀ। ਤੇ ਹੁਣ ਨਾ ਉਹਨੂੰ ਜਿੱਦਾਂ ਪੱਕਾ ਹੀ ਆਸਮਾ ਜਿਹਾ ਬਣ ਗਿਆ ਤੇ ਰੇਸ਼ਾ ਰਹਿੰਦੀ ਆ, ਤੇ ਕੀ ਕਰ ਸਕਦੇ ਆ? ਭਾਜੀ ਕਿੰਨੇ ਸਾਲਾਂ ਦੀ ਹੁਣ? ਹੁਣ ਉਹ 11 ਸਾਲਾਂ ਦੀ ਆ। ਜੀ ਡਾਕਟਰ ਹਾਂਜੀ ਜੀ। ਭੈਣ ਜੀ। ਸੋ ਇਹ ਅਸਥਮਾ ਅਟੈਕ ਸ਼ੁਰੂ ਇੱਥੋਂ ਹੋਇਆ ਭਈ ਉਹ ਹੌਟ ਬਾਥ, ਗਰਮ ਬਾਥ ਲੈ ਕੇ। ਨਹੀਂ ਜ਼ਿਆਦਾ ਗਰਮ ਬਾਤ ਨਹੀਂ ਹੁੰਦੀ, ਜਿੱਦਾਂ ਨਿਆਣੇ ਨੂੰ ਸ਼ਾਵਰ ਨਹੀਂ ਆਪਾਂ ਦੇ ਦਿੰਦੇ। ਹਾਂਜੀ ਹਾਂਜੀ, ਚਲੋ ਨਹਾ ਕੇ ਬਾਹਰ ਨਿਕਲ ਗਏ ਹਨਾ। ਹਾਂਜੀ। ਤੇ ਤੁਹਾਡਾ ਏਰੀਆ ਜਿਹੜਾ ਉੱਥੇ ਬਹੁਤ ਠੰਡਾ ਹੈ ਮੇਰੇ ਖਿਆਲ, ਗਲਾਸਗੋ, ਉੱਥੇ ਠੰਡ ਤੇ ਕਾਫੀ। ਜਿੱਦਾਂ ਉਹ ਗਲਾਸਗੋ ਨਹੀਂ ਸੀ, ਉਦੋਂ ਵਰਮੀ ਕੰਮ ਸੀ ਜੀ। ਅੱਛਾ ਅੱਛਾ। ਉਹ ਵਰਮੀ ਕੰਮ ਰਹਿੰਦੇ, ਅਸੀਂ ਗਲਾਸਗੋ ਰਹਿੰਦੇ। ਸੋ ਹੋ ਸਕਦਾ ਵੀ ਬਾਹਰ ਠੰਡ ਸੀ। ਹਾਂਜੀ। ਤੇ ਠੰਡ ਨਹੀਂ ਸੀ, ਗਰਮੀ ਬਹੁਤ ਸੀ, ਤਾਂ ਹੀ ਉਹ ਬਾਹਰ ਨੂੰ ਜਿੱਦਾਂ ਗਈ। ਬਸ ਉੱਥੇ ਜਾਂਦੀ ਨੇ ਹਜੇ ਗੇੜਾ ਹੀ ਦੱਸਦਾ, ਜਿੱਦਾਂ ਪਤਾ ਨਹੀਂ ਉਹਨੂੰ ਕੀ ਹੋਇਆ। ਜਿੱਦਾਂ ਅੱਛਾ ਅੱਛਾ। ਕਾਫੀ ਬੈਡਲੀ ਹੋਇਆ। ਹੁਣ ਜਦ ਤਾਂ ਡਾਕਟਰ ਕਹਿੰਦੇ ਆਸਮਾ ਆ ਜਿੱਦਾਂ। ਹਾਂਜੀ ਹਾਂਜੀ, ਚਲੋ ਉਹ ਜਦ ਐਸਮਾ ਬਣ ਜਾਂਦਾ ਫਿਰ ਉਹ ਇਨਹੇਲਰ ਦੇ ਦਿੰਦੇ ਆ, ਕਹਿੰਦੇ ਇਨਹੇਲ ਵਰਤੀ ਜਾਓ ਬਸ। ਹਾਂਜੀ, ਤੇ ਬਿਮਾਰੀ ਵੱਧਦੀ ਰਹਿੰਦੀ ਆ। ਤੇ ਇੱਕ ਮੇਰਾ ਦੋਤਾ ਵੀ ਆ, ਜਿੱਦਾਂ ਉਹ ਵੀ ਛੋਟਾ ਹੁੰਦਾ, ਜਿੱਦਾਂ ਸੁੱਤਾ ਪਿਆ, ਸਾਹ ਉਹਦਾ ਆਰ ਪਾਰ ਹੋ ਗਿਆ ਸੀ। ਹਾਂਜੀ। ਜਿੱਦਾਂ ਉਹਨੂੰ ਬਰੀਥ ਵਿੱਚ ਰਹਿੰਦੀ ਨਹੀਂ ਸੀ, ਤੇ ਹਸਪੀਟਲ ਰਿਹਾ, ਤੇ ਬਾਅਦ ਵਿੱਚ ਬਰੀਥ ਉਹਦੀ ਆਉਣ ਲੱਗ ਪਈ। ਤੇ ਹੁਣ ਉਹ ਕਦੀ ਕਦੀ ਉਹਨੂੰ ਵੀ ਜਿੱਦਾਂ ਆਸਮੇ ਦਾ ਅਟੈਕ ਜਿੱਦਾਂ ਹੁੰਦਾ ਏਦਾਂ ਹੁੰਦਾ ਹੈ। ਠੀਕ ਹੈ ਜੀ। ਸੋ ਜਦੋਂ ਮਾੜੀ ਮੋਟਾ ਨੱਠ ਲੈਂਦੇ ਆ, ਹਾਂਜੀ ਭੈਣ ਜੀ, ਹਾਂਜੀ। ਐਕਸਰਸਾਈਜ਼ ਕਾਫੀ ਕਰਦੇ, ਫੁੱਟਬਾਲ ਖੇਡਦਾ। ਹਾਂਜੀ। ਪਰ ਜਿੱਦਾਂ ਜਿਹੜੀ ਗੁੱਡੀ ਆ, ਇਹ ਨੱਠ ਵੀ ਨਹੀਂ ਸਕਦੀ, ਇਹਨੂੰ ਇੱਕਦਮ ਤੇ ਸਾਹ ਚੜ ਜਾਂਦਾ ਜਿੱਦਾਂ। ਹਾਂਜੀ ਹਾਂਜੀ, ਏਦਾਂ ਹਾਂਜੀ ਭੈਣ ਜੀ ਹੋ ਜਾਂਦਾ ਐਕਸਰਸਾਈਜ਼ ਨਾ ਹਨਾ, ਫਿਰ ਸਾਹ ਰੁਕ ਜਾਂਦਾ ਹੈ। ਤੇ ਕਿਉਂਕਿ ਹੁਣ ਫੇਫੜੇ ਕਮਜ਼ੋਰ ਹੋ ਚੁੱਕੇ ਆ। ਸੋ ਅਸੀਂ ਸਾਰਾ ਕੇਸ ਲੈ ਕੇ, ਸਾਰੀ ਗੱਲ ਹੈ ਨਾ, ਹਿਸਟਰੀ ਸਾਰੀ ਲੈ ਕੇ, ਤੇ ਹੋਮਿਓਪੈਥੀ ਦਵਾਈ ਦੇ ਸਕਦੇ ਇਹਦੇ ਲਈ। ਤੇ ਬਹੁਤ ਬੱਚਿਆਂ ਦਾ ਐਸਥਮਾ ਠੀਕ ਕੀਤਾ ਅੱਗੇ। ਸੋ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ। ਠੀਕ ਹੈ ਭਾਜੀ ਥੈਂਕ ਯੂ। ਭਾਜੀ ਰਹਿੰਦੇ ਤੇ ਬਰੀ ਨਾ ਕਰੋ, ਕਿਉਂਕਿ ਹੁਣ ਇਹ ਸਾਰਾ ਕੁਝ ਨਾਲ ਐਡਰੈਸ ਵੀ ਨਹੀਂ ਦੱਸ ਸਕਦੇ। ਹਾਂ ਨਹੀਂ, ਕੋਈ ਨਹੀਂ, ਤੁਹਾਨੂੰ ਡਾਕਟਰ ਸਾਹਿਬ, ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ, ਤੁਹਾਨੂੰ ਆਫ 에ਅਰ ਉਹਨਾਂ ਨਾਲ ਖੁੱਲ ਕੇ ਗੱਲ ਕਰ ਲਿਓ। ਓਕੇ, ਥੈਂਕ ਯੂ ਭੈਣ ਜੀ, ਤੁਹਾਡੇ ਕੋਲ ਬਹੁਤ ਬਹੁਤ ਮਿਹਰਬਾਨੀ। ਭਾਜੀ ਬੜਾ ਦੁੱਖ ਹੁੰਦਾ ਹੈ ਜਦ ਬੱਚੇ ਸਫਰ ਕਰਦੇ ਨੇ। ਇੱਕ ਗੱਲ ਡਾਕਟਰ ਸਾਹਿਬ, ਆਪਾਂ ਵਾਪਸ ਮੁੱਦੇ ਤੇ ਵੀ ਆਉਂਦੇ ਆ। ਇਹ ਕੰਟਰੀ ਦੇ ਵਿੱਚ ਨਾ ਮੈਨੂੰ ਲੱਗਦਾ ਸਾਰੇ ਨੂੰ ਭੈੜੀ ਗੱਲ, ਜਦੋਂ ਤੁਸੀਂ ਹੌਟ ਬਾਥ ਲੈ ਕੇ ਜਾਂ ਵਾਰਮ ਬਾਥ ਲੈ ਕੇ ਇਮੀਡੀਏਟਲੀ ਬਾਹਰ ਨਿਕਲਦੇ ਹੋ, ਉਹਦੇ ਬੇਸ਼ੱਕ ਕਨਸੀਕੁਐਂਸਿਸ ਖਰਾਬ ਹੁੰਦੇ ਨੇ। ਹੁੰਦੇ ਹਾਂਜੀ, ਕਿਉਂਕਿ ਤੁਹਾਡਾ ਬਾਡੀ ਟੈਂਪਰੇਚਰ ਜਿਹੜਾ ਇਹ 37 ਡਿਗਰੀ ਤੇ ਬੇਸ਼ੱਕ ਬਾਹਰ ਟੈਂਪਰੇਚਰ ਹਾਈ ਹੋਵੇ ਤਾਂ ਮੇਨਟੇਨ ਹੁੰਦਾ ਹੈ। ਹਾਂਜੀ। ਤੋ ਜਦੋਂ ਤੁਸੀਂ ਬਾਥ ਲੈਂਦੇ ਹੋ, ਇੱਕਦਮ ਤੁਹਾਡਾ ਟੈਂਪਰੇਚਰ ਚੇਂਜ ਹੋ ਜਾਂਦਾ ਹੈ। ਬਿਲਕੁਲ। ਤੇ ਤੁਸੀਂ ਬਾਹਰ ਨਿਕਲ ਜਾਂਦੇ ਆ, ਉਹ ਹੋਰ ਡ੍ਰੌਪ ਹੋ ਜਾਂਦਾ ਟੈਂਪਰੇਚਰ। ਸੋ ਉਹ ਸਡਨ ਡ੍ਰੌਪ ਇਨ ਟੈਂਪਰੇਚਰ ਦੇ ਨਾਲ ਹੈ ਨਾ, ਤੁਹਾਡੀ એનર્ਜੀ ਜਿਹੜੀ ਡਿਸਟਰਬ ਹੋ ਜਾਂਦੀ ਆ। ਇਸੇ ਕਰਕੇ ਸਾਨੂੰ ਕਈ ਵਾਰੀ ਕੋਲਡ ਹੋ ਜਾਂਦਾ ਜਾਂ ਵਾਇਰਸ ਹੋ ਜਾਂਦਾ ਇੱਕਦਮ ਜੇ ਬਾਹਰ ਜਾਈਏ, ਹੈ ਨਾ। ਤੇ ਕਿਉਂਕਿ ਤੁਹਾਡੀ એનર્ਜੀ ਡ੍ਰੌਪ ਹੋ ਜਾਂਦੀ ਆ, ਉਹ ਫਿਰ ਜਿਹੜੇ ਵਾਇਰਸ ਤੁਹਾਡੇ ਨੋਰਮਲੀ ਤੁਹਾਡੇ ਅੰਦਰ ਰਹਿੰਦੇ ਹੀ ਆ, ਉਹਨਾਂ ਨੂੰ ਚਾਂਸ ਮਿਲ ਜਾਂਦਾ ਅਟੈਕ ਕਰਨ ਦਾ, ਕਿਉਂਕਿ ਤੁਹਾਡੀ ਵਾਈਟੈਲਿਟੀ ਉਸ ਵੇਲੇ ਕਮਜ਼ੋਰ ਹੋ ਜਾਂਦੀ ਆ। ਸੋ ਦਿਸ ਇਜ਼ ਦ ਰੀਜ਼ਨ। ਹਾਂਜੀ। ਉਹ ਡਾਕਟਰ ਸਾਹਿਬ ਇੱਕ ਮੈਨੂੰ ਹੋਰ ਸਮਝਾਓ। ਹੁਣ ਆਮ ਸ਼ੋਰ ਜਿਸ ਜਨਰਲ ਸਵਾਲ ਹੈਗੇ ਜਿਹੜਾ ਭੈਣ ਜੀ ਨੇ ਕਾਲ ਕੀਤਾ, ਉਹਦੇ ਇਹ ਇੱਕ ਅਟੈਕ ਦੇ ਨਾਲ ਅਸਥਮਾ ਕਿੱਦਾਂ ਡਿਕਲੇਅਰ ਹੋ ਗਿਆ ਕਿ ਅਸਥਮੈਟਿਕ ਹੈਗੀ ਹੈ, ਉਹਨੂੰ ਟਾਈਮ ਨਹੀਂ ਲੱਗਦਾ? ਹਾਂਜੀ, ਉਹ ਆਲਰੇਡੀ ਉਹਦੀ ਵਾਈਟੈਲਿਟੀ ਜਿਹੜੀ ਕਮਜ਼ੋਰ ਹੋ ਚੁੱਕੀ ਸੀ ਬੱਚੇ ਦੀ, ਪਰ ਇਹ ਜਿਹੜਾ ਹੋਇਆ ਬਾਹਰ ਬਾਥ ਲੈ ਕੇ ਬਾਹਰ ਨਿਕਲ, ਉਹ ਇੱਕ ਟ੍ਰਿਗਰ ਸੀ ਸਿਰਫ। ਦੈਟ ਵਾਸ ਦ ਟ੍ਰਿਗਰ। ਹਾਂ, ਜਿੱਦਾਂ ਆਪਾਂ ਕਹਿੰਦੇ ਹੁੰਦੇ ਦ ਲਾਸਟ ਸਟ੍ਰੋ ਦੈਟ ਬ੍ਰੋਕ ਦ ਕੈਮਲਸ ਬੈਕ। ਵੀਕਨੈਸ ਪਹਿਲਾਂ ਸੀਗੀ। ਹਾਂ, ਪ੍ਰੀਡਿਸਪੋਜੀਸ਼ਨ ਸੀਗਾ ਪਹਿਲਾਂ, ਇੱਧਰ ਨੂੰ ਜਾ ਰਹੀ ਸੀ ਬਿਮਾਰੀ। ਹਾਂਜੀ, ਪਰ ਉਹ ਜਿਹੜਾ ਟ੍ਰਿਗਰ ਸੀ, ਉੱਥੋਂ ਦੀ ਵਾਈਟੈਲਿਟੀ ਹੋਰ ਸੱਟ ਲੱਗੀ, ਤੇ ਉੱਥੋਂ ਬਸ ਉਹ ਸ਼ੁਰੂ ਹੋ ਗਈ ਬਿਮਾਰੀ। ਡਾਕਟਰ ਸਾਹਿਬ ਬੇਸਿਕਲੀ ਦੇਖੋ, ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਬਿਮਾਰੀ ਕਦੇ ਵੀ ਆਲ ਆਫ ਅ ਸਡਨ ਨਹੀਂ ਹੁੰਦੀ, ਉਹਦੇ ਸਾਈਨ ਸਿੰਪਟਮਸ ਹਮੇਸ਼ਾ ਪਹਿਲਾਂ ਦਿਖਾਈ ਦਿੰਦੇ ਨੇ। ਅਸੀਂ ਲਾਈਫ 'ਚ ਇੰਨੇ ਬਿਜ਼ੀ ਹੋ ਜਾਂਦੇ ਕਿ ਅਸੀਂ ਦੇਖਣਾ ਉਹ ਇਗਨੋਰ ਹੋ ਜਾਂਦਾ ਬਹੁਤ ਦਫਾ, ਫਿਰ ਇਸ ਹਾਲਤ ਤੇ ਪਹੁੰਚ ਜਾਂਦੇ ਨੇ ਕਿ ਬੱਚਾ ਕਾਫੀ ਤਕਲੀਫ 'ਚ ਹੋ ਜਾਂਦਾ। ਹਾਂ ਬਿਲਕੁਲ ਭਾਜੀ, ਇਹ ਐਗਜ਼ੈਕਟਲੀ ਟਰੂ ਤੁਹਾਡੀ ਗੱਲ ਆ।
ਕੋਈ ਵੀ ਬਿਮਾਰੀ ਜਿਹੜੀ ਇਹ ਹੌਲੀ ਹੌਲੀ ਸ਼ੁਰੂ ਹੁੰਦੀ ਆ ਹੁੰਦੀ ਪਹਿਲਾਂ ਬਿਲਕੁਲ ਹੁੰਦੀ ਹਾਂਜੀ ਫਿਰ ਇਹ ਮੈਨੀਫੈਸਟ ਜਦੋਂ ਹੁੰਦੀ ਆ ਉਹ ਫਿਰ ਕੋਈ ਨਾ ਕੋਈ ਟ੍ਰਿਗਰ ਬਣ ਜਾਂਦਾ ਕੋਈ ਨਾ ਕੋਈ ਰੀਜ਼ਨ ਬਣ ਜਾਂਦਾ ਹੈ ਹਾਂਜੀ ਤੇ ਤੁਸੀਂ ਉਹ ਮੈਂ ਉਦਣ ਕੋਈ ਗਲਤ ਚੀਜ਼ ਖਾ ਲਈ ਸੀ ਤੇ ਉਦੋਂ ਉਹ ਤੋਂ ਬਾਅਦ ਮੇਰਾ ਪੇਟ ਠੀਕ ਹੀ ਨਹੀਂ ਹੋਇਆ ਬਿਲਕੁਲ ਆਈ ਨੋ ਠੀਕ ਹੈ ਉੱਥੋਂ ਬਿਮਾਰੀ ਸ਼ੁਰੂ ਹੋਈ ਪਰ ਹੁੰਦੀ ਸੀ ਆਲਰੇਡੀ ਹੌਲੀ ਬਿਲਡ ਅਪ ਹੋ ਰਹੀ ਸੀ ਤਾਂ ਉਹ ਫਿਰ ਕੋਈ ਨਾ ਕੋਈ ਟਿਪਿੰਗ ਪੁਆਇੰਟ ਹੁੰਦਾ ਆ ਤੇ ਫਿਰ ਬਿਮਾਰੀ ਮੈਨੀਫੈਸਟ ਹੋ ਜਾਂਦੀ ਆ ਪਲੀਜ਼ ਕੀਪ ਕਾਲਿੰਗ ਮੈਂ ਹਮੇਸ਼ਾ ਰਿਪੀਟ ਕਰਦਾ ਕਿਉਂਕਿ ਲਾਈਨਾਂ ਕਾਫੀ ਬਿਜ਼ੀ ਨੇ ਕਈ ਕਾਲ ਮਿਲਦੇ ਨੇ ਜਿਨ੍ਹਾਂ ਦੇ ਨਹੀਂ ਲੈ ਪਾ ਰਹੇ ਅਸੀਂ ਮਾਫੀ ਚਾਹਾਂਗੇ ਪਲੀਜ਼ ਕੀਪ ਕਾਲਿੰਗ ਅਸੀਂ ਕਾਲ ਲਈਏ ਨਾ ਲਈਏ ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਜ਼ਰੂਰ ਦਿੱਤਾ ਜਾਏਗਾ ਉਹ ਤੁਹਾਡੇ ਨਾਲ 1-to-1 ਗੱਲ ਕਰਨਗੇ ਤੇ ਪਲੀਜ਼ ਕੀਪ ਕਾਲਿੰਗ 0121551001 ਜੀ ਡਾਕਟਰ ਸਾਹਿਬ ਆਪਾਂ ਉਹਦੇ ਤੇ ਗੱਲ ਕਰ ਰਹੇ ਸੀਗੇ ਬੱਚਿਆਂ ਬਾਰੇ ਕਰ ਰਹੇ ਸੀ ਤੇ ਜਦੋਂ ਤੁਸੀਂ ਬੱਚੇ ਨੂੰ ਨਲਾਉਣਾ ਆ ਤੇ ਨਹਾ ਕੇ ਨਹਾਉਣ ਤੋਂ ਬਾਅਦ ਉਹ ਜਿਹੜੇ ਟਾਵਲ ਆ ਉਹ ਤੁਸੀਂ ਰਬ ਨਹੀਂ ਕਰਨਾ ਸਕਿਨ ਤੇ ਹਾਂਜੀ ਜਦੋਂ ਡਰਾਈ ਕਰਨਾ ਸਕਿਨ ਤੁਸੀਂ ਆਇਲ ਦੀ ਵੀ ਗੱਲ ਕਰਦੇ ਕਿ ਆਇਲ ਨਹੀਂ ਬਣਦਾ ਹੈ ਹਾਂਜੀ ਉਹ ਆਇਲ ਨਹੀਂ ਵਰਤਣਾ ਹੈਗਾ ਠੀਕ ਹੈ ਸਕਿਨ ਤੇ ਆਇਲ ਨਹੀਂ ਵਰਤਣਾ ਚਾਹੀਦਾ ਕਿਉਂਕਿ ਜ਼ਿਆਦਾ ਸੌਫਟ ਹੋ ਜਾਂਦਾ ਬੱਚਾ ਖਾਜ ਕਰਦਾ ਫਿਰ ਉਹ ਸਕਿਨ ਜ਼ਿਆਦਾ ਖਰਾਬ ਹੋ ਜਾਂਦਾ ਓਕੇ ਸੋ ਜਦੋਂ ਡਰਾਈ ਕਰਨਾ ਸਕਿਨ ਤੁਸੀਂ ਆਫਟਰ ਬਾਥ ਹੈ ਨਾ ਤੇ ਟਾਵਲ ਨਾਲ ਪੈਟ ਕਰਨਾ ਉਹਨੂੰ ਪੈਟ ਕਰਨਾ ਹੈ ਹਾਂਜੀ ਰਬ ਨਹੀਂ ਕਰਨਾ ਹੈਗਾ ਰਬ ਕਰਨ ਦੇ ਨਾਲ ਉਹ ਹੋਰ ਐਗਰੀਵੇਟ ਹੋ ਜਾਂਦਾ ਹੈ ਤੇ ਇਨਫਲੇਮੇਸ਼ਨ ਹੋ ਜਾਂਦੀ ਸਕਿਨ ਵਿੱਚ ਤੇ ਨਲਾਉਣ ਤੋਂ ਬਾਅਦ ਫਿਰ ਤੁਸੀਂ ਇਮੋਲੀਐਂਟਸ ਲਾਉਣੇ ਆ ਮੋਇਸਚਰਾਈਜ਼ਰ ਹਾਂਜੀ ਤੇ ਮੋਇਸਚਰਾਈਜ਼ਰ ਤੁਸੀਂ ਉਹ ਵਰਤੋ ਜਿਹਦੇ ਵਿੱਚ ਘੱਟ ਤੋਂ ਘੱਟ ਕੈਮੀਕਲ ਹੋਣ ਜਿੰਨਾ ਵੀ ਨੈਚੁਰਲ ਹੋਵੇ ਬੈਟਰ ਹਾਂਜੀ ਸੋ ਮੋਇਸਚਰਾਈਜ਼ਿੰਗ ਕਰੀਮ ਲਾ ਦੇਣੀ ਤੇ ਕਿਉਂਕਿ ਸਕਿਨ ਜਿਹੜਾ ਹੁੰਦਾ ਐਕਸਮਾ ਵਾਲੇ ਦਾ ਉਹ ਬਹੁਤ ਡਰਾਈ ਹੁੰਦਾ ਤੇ ਪਰ ਡਾਕਟਰ ਸਾਹਿਬ ਲੋਕਾਂ ਨੂੰ ਨਹੀਂ ਪਤਾ ਹੈਗਾ ਤੁਹਾਡੇ ਪਾਸ ਕੋਈ ਇਦਾਂ ਦਾ ਹੈਗਾ ਹਾਂਜੀ ਹੈਗੇ ਨੈਚੁਰਲ ਹੈ ਸਾਰੇ ਹੈਗੇ ਹਾਂਜੀ ਕੈਮੀਕਲਸ ਤੋਂ ਬਿਨਾਂ ਸੋ ਅਸੀਂ ਰეკਮੈਂਡ ਕਰ ਸਕਦੇ ਹਾਂ ਤੇ ਮੋਸਟਲੀ ਜਿਹੜੇ ਤੁਹਾਨੂੰ ਜੀਪੀ ਦਿੰਦਾ ਆ ਉਹ ਉਹਨਾਂ ਵਿੱਚ ਕੈਮੀਕਲ ਹੁੰਦੇ ਆ ਉਹ ਹੁੰਦੇ ਪੈਰਾਫਿਨਸ ਇਹ ਜਿਹੜੀ ਆਇਲ ਇੰਡਸਟਰੀ ਆ ਉਹਦੇ ਵਿੱਚੋਂ ਜਿਹੜੇ ਵੇਸਟ ਪ੍ਰੋਡਕਟ ਹੁੰਦੇ ਨਾ ਪੈਰਾਫਿਨਸ ਉਹ ਦਿੰਦੇ ਆ ਇਹ ਜਿਹੜੇ ਕਰੀਮਾਂ ਬਣਾਉਂਦੇ ਉਹਨਾਂ ਵਿੱਚ ਵਰਤ ਲੈਂਦੇ ਪੈਰਾਫਿਨ ਹਾਂਜੀ ਤੇ ਪੈਰਾਫਿਨ ਜਿਹੜਾ ਉਹ ਲੇਅਰ ਜਿਹਾ ਬਣਾਉਂਦਾ ਉੱਤੇ ਸਕਿਨ ਦੇ ਵੀ ਜਿਹੜਾ ਮੋਇਸਚਰ ਹੈ ਬਾਹਰ ਨਾ ਨਿਕਲੇ ਹਾਂਜੀ ਸੋ ਦੈਟਸ ਇੰਪੋਰਟੈਂਟ ਟੂ ਪਰ ਇਟਸ ਨਾਟ ਹੈਲਥੀ ਆਪਸ਼ਨ ਨਹੀਂ ਹੈਗਾ ਜਿਹੜਾ ਪੈਰਾਫਿਨ ਬੇਸਡ ਹੈ ਨਾ ਕਰੀਮਾਂ ਵਰਤਣੀਆਂ ਡਾਕਟਰ ਮੈਂ ਇੱਕ ਚੀਜ਼ ਸੋਚਦਾ ਹਮੇਸ਼ਾ ਤੁਸੀਂ ਕਹੋਗੇ ਮੈਂ ਹਮੇਸ਼ਾ ਗੱਲ ਕਾਲ ਚੱਲਣ ਦੀ ਨਹੀਂ ਕਰ ਰਿਹਾ ਮੈਂ ਟੀਵੀ ਦੀ ਗੱਲ ਕਰਦਾ ਜਦੋਂ ਛੋਟੇ ਬੱਚੇ ਹੁੰਦੇ ਸੀ ਨਾ ਕੋਈ ਟੈਲੀਵਿਜ਼ਨ ਨਹੀਂ ਸੀਗੀ ਕੋਈ ਪ੍ਰੋਗਰਾਮ ਨਹੀਂ ਸੀਗਾ ਕੋਈ ਹੈਲਪ ਨਹੀਂ ਸੀਗੀ ਬੰਦੇ ਨਾ ਸਾਰੀ ਉਮਰ ਜਿੱਦਾਂ ਉਹਨਾਂ ਨੇ ਦੱਸਿਆ 40 ਸਾਲ ਹੋ ਗਏ ਸਫ਼ਰ ਕਰਦੇ ਨੇ ਹੁਣ ਆਲ ਯੂ ਗੋਟ ਟੂ ਡੂ ਇਜ਼ ਤੁਸੀਂ ਆਪਣੇ ਡਿਫਰੈਂਟ ਪ੍ਰੋਗਰਾਮ ਦੇਖਦੇ ਹੋ ਕਿਤੇ ਨਾ ਕਿਤੇ ਤੁਹਾਨੂੰ ਰੱਬ ਤੁਹਾਨੂੰ ਕਨੈਕਸ਼ਨ ਦੇ ਦਿੰਦਾ ਉੱਥੋਂ ਤੁਹਾਡਾ ਇਲਾਜ ਸ਼ੁਰੂ ਹੋ ਸਕਦਾ ਤੇ ਪਲੀਜ਼ ਹਮੇਸ਼ਾ ਇੱਦਾਂ ਦੇ ਜਿਹੜੇ ਇਨਫੋਰਮੇਟਿਵ ਐਜੂਕੇਸ਼ਨ ਪ੍ਰੋਗਰਾਮ ਹੁੰਦੇ ਉਹਨਾਂ ਦੇਖਿਆ ਕਰੋ ਔਰ ਸਪੋਰਟ ਕਰਿਆ ਕਰੋ ਤਾਂ ਕਿ ਇੱਦਾਂ ਦੇ ਹੋਰ ਪ੍ਰੋਗਰਾਮ ਲੈ ਕੇ ਆਈਏ ਡਾਕਟਰ ਸਾਹਿਬ ਮੈਨੂੰ ਨਾ ਦਿਲੋਂ ਆਪਣਾ ਐਜ਼ ਅ ਮੀ ਆਪਣੀ ਫੀਡਬੈਕ ਜਦੋਂ ਕਿਸੇ ਨੂੰ ਭਲਾ ਹੁੰਦਾ ਕਿਸੇ ਬੱਚੇ ਦਾ ਕਿਸੇ ਬਜ਼ੁਰਗ ਦਾ ਆਪਣੇ ਥਰੂ ਬੜਾ ਅੱਛਾ ਲੱਗਦਾ ਕਿ ਰੱਬ ਨੇ ਸੇਵਾ ਬਖਸ਼ੀ ਹੈ ਔਰ ਕਿਸੇ ਦੀ ਹੈਲਪ ਹੋ ਜਾਏ ਤੇ ਬੜੀ ਚੰਗੀ ਗੱਲ ਬਿਲਕੁਲ ਜੀ ਦੇਖੋ ਅਸੀਂ ਪੁਰਾਣੇ ਕੇਸ ਜਿਹੜੇ ਠੀਕ ਕੀਤੇ ਹੈ ਨਾ ਜਦੋਂ ਵਿਚਾਰੇ ਠੀਕ ਹੋ ਜਾਂਦੇ ਸਾਨੂੰ ਬਹੁਤ ਹੀ ਖੁਸ਼ੀ ਚੜ੍ਹਦੀ ਹੈ ਬਿਲਕੁਲ ਵੀ ਇੰਨੇ ਚਿਰ ਸਫ਼ਰ ਕਰਦਾ ਰਿਹਾ ਤੇ ਹੁਣ ਇਹ ਠੀਕ ਹੋ ਗਿਆ ਇਟ ਰੀਅਲੀ ਗਿਵਸ ਯੂ ਅ ਗੁੱਡ ਫੀਲਿੰਗ ਹਾਂਜੀ ਤੇ ਬਾਕੀ ਆਪਾਂ ਕਹਿ ਰਹੇ ਸੀ ਬੱਚਿਆਂ ਬਾਰੇ ਵੀ ਉਹ ਜਿਹੜੇ ਮੋਇਸਚਰਾਈਜ਼ਰ ਆ ਲਾਉਣੇ ਚਾਹੀਦੇ ਡੇ ਟਾਈਮ ਆਫਟਰ ਬਾਥ ਤੇ ਉੱਦਾਂ ਵੀ ਜਿਹੜੀ ਕਰੀਮ ਆ ਤੁਹਾਨੂੰ ਕੋਈ ਲਾਉਣੀ ਪੈਂਦੀ ਹੈ ਨਾ ਸਕਿਨ ਮੋਇਸਚਰਾਈਜ਼ ਕਰਨ ਲਈ ਉਹ ਦਿਨੇ ਲਾਉਣੀ ਚਾਹੀਦੀ ਕਈ ਵਾਰੀ ਲਾਉਣੀ ਪੈਂਦੀ ਕਿਉਂਕਿ ਉਹ ਜਿਹੜਾ ਸਕਿਨ ਹੈ ਨਾ ਉਹ ਮੋਇਸਚਰ ਨੂੰ ਇੱਕਦਮ ਸੋਸ ਕਰ ਲੈਂਦਾ ਆ ਸੋ ਤੁਸੀਂ 4-5 ਵਾਰੀ ਕਈ ਵਾਰੀ ਬੱਚਿਆਂ ਦੀ ਕਰੀਮ ਲਾਉਣੀ ਪੈਂਦੀ ਦਿਨੇ ਤੇ ਜਦੋਂ ਨਾਈਟ ਟਾਈਮ ਹੁੰਦਾ ਹੈ ਫਿਰ ਓਇੰਟਮੈਂਟ ਲਾਉਣੀ ਚਾਹੀਦੀ ਹੈ ਇਹ 'ਚ ਫਰਕ ਹੁੰਦਾ ਜਿਹੜੀ ਕਰੀਮ ਆ ਉਹ ਵਾਟਰ ਬੇਸਡ ਹੁੰਦੀ ਆ ਤੇ ਈਜ਼ੀਲੀ ਐਬਜ਼ੌਰਬ ਹੋ ਜਾਂਦੀ ਆ ਜਿਹੜੇ ਓਇੰਟਮੈਂਟ ਆ ਉਹ ਹੁੰਦੀ ਆ ਵੈਸਲੀਨ ਬੇਸ ਹੁੰਦਾ ਉਹ ਚੀਜ਼ ਹਾਂਜੀ ਉਹ ਵੈਸਲੀਨ ਬੇਸ ਤੇ ਉਹ ਜਿਹੜੀ ਉਹ ਥੋੜੀ ਜਿਹੀ ਥਿਕ ਹੁੰਦੀ ਆ ਸੋ ਰਾਤ ਨੂੰ ਉਹ ਬੈਟਰ ਰਹਿੰਦੀ ਆ ਰਾਤ ਨੂੰ ਉਹ ਲਾ ਦਿਓ ਤੇ ਇਸ ਤਰ੍ਹਾਂ ਫਿਰ ਜਿਹੜਾ ਸਕਿਨ ਆ ਬਹੁਤ ਡਰਾਈ ਨਹੀਂ ਹੁੰਦਾ ਹੈ ਕਿ ਜਿੰਨਾ ਡਰਾਈ ਹੋਏਗਾ ਉਨੀ ਜ਼ਿਆਦਾ ਫਿਰ ਖਾਰਸ਼ ਡਾਕਟਰ ਬੜੀ ਇਨਫੋਰਮੇਟਿਵ ਤੁਸੀਂ ਦਿੱਤਾ ਕਰੀਮ ਦਾ ਤੇ ਆਇੰਟਮੈਂਟ ਦਾ ਉਹ ਬੋਤਲ ਤੇ ਕਿਹੜਾ ਲਿਖਿਆ ਹੁੰਦਾ ਕਿ ਤੁਸੀਂ ਸਵੇਰ ਕਰੋ ਸ਼ਾਮ ਕਰੋ ਹਾਂਜੀ ਕੋਈ ਡਾਇਰੈਕਸ਼ਨਸ ਡਾਇਰੈਕਸ਼ਨ ਤਾਂ ਹੁੰਦੀ ਨਹੀਂ ਨਾ ਘੱਟੇ ਲਿਖੇ ਹੁੰਦੇ ਹਾਂਜੀ ਦੈਟਸ ਰਾਈਟ ਤੇ ਇਸੇ ਕਰਕੇ ਫਿਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਸਹੀ ਤਰੀਕਾ ਕੀ ਹੈ ਵਰਤਣ ਦਾ ਤੇ ਕਦੋਂ ਵਰਤਣੀ ਕਦੋਂ ਨਹੀਂ ਵਰਤਣੀ ਸੋ ਵੈਰੀ ਡਿਫਿਕਲਟ ਆ ਪੇਰੈਂਟਸ ਵਾਸਤੇ ਐਕਚੁਅਲੀ ਤੇ ਇਦਾਂ ਫਿਰ ਜਦੋਂ ਬੱਚਾ ਖਾਰਿਸ਼ ਕਰਦਾ ਰਹਿੰਦਾ ਹੈ ਨਾ ਤੇ ਕਈ ਪੇਰੈਂਟਸ ਉਹਨੂੰ ਡਾਂਟਦੇ ਬੱਚੇ ਨੂੰ ਉਹਨੂੰ ਖਿੱਚਦੇ ਉਹਨੂੰ ਤੂੰ ਕਾਹਤੇ ਖਾਜ ਕਰਦਾ ਨਾ ਖਾਜ ਕਰ ਹੈ ਨਾ ਪਰ ਉਹ ਬੱਚਾ ਹੈ ਵਿਚਾਰਾ ਹੈ ਨਾ ਉਹਦੀ ਖਾਜ ਹੁੰਦੀ ਹੈ ਤਾਂ ਉਹਨੂੰ ਖਾਜ ਕਰਨੀ ਆ ਸੋ ਇਹ ਵੀ ਉਹ ਨੈਗੇਟਿਵ ਇਫੈਕਟ ਬੱਚੇ ਤੇ ਪੈਂਦਾ ਕਾਫੀ ਇੰਨਾ ਬੈਟਰ ਤੁਸੀਂ ਉਹਨੂੰ ਬੱਚੇ ਨਾਲ ਪਿਆਰ ਕਰੋ ਹੈ ਨਾ ਗਿਵ ਹਿਮ TLC ਯਾਨੀ ਟੈਂਡਰ ਲਵਿੰਗ ਕੇਅਰ ਚਾਹੀਦਾ ਬੱਚੇ ਨੂੰ ਤੇ ਉਹਨਾਂ ਗੁੱਸੇ ਨਾਲ ਬਾਲਾ ਹੋਵੋ ਆਪੇ ਕਾਲ ਹੋ ਲਈਏ ਫਿਰ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ
हेलो जी, सत श्री अकाल। कौन बोल रहे हो, कितों बोल रहे हो जी? ਸਤਿ ਸ਼੍ਰੀ ਅਕਾਲ, ਮੈਂ ਕਿਰਨ ਬੋਲਦੀ ਹਾਂ and I'm calling from Lee. हाँ जी किरण, ਤੁਹਾਡਾ ਸਵਾਗਤ ਕਰ ਰਹੇ ਹਾਂ। ਡਾਕਟਰ ਸਾਹਿਬ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? I wanted to ask about my daughter. She's 29 and she's been battling with psoriasis for since about the university days. So although I put transfer, is there some sort of natural large coverage or natural cheese or like the kids that will help with her psoriasis? Okay, Kiran, yes. So what we can do is we can prescribe a homeopathic medicine. And most likely cause in your daughter's case is she was at university and she was under a lot of stress. Yeah. So the stress is a big factor in causing things like eczema and psoriasis, okay? But now the problem has become chronic. So we have to see or talk to your daughter and get an idea of what her personality is like. Yes. And then we can prescribe the right homeopathic medicine. And it has to be the right one because, as I explained before, it's like a lock and key. Yeah. Okay, so the key has to fit the lock. The remedy has to match your daughter's personality in order to cure her. Okay, but it's curable. It's already she's been to a homeopathic before and diet and काफी change कर ली थी अपने जड़ी गर्म कर दिया ठंडे चीज़ा and then उसका भी मैंने क्या meditation ज़्यादा करें कार and all the that kind of thing. So there's काफी चीज़ ऐसे किया and but every so often कभी ना और ज़्यादा हो so mainly now it's on the trunk of her body but not on the face or it was a bad in her scalp. Yeah. Black cranial cap in the scalp. ਹਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਹੈ ਨਾ psoriasis ਜਿਹੜੀ ਆ ਇਹ ਇੰਨਾ ਡਾਈਟ ਰਿਲੇਟਡ ਨਹੀਂ ਹੁੰਦੀ ਹੈਗੀ, ਇਮੋਸ਼ਨਲ ਕਾਜ਼ਸ ਇਹਦੇ ਜ਼ਿਆਦਾ ਹੁੰਦੇ ਆ। Okay, so we have to treat the person on the mind symptoms. That's right. So ਕਿਰਨ ਜੀ ਥੈਂਕ ਯੂ ਕਾਲ ਕਰਨ ਦਾ। ਪਲੀਜ਼ ਕੀਪ ਵਾਚਿੰਗ ਦਾ ਪ੍ਰੋਗਰਾਮ। ਅਸੀਂ ਸੋਰਾਇਸਿਸ ਬਾਰੇ ਬਿਗਨਿੰਗ ਵਿੱਚ ਵੀ ਅਸੀਂ ਬੇਸ਼ੱਕ ਐਗਜ਼ੀਮਾ ਦੀ ਗੱਲ ਕਰਨੀ ਸੀ ਲੇਕਿਨ ਉਹਦਾ ਟੌਪਿਕ ਮੈਂ ਲੈ ਕੇ ਆਇਆ ਬਿਕੋਜ਼ ਦਿਸ ਇਜ਼ ਬਿਕਮਿੰਗ ਵੈਰੀ ਕਾਮਨ। ਲਾਈਫਸਟਾਈਲ ਚੇਂਜ ਹੋ ਰਹੀ ਹੈ, ਲੋਕੀ ਬਹੁਤ ਸਟ੍ਰੈਸ ਰਹਿੰਦੇ। I'm surprised ਤੁਸੀਂ ਨਾ ਡਾਕਟਰ ਨੂੰ ਤੁਹਾਡਾ ਨੰਬਰ ਦਿੱਤਾ ਜਾਏਗਾ, ਤੁਸੀਂ 1-to-1 ਕੰਸਲਟੇਸ਼ਨ ਕਰ ਸਕਦੇ ਹੋ। ਥੈਂਕ ਯੂ ਫॉर ਕਾਲਿੰਗ ਕਿਰਨ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਜੀ। ਡਾਕਟਰ ਸਾਹਿਬ ਦੇਖੋ ਅਸੀਂ ਲੱਕੀਲੀ ਦੀ ਗੱਲ ਕੀਤੀ ਹੈ, ਮਾਹੌਲ ਹੀ ਹੁਣ ਇੱਦਾਂ ਦਾ ਹੈਗਾ ਕਿ ਜਿੱਦਾਂ ਉਹਦੇ ਆਪਣੀ ਲੜਕੀ ਦੀ ਗੱਲ ਕੀਤੀ ਹੈ, ਯੂਨੀਵਰਸਿਟੀ 'ਚ ਗਈ ਤੇ ਬੱਚੇ ਸੀਰੀਅਸ ਲੈਂਦੇ ਨੇ, ਪ੍ਰੈਸ਼ਰ ਹੋ ਜਾਂਦਾ ਬੜਾ, ਇਮੋਸ਼ਨਲ ਇਫੈਕਟ ਹੁੰਦਾ ਉਹਨਾਂ ਨੂੰ ਤੇ ਫਿਰ ਹੁਣ ਤੱਕ ਬੱਚਾ ਉਹ ਸਫਰ ਕਰਦਾ, ਬੜਾ ਦੁੱਖ ਹੁੰਦਾ ਉਹ ਚੀਜ਼ ਦਾ। ਹਾਂਜੀ, ਅੱਜ ਕੱਲ੍ਹ ਬੱਚਿਆਂ ਤੇ ਪ੍ਰੈਸ਼ਰ ਬਹੁਤ ਆ ਤੇ ਸਕੂਲਾਂ ਵਿੱਚ ਵੀ ਦਿਸ ਟੂ ਮਚ ਇਨਫੋਰਮੇਸ਼ਨ ਕਮਿੰਗ ਐਟ ਦਮ। ਹਾਂਜੀ, ਹੁਣ ਹਰੇਕ ਬੱਚੇ ਕੋਲ ਆਪਣਾ ਲੈਪਟਾਪ ਆ, ਆਪਣਾ ਮੋਬਾਈਲ ਫੋਨ ਆ, ਓਵਰਲੋਡ ਹੋ ਰਹੇ ਬੱਚੇ, ਓਵਰਲੋਡ ਹੋ ਰਹੇ ਆ ਤੇ ਸਪੈਸ਼ਲੀ ਹੁਣ ਸਾਡੀ ਕਮਿਊਨਿਟੀ ਵਿੱਚ ਆ ਅਸੀਂ ਬੱਚੇ ਨੂੰ ਹਮੇਸ਼ਾ ਪੁਸ਼ ਕਰੀਦਾ ਹੈ ਨਾ, ਪੁਸ਼ ਹਾਰਡ ਕਰੀਦਾ ਹੈ ਨਹੀਂ ਤੇਰੇ ਚੰਗੇ ਰਿਜ਼ਲਟ ਆਉਣੇ ਚਾਹੀਦੇ ਆ ਦਿਸ ਐਂਡ ਦੈਟ, ਉਹ ਐਡਸ ਟੂ ਦ ਪ੍ਰੈਸ਼ਰ। ਹਾਂਜੀ, ਤੇ ਉਹ ਫਿਰ ਇਮੋਸ਼ਨਲੀ ਬੱਚੇ ਤੇ ਅਸਰ ਤਾਂ ਹੋਣਾ ਹੀ ਹੈ ਨਾ ਕੋਈ ਨਾ ਕੋਈ। ਡਾਕਟਰ ਸਾਹਿਬ ਬਿਫੋਰ ਵੀ ਗੋ ਬੈਕ ਟੂ ਐਗਜ਼ੀਮਾ, ਕਿਰਨ ਜੀ ਨੇ ਜਿਹੜੀ ਗੱਲ ਕੀਤੀ ਸੀ ਅਸੀਂ ਡਾਈਟ ਵਗੈਰਾ ਚੇਂਜ ਕੀਤੀ ਹੈ, ਇਜ਼ देयर ਨੀਡ ਫॉर दैट? ਇਟ ਡਿਪੈਂਡਸ। ਤੁਸੀਂ ਕਹਿੰਦੇ ਹੋ ਡਾਈਟ ਨਾਲ ਰਿਲੇਟਡ ਨਹੀਂ ਹੈਗਾ? ਹਾਂ, ਇਟ ਡਿਪੈਂਡਸ ਹੈ ਨਾ, ਮੇਰਾ ਮਤਲਬ ਇਹ ਕਹਿਣ ਦਾ ਪਈ ਡਾਈਟ ਇਜ਼ ਨਾਟ ਦ ਕਾਜ਼। ਨਾਟ ਦ ਕਾਜ਼। ਹਾਂ, ਇਸ ਇਮੋਸ਼ਨਲ ਪ੍ਰੋਬਲਮ। ਪਰ ਜੇ ਤੁਹਾਡੀ ਬਾਡੀ ਹੁਣ ਹੈਲਥੀ ਨਹੀਂ ਹੈਗੀ, ਤੁਸੀਂ ਹੈਲਥੀ ਫੂਡ ਨਹੀਂ ਖਾ ਰਹੇ ਹੈਗੇ, ਫਿਰ ਉਹ ਦਵਾਈ ਵੀ ਪੂਰਾ ਕੰਮ ਨਹੀਂ ਕਰ ਸਕਦੀ। ਬਿਲਕੁਲ। ਹਾਂਜੀ, ਸੋ ਜਿੰਨਾ ਤੁਸੀਂ ਹੈਲਥੀ ਖਾਓਗੇ ਤੇ ਬਾਡੀ ਤੁਹਾਡੀ ਇਜ਼ ਇਨ ਗੁੱਡ ਸ਼ੇਪ, ਉਨੀ ਵਧੀਆ ਦਵਾਈ ਕੰਮ ਕਰੇਗੀ। ਬਿਲਕੁਲ। ਆਪੇ ਕੋਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਸੁਖਦੇਵ ਹੰਡਾ ਹੱਡਸਵੀਰ ਤੋਂ ਬੋਲ ਰਿਹਾ। ਸੁਖਦੇਵ ਜੀ ਬਹੁਤ ਸਵਾਗਤ ਕਰਦੇ ਹਾਂ, ਕੀ ਪੁੱਛਣਾ ਚਾਹੁੰਦੇ ਹੋ ਜੀ? ਮੇਰੀ ਗ੍ਰੈਂਡਡਾਟਰ 12 ਸਾਲ ਦੀ, ਉਹਨੂੰ ਲੀਮਾ ਹੈਗਾ, ਯਾਨੀ ਉਹਦੇ ਖਾਜ ਹੁੰਦੀ ਰਹਿੰਦੀ ਆ ਸਾਰੇ ਸਰੀਰ ਤੇ ਤੇ ਉਹਦੇ ਕੁਛ ਹੈ ਤੁਹਾਡੇ ਕੋਲ? ਹਾਂਜੀ ਭਾਜੀ, ਕਦੋਂ ਦੀ ਸ਼ੁਰੂ ਹੋਈ ਹੈ? 5-6 ਸਾਲ ਹੋ ਗਏ ਜੀ। ਹਾਂਜੀ, ਤੁਹਾਨੂੰ ਪਤਾ ਵੀ ਕੀ ਵਜ੍ਹਾ ਸੀ ਉਸ ਵੇਲੇ? ਉਹਦਾ ਤਾਂ ਠੀਕ, ਅੱਗੇ ਤਾਂ ਠੀਕ ਸੀਗਾ, ਹੁਣ ਹੌਲੀ ਹੌਲੀ ਸ਼ੁਰੂ ਹੋ ਕੇ ਹੁਣ ਜ਼ਿਆਦਾ ਹੋ ਗਈ ਆ। ਹਾਂਜੀ ਭਾਜੀ, ਤੁਹਾਨੂੰ ਪਤਾ ਨਹੀਂ ਵੀ ਹਾਂ, ਪਤਾ ਨਹੀਂ ਵੀ ਕਿਉਂ ਸ਼ੁਰੂ ਹੋਈ, ਕਿੱਦਾਂ ਸ਼ੁਰੂ ਹੋਈ, ਇਦਾਂ ਨਹੀਂ ਪਤਾ ਤੁਹਾਨੂੰ? ਨਹੀਂ ਜੀ। ਹਾਂਜੀ, ਕੋਈ ਨਹੀਂ, ਫਿਰ ਅਸੀਂ ਸਾਰਾ ਕੇਸ ਲੈ ਕੇ ਨਾ, ਹਿਸਟਰੀ ਲੈ ਕੇ ਫਿਰ ਅਸੀਂ ਲੱਭ ਸਕਦੇ ਦਵਾਈ ਜਿਹੜੀ ਇਹਨਾਂ ਨੂੰ ਫਿੱਟ ਬੈਠੂਗੀ ਤੇ ਐਕਸਮਾ ਕਿਉਰ ਹੋ ਜਾਂਦਾ ਜੀ, ਇਦਾਂ ਫਿਕਰ ਵਾਲੀ ਗੱਲ ਨਹੀਂ। ਅੱਛਾ ਜੀ। ਭਾਜੀ ਸੁਖਦੇਵ ਜੀ ਥੈਂਕ ਯੂ ਸੋ ਮਚ। ਮੈਂ ਜਦੋਂ ਹਮੇਸ਼ਾ ਕਹਿੰਦਾ ਔਨ ਏਅਰ ਖੁੱਲ੍ਹ ਕੇ ਨਹੀਂ ਗੱਲ ਹੁੰਦੀ ਕਿਉਂਕਿ 1-to-1 ਪਰਸਨਲ ਗੱਲਾਂ ਹੁੰਦੀਆਂ ਨੇ ਤੇ ਡਾਕਟਰ ਸਾਹਿਬ ਤੁਹਾਡੇ ਗ੍ਰੈਂਡ ਡਾਟਰ ਤੁਸੀਂ ਕਿਹਾ ਸੀ ਨਾ ਸ਼ਾਇਦ, ਹੈ ਨਾ, ਉਹਨਾਂ ਨਾਲ ਗੱਲ ਕਰਕੇ, ਤੁਹਾਡੇ ਨਾਲ ਗੱਲ ਕਰਕੇ ਕੋਈ ਦਵਾ ਮਿਲ ਸਕਦੀ ਹੈ। ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦੇ ਦਾਂਗੇ। ਥੈਂਕ ਯੂ ਤੁਹਾਡੇ ਕਾਲ ਕਰਨ ਦਾ ਜੀ, ਬਹੁਤ ਮਿਹਰਬਾਨੀ।
ਡਾਕਟਰ ਸਾਹਿਬ ਇਹਦੀ ਗਰਮ ਤੇ ਠੰਡੀ ਜਗ੍ਹਾ ਦਾ ਕੋਈ ਫਰਕ ਪੈਂਦਾ? ਹੁਣ ਅੱਜ ਜ਼ਿਆਦਾ ਕੋਲ ਸਕਾਟਲੈਂਡ ਤੋਂ ਆ ਰਹੇ ਨੇ, ਕੀ ਗੱਲ ਹੈ? ਹਾਂਜੀ ਪਤਾ ਨਹੀਂ ਤੇ ਸਕਾਟਲੈਂਡ ਤੋਂ ਆ ਰਹੇ ਪਰ ਉੱਦਾਂ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਐਕਸਮਾ ਹੋ ਜਾਂਦਾ ਹੈ ਨਾ ਤੇ ਹੀਟ ਨਾਲ ਫਿਰ ਖਾਰਿਸ਼ ਜ਼ਿਆਦਾ ਹੁੰਦੀ ਆ ਤੇ ਖਾਸ ਕਰਕੇ ਰਾਤ ਨੂੰ ਜਦ ਬੱਚੇ ਸੌਂਦੇ ਹਨ ਤੇ ਉਹਨਾਂ ਨੂੰ ਖਾਜ ਜ਼ਿਆਦਾ ਆਉਂਦੀ ਆ। ਇਹ ਕਰਕੇ ਉਹ ਰਜਾਈ ਲਈ ਹੁੰਦੀ ਹੈ, ਬੋਡੀ ਗਰਮ ਹੋ ਜਾਂਦੀ ਹੈ, ਹੀਟ ਨਾਲ ਹਮੇਸ਼ਾ ਇਚਿੰਗ ਜ਼ਿਆਦਾ ਹੁੰਦੀ ਆ। ਸੋ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਬੱਚੇ ਦਾ ਰੂਮ ਜਿਹੜਾ ਕੂਲ ਜਿਹਾ ਹੋਵੇ ਹੈ ਨਾ, ਕੂਲ ਟੈਂਪਰੇਚਰ ਹੋਵੇ ਉੱਥੇ, ਤੇ ਕਾਟਨ ਦੇ ਉਹਦੇ ਨਾਈਟ ਕੱਪੜੇ ਜਿਹੜੇ ਬਿਸਤਰਾ ਵਗੈਰਾ ਵੀ ਜ਼ਰਾ ਹਾਂ ਕਾਟਨ ਦਾ ਸਭ ਕੁਝ ਹੋਣਾ ਚਾਹੀਦਾ। ਉਹਦੇ ਵਿੱਚ ਪੋਲੀਐਸਟਰ ਫਾਈਬਰ ਵਗੈਰਾ ਨਹੀਂ ਹੋਣੇ ਚਾਹੀਦੇ ਤੇ ਉਹਨੂੰ ਲਾਈਟ ਜਿਹੀ ਬਲੈਂਕਟ ਚਾਹੀਦੀ ਆ ਉੱਤੇ ਦੇਣ ਨੂੰ, ਤੇ ਭਾਰੀ ਜਿੱਦਾਂ ਆਪਾਂ ਭਾਰੀਆਂ ਰਜਾਈਆਂ ਰੱਖਦੇ ਉਹ ਨਹੀਂ ਦੇਣੀਆਂ ਚਾਹੀਦੀਆਂ। ਉਹ ਜ਼ਿਆਦਾ ਗਰਮ ਹੋ ਜਾਂਦੀ ਬੋਡੀ, ਫਿਰ ਖਾਜ ਬਹੁਤ ਹੁੰਦੀ, ਫਿਰ ਸੁੱਤਾ ਪਿਆ ਬੱਚਾ ਖਾਜ ਕਰ ਕਰਕੇ ਖੂਨ ਕੱਢ ਲੈਂਦਾ। ਬੱਚੇ ਕਹਿੰਦੇ ਤਾਂ ਖੂਨ ਕੱਢ ਲੈਂਦੇ, ਜਗ੍ਹਾ ਸਾਰਾ ਸਕਿਨ ਖਰਾਬ ਹੋ ਜਾਂਦੀ ਹੈ, ਸਾਰਾ ਸਕਿਨ ਖਰਾਬ ਹੋ ਜਾਂਦਾ। ਸੋ ਇਟਸ ਅ ਰੀਅਲੀ ਹੌਰੀਬਲ ਕੰਡੀਸ਼ਨ ਤੇ ਬੱਚੇ ਲਈ ਨਹੀਂ ਸਹਿ ਹੁੰਦੀ ਤੇ ਮਾਂ ਪਿਓ ਲਈ ਵੀ ਨਹੀਂ ਸਹਿ ਹੁੰਦੀ ਭਾਜੀ, ਦੇਖ ਕੇ ਪੇ ਬੱਚਾ ਸਫਰ ਕਰ ਰਿਹਾ। ਇਟਸ ਟੈਰੀਬਲ। ਸੋ ਦੋਨਾਂ ਲਈ ਬਹੁਤ ਬੈਡ ਆ। ਭਾਜੀ ਜੋ ਤੁਸੀਂ ਯੂਕੇ ਤੁਸੀਂ ਕਰਦੇ ਹੋ ਹੋਮੋਪੈਥਿਕ ਦਾ ਬੜੇ ਸਾਲਾਂ ਦਾ ਤੁਹਾਨੂੰ ਐਕਸਪੀਰੀਅੰਸ ਹੈ, ਇਜ਼ ਇਟ ਵੈਰੀ ਕਾਮਨ ਹੈ ਬਿਮਾਰੀ ਬੱਚਿਆਂ 'ਚ? ਬਹੁਤ ਕਾਮਨ ਹੈ ਜੀ, ਰੀਅਲੀ ਵੈਰੀ ਕਾਮਨ ਹੈ ਅੱਜ ਕੱਲ੍ਹ। ਹਾਂਜੀ ਯਾ ਵੈਰੀ ਕਾਮਨ। ਸੋ ਕੁਛ ਇਹ ਮੈਂ ਜਿੱਦਾਂ ਦੱਸਿਆ ਹੈ ਨਾ ਵੀ ਪ੍ਰੈਗਨੈਂਸੀ ਵਿੱਚ ਹੋ ਜਾਂਦਾ ਹੈ, ਮਦਰ ਜਿਹੜੀ ਅਪਸੈਟ ਹੁੰਦੀ ਆ ਉਹ ਫਿਰ ਟ੍ਰਾਂਸਫਰ ਹੋ ਜਾਂਦੀ ਹੈ ਇਮੋਸ਼ਨਸ ਬੱਚੇ ਤੇ। ਇਹ ਕੁਛ ਜਿਹੜੇ ਸਾਡੇ ਡਾਇਟ ਆ ਉਹ ਨਹੀਂ ਸਹੀ ਹੈਗੀ, ਅੱਜ ਕੱਲ੍ਹ ਕੈਮੀਕਲਸ ਬਹੁਤ ਪਾਉਂਦੇ ਆ, ਉਹਦੇ ਨਾਲ ਹੋ ਜਾਂਦੀ ਹੈ। ਤੇ ਕਈ ਜਿਹੜਾ ਬੱਚੇ ਦੇ ਵੈਕਸੀਨੇਸ਼ਨ ਲੱਗਦੇ ਆ ਉੱਥੋਂ ਸ਼ੁਰੂ ਹੋ ਜਾਂਦੀ ਹੈ। ਸੋ ਦੇਰ ਆਰ ਮੈਨੀ ਕਾਜ਼ਸ। ਜਦੋਂ ਔਰਤ ਪ੍ਰੈਗਨੈਂਟ ਹੋਵੇ, ਜੇ ਉਹਦੇ ਕੋਈ ਮੈਡੀਸਿਨ ਇੱਦਾਂ ਦੀ ਖਾਂਦੀ ਹੋਵੇ ਉਹਦੇ ਨਾਲ ਇਫੈਕਟ ਹੋ ਸਕਦਾ? ਹਾਂਜੀ ਬਿਲਕੁਲ ਹੋ ਸਕਦਾ। ਦੈਟਸ ਰਾਈਟ ਯਾ। ਤੁਸੀਂ ਬੜੀਆਂ ਸਟਰੋਂਗ ਕੋਈ ਮੈਡੀਸਿਨਸ ਖਾਂਦੇ ਆ ਉਹ ਬੱਚੇ ਦੀ ਬੋਡੀ ਤੇ ਅਸਰ ਹੁੰਦਾ ਹੈ ਡੈਫੀਨਿਟਲੀ। ਤੇ ਇਸੇ ਕਰਕੇ ਇਨੀ ਜਦੋਂ ਤੁਸੀਂ ਆਪਾਂ ਗੱਲ ਕਰ ਰਹੇ ਸੀ ਨਾ ਜਿਹੜੇ ਲੀਫਲੇਟ ਬਣਾਏ ਹੁੰਦੇ ਨਹੀਂ ਮੈਡੀਸਿਨਸ ਵਿੱਚ ਪਾਏ ਹੁੰਦੇ ਪੈਕੇਟ ਦੇ, ਤੁਸੀਂ ਉਹ ਕਦੇ ਪੜ੍ਹ ਕੇ ਦੇਖਿਓ। ਹਮੇਸ਼ਾ ਕਹਿੰਦੇ ਆ ਉਹਦੇ ਵਿੱਚ it should be used only on the advice of a doctor if you are pregnant or breastfeeding। ਬਿਲਕੁਲ ਹਾਂਜੀ, ਕਿਉਂਕਿ ਬ੍ਰੈਸਟ ਫੀਡਿੰਗ ਵੀ ਕਰਦੇ ਆ, ਉਹ ਕੈਮੀਕਲ ਤੁਹਾਡੇ ਬ੍ਰੈਸਟ ਮਿਲਕ ਵਿੱਚ ਜਾ ਕੇ ਬੱਚੇ ਨੂੰ ਮਿਲਦਾ ਆ। ਪ੍ਰੈਗਨੈਂਸੀ ਵਿੱਚ ਤੁਹਾਡੇ ਖੂਨ ਰਾਹ ਤੁਹਾਨੂੰ ਬੱਚੇ ਨੂੰ ਉਹ ਕੈਮੀਕਲ ਮਿਲੇਗਾ। ਹਾਂਜੀ, ਸੋ ਹਮੇਸ਼ਾ ਉਹ ਆਪਣੀ ਲੀਗਲ ਸੇਫਟੀ ਰੱਖਣ ਵਾਸਤੇ ਇਹ ਲੀਫਲੇਟ ਵਿੱਚ ਅੱਜ ਕੱਲ੍ਹ ਲਿਖਦੇ ਆ। ਬੜੀ ਵੱਡੀ ਗੱਲ ਹੈ ਡਾਕਟਰ ਸਾਹਿਬ। ਹੁਣ ਕਿਉਂਕਿ ਜਿਹੜੇ ਚੀਜ਼ਾਂ ਮਿਲਦੀਆਂ ਨੇ ਉਹਨਾਂ 'ਚ ਕਿੰਨਾ ਕੈਮੀਕਲ ਪੈਂਦਾ ਫੂਡ ਦੇ ਵਿੱਚ ਹਰ ਤਰ੍ਹਾਂ ਦਾ, ਤੇ ਇਹ ਤਾਂ ਤੁਹਾਨੂੰ ਸ਼ੁਰੂਆਤ ਦੇ ਵਿੱਚੋਂ ਸਾਰਾ ਕੁਝ ਪਲਾਨ ਬਣਾਉਣਾ ਪਏਗਾ ਜ਼ਿੰਦਗੀ ਦਾ, ਨਾ ਕਿ ਸਿਰਫ ਤੁਹਾਡੀ ਸੇਫਟੀ, ਜਿਹੜਾ ਤੁਸੀਂ ਬੱਚਾ ਹੋਣਾ ਉਹਦੀ ਦੀ ਵੀ ਸੇਫਟੀ ਅੱਗੇ ਤੱਕ ਪਹੁੰਚਦੀ। ਹਾਂਜੀ ਬਿਲਕੁਲ ਜੀ, ਯੈਸ ਰਾਈਟ ਜੀ। ਤੁਸੀਂ ਆਪਣੀ ਆਪ ਹੀ ਪ੍ਰੋਟੈਕਸ਼ਨ ਕਰਨੀ, ਆਪਣੀ ਗਾਂ ਦੀ ਔਲਾਦ ਦੀ ਵੀ ਕਰਨੀ ਆ। ਸੋ ਇਟਸ ਸੋ ਇੰਪੋਰਟੈਂਟ। ਹਾਂਜੀ, ਤੇ ਹੁਣ ਜੇ ਤੁਹਾਨੂੰ ਫੈਮਿਲੀ 'ਚ ਕੋਈ ਬਿਮਾਰੀ ਆ, ਹੋਰ ਤੁਹਾਡਾ ਰਿਸਕ ਫੈਕਟਰ ਵੱਧ ਜਾਂਦਾ ਪਏ, ਤੁਹਾਡੇ ਬੱਚੇ ਨੂੰ ਵੀ ਹੋ ਸਕਦੀ ਆ। ਹੁਣ ਕਈਆਂ ਦੀ ਐਲਰਜੀਸ ਹੁੰਦੀ ਫੈਮਲੀਜ਼ ਵਿੱਚ, ਹਾਂਜੀ, ਉਹ ਰਿਸਕ ਫੈਕਟਰ ਵੱਧ ਜਾਂਦਾ ਪਏ, ਤੁਹਾਡੇ ਬੱਚੇ ਨੇ ਵੀ ਕੋਈ ਐਲਰਜੀ ਹੋਊਗੀ ਜਾਂ ਕਿ ਉਹਨਾਂ ਨੂੰ ਕੋਈ ਐਕਸਮਾ ਹੋਊਗਾ, ਰਿਲੇਟਡ ਡਿਜ਼ੀਜ਼ ਇੱਦਾਂ ਹੁੰਦੀਆਂ ਕਈ, ਤਾਂ ਉਹਨਾਂ ਦਾ ਰਿਸਕ ਫੈਕਟਰ ਵੱਧ ਜਾਂਦਾ ਇਸ ਕਰਕੇ। ਸੋ ਤੁਸੀਂ ਆਪਣੇ ਆਪ ਨੂੰ ਵੀ ਕੇਅਰਫੁਲ ਰੱਖੋ ਤੇ ਗਾਹਾਂ ਤੁਹਾਡੇ ਬੱਚੇ ਵੀ ਜ਼ਿਆਦਾ ਹੈਲਥੀ ਹੋਣਗੇ। ਫੈਮਿਲੀ ਤੋਂ ਫੈਮਿਲੀ ਕੈਰੀ ਹੋ ਜਾਂਦੀ ਇੱਕ ਬੱਚੇ ਤੋਂ ਦੂਜੇ ਬੱਚੇ ਨੂੰ? ਨਹੀਂ, ਇਹ ਐਕਸਮਾ ਜਿਹੜਾ ਇਹ ਇੱਕ ਦੂਏ ਨਾਲ ਟ੍ਰਾਂਸਮਿਟ ਨਹੀਂ ਹੁੰਦਾ ਹੈਗਾ। ਨਹੀਂ, ਇਨਫੈਕਸ਼ੀਅਸ ਡਿਜ਼ੀਜ਼ ਨਹੀਂ ਹੈਗੀ। ਕਈ ਡਰਦੇ ਰਹਿੰਦੇ ਆ, ਨਹੀਂ ਮੈਂ ਆਪਣੇ ਬੱਚੇ ਨੂੰ ਉਸ ਬੱਚੇ ਨਾਲ ਖੇਲਣ ਨਹੀਂ ਦੇਣਾ ਕਰਕੇ ਉਹਦੇ ਐਕਸਮਾ ਆ, ਇਹਦੇ ਨਾ ਹੋ ਜਾਵੇ। ਹਾਂਜੀ ਬਹੁਤ ਹੈ ਨਾ, ਹੈਗਾ ਇੱਦਾਂ ਸਾਡੀ ਕਮਿਊਨਿਟੀ ਵਿੱਚ ਬਹੁਤ ਖਾਸ ਹੈ ਇੱਦਾਂ, ਪਰ ਇੱਦਾਂ ਨਹੀਂ ਕਰਨਾ ਚਾਹੀਦਾ। ਨਫ਼ਰਤ ਨਹੀਂ ਕਰਨੀ ਚਾਹੀਦੀ ਬੱਚੇ ਨਾਲ, ਉਹ ਇੱਕ ਦੂਏ ਨਾਲ ਟ੍ਰਾਂਸਮਿਟ ਨਹੀਂ ਹੁੰਦੀ ਹੈ। ਕੋਈ ਇੱਦਾਂ ਦਾ ਚਾਂਸ ਨਹੀਂ, ਕੋਈ ਚਾਂਸ ਨਹੀਂ ਹੈਗਾ ਇੱਦਾਂ ਟ੍ਰਾਂਸਮਿਟ ਹੋਣ ਦਾ ਹੈ ਜਿਹੜੀ ਸਕਿਨ ਦੀ ਬਿਮਾਰੀ ਆ। ਸੋ ਉਹਨਾਂ ਨਾਲ ਨਫ਼ਰਤ ਨਹੀਂ ਵਿਚਾਰਿਆਂ ਨਾਲ ਕਰਨੀ ਚਾਹੀਦੀ, ਉਹਨਾਂ ਲਈ ਕੰਪੈਸ਼ਨ ਚਾਹੀਦਾ ਸਮਾਂ ਕਿ ਬਿਲਕੁਲ ਸਫਰ ਕਰ ਰਹੇ ਆ। ਬਾਕੀ ਜਦੋਂ ਤੁਸੀਂ ਕਹਿਣਾ ਖਾਜ ਨਾਲ ਕਿੰਨਾ, ਜਦੋਂ ਖਾਜ ਹੁੰਦੀ ਹੈ ਬੰਦਾ ਨਹੀਂ ਰੁਕ ਸਕਦਾ ਨਾ, ਹੈ ਆਟੋਮੈਟਿਕਲੀ ਹੱਥ ਜਾਂਦਾ ਉਹ ਬੰਦੇ ਦਾ, ਉਹਨੂੰ ਨੋਹਾਂ ਦੇ ਨਾਲ ਛਿੱਲ ਲੈਂਦਾ ਆਪਣੀ ਸਕਿਨ। ਹਾਂਜੀ, ਆਟੋਮੈਟਿਕਲੀ ਜਾਂਦਾ ਹੈ। ਤੇ ਹੁਣ ਜਦੋਂ ਥੋੜਾ ਜਿਹਾ ਬੰਦਾ ਐਡਲਟ ਬਣ ਜਾਂਦਾ ਆ, ਉਹਦੇ ਲਈ ਬੜਾ ਐਂਬੈਰਸਿੰਗ ਹੁੰਦਾ ਆ। ਬੱਚਾ ਤਾਂ ਚਲੋ ਫਿਰ ਵੀ ਜਿੱਥੇ ਹੈਗਾ ਉਹਨੂੰ ਖਾਜ ਕਰ ਲੈਣੀ, ਹੀ ਡਜ਼ਨਟ ਥਿੰਕ ਅਬਾਊਟ ਮੈਨੂੰ ਕੌਣ ਦੇਖਦਾ, ਹੈ ਨਾ। ਪਰ ਜਦੋਂ ਅਸੀਂ ਐਡਲਟ ਹੋ ਜਾਂਦੇ ਫਿਰ ਅਸੀਂ ਦੇਖਦੇ ਹਾਂ ਵੀ ਹੁਣ ਦੇਖ ਮੈਂ ਕੰਮ ਕਰਦਾ, ਮੇਰੇ ਵਰਕ ਕੋਲੀਗਸ ਜਾਂ ਨਾਲ ਜਾਂ ਕੋਈ ਮੇਰੇ ਫਰੈਂਡਸ ਜਾਂ ਰਿਸ਼ਤੇਦਾਰ ਆ, ਤੇ ਮੈਂ ਕਿਤੇ ਵੀ ਜਾਂਦਾ ਤਾਂ ਜਿਵੇਂ ਹੁਣ ਖਾਜ ਕੀਤੀ ਹੈ ਨਾ, ਉਹ ਨਹੀਂ ਕਹਿਣਾ ਇਹ ਕੀ ਕਰੀ ਜਾਂਦਾ ਆ। ਉਹ ਬੜਾ ਐਂਬੈਰਸਡ ਫੀਲ ਕਰਦਾ ਵਿਚਾਰਾ, ਉਹ ਦਿਲ ਕਰਦਾ ਖਾਜ ਕਰਨੇ ਨੂੰ ਪਰ ਉਹ ਰੁਕ ਜਾਂਦਾ ਆ, ਹੈ ਨਾ। ਇਟਸ ਵੈਰੀ ਡਿਫਿਕਲਟ, ਬਹੁਤ ਡਿਫਿਕਲਟ ਸਿਚੁਏਸ਼ਨ। ਡਾਕਟਰ ਸਾਹਿਬ ਬਿਗਨਿੰਗ ਦੇ ਵਿੱਚ ਪੇਰੈਂਟਸ ਲਈ ਕੀ ਸਾਈਨ ਹੈਗਾ ਬੱਚੇ ਦੇ ਵਿੱਚ ਦੇਖਣ ਦਾ, ਬਿਫੋਰ ਉਹ ਬੋਡੀ 'ਚ ਸ਼ੁਰੂ ਹੋ ਜਾਵੇ, ਉਹ ਕਿੱਦਾਂ ਪਤਾ ਲੱਗਦਾ? ਇੱਦਾਂ ਹੀ ਆ, ਪਹਿਲਾਂ ਜਿਹੜਾ ਸਕਿਨ ਆ ਉਹ ਥੋੜਾ ਜਿਹਾ ਡਰਾਈਨੈਸ ਹੁੰਦਾ ਆ। ਹਾਂਜੀ, ਦਿਸ ਇਜ਼ ਦ ਸਟਾਰਟਿੰਗ ਪੁਆਇੰਟ, ਡਰਾਈਨੈਸ ਹੋ ਜਾਂਦਾ ਸਕਿਨ, ਤੇ ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਸਕਿਨ ਨਾਰਮਲ ਨਹੀਂ ਹੈਗਾ।
ਪਰ ਜਦੋਂ ਡਾਕਟਰਸ ਪੈਦਾ ਹੁੰਦਾ ਤੇ ਮਾਮਾ ਤੇ ਚੱਕ ਕੇ ਉਹ ਸ਼ੁਰੂ ਕਰ ਦਿੰਦੇ ਨੇ ਹਾਂਜੀ, ਵੈਸਲੀਨ ਕਰੀਮ ਵਗੈਰਾ ਤੇ Yeah, ਆਇੰਟਮੈਂਟ yeah. ਲਗਾਣੀ। ਹਾਂ ਦੈਟਸ ਰਾਈਟ ਉਹ ਕੁਛ ਨਾ ਕੁਛ ਤਾਂ ਬੱਚੇ ਹੁਣ ਕਰਨਾ ਹੀ ਹੁੰਦਾ ਨਾ। ਤੇ ਕਈਆਂ ਦੀ ਡਰਾਈਨੈਸ ਹੁੰਦੀ ਹੈ, ਚਲੋ ਹਟ ਵੀ ਜਾਂਦੀ ਹੈ, ਇਟਸ ਜਸਟ ਡਰਾਈਨੈਸ ਨਥਿੰਗ ਐਲਸ ਹੈ ਨਾ, ਖੁਸ਼ਕੀ ਹੋ ਜਾਂਦੀ ਕਈ। ਤੇ ਉਹ ਤੁਸੀਂ ਖੁਰਾਕ ਨਾਲ ਜਾਂ ਤੁਸੀਂ ਉੱਤੇ ਮੋਇਸਚਰਾਈਜ਼ਰ ਲਾਉਣ ਨਾਲ ਸਹੀ ਹੋ ਜਾਂਦੀ ਹੈ। ਤੇ ਹੁਣ ਜੀਪੀ ਹਮੇਸ਼ਾ ਕਹਿੰਦੇ ਆ, ਜੇ ਬੱਚਾ ਦੇਖਦੇ ਆ ਐਕਸਮਾ ਵਾਲਾ, ਉਹਨੂੰ ਕਹਿੰਦੇ ਹੀ ਵਿਲ ਗਰੋ ਆਊਟ ਆਫ ਇਟ। ਹਾਂਜੀ, ਉਹਨਾਂ ਦੇ ਇਹੀ ਆਨਸਰ ਆ, ਹੀ ਵਿਲ ਗਰੋ ਆਊਟ ਆਫ ਇਟ। ਸਿੰਪਲ ਹੈ ਨਾ। ਹਾਂ ਸਿੰਪਲ ਆਨਸਰ ਆ, ਪਰ ਉਹ ਹੁੰਦਾ ਨਹੀਂ ਗਰੋ ਆਊਟ ਆਫ ਇਟ, ਉਹ ਬਿਮਾਰੀ ਸਮਝ ਕੇ ਵੱਧਦੀ ਰਹਿੰਦੀ ਹੈ ਮੋਸਟਲੀ। ਤੇ ਮੈਂ ਇੱਕ ਲੇਡੀ ਦੇਖੀ ਸੀ, ਉਹ ਕਹਿੰਦੀ ਮੈਨੂੰ ਇੱਦਾਂ ਕਹਿੰਦੇ ਸੀਗੇ ਛੋਟੀ ਹੁੰਦੀ ਨੂੰ, ਪਈ ਸ਼ੀ ਵਿਲ ਗਰੋ ਆਊਟ ਆਫ ਇਟ। ਤੇ ਉਹ ਕਹਿੰਦੀ ਹੁਣ ਮੈਨੂੰ 25-30 ਸਾਲ ਹੋ ਗਏ ਸਟੈਰੋਇਡ ਕਰੀਮਾਂ ਮੈਂ ਲਾਈ ਜਾਂਦੀ Oh ਹਾਂ। my God. ਤੇ ਸਟੈਰੋਇਡ ਕਰੀਮ ਦਾ ਸਾਈਡ ਇਫੈਕਟ ਕੀ ਹੈ, ਉਹ ਸਕਿਨ ਨੂੰ ਪਤਲਾ ਕਰ ਦਿੰਦਾ ਹੈ, ਸਕਿਨ ਗੈਟਸ ਵੈਰੀ ਥਿਨ। ਤੇ ਉਹਦੇ ਮੂੰਹ ਤੇ ਸੀ ਕਾਫੀ ਹੋਈ ਉਹ ਐਕਸਮਾ, ਤੇ ਆਈਲਿਡਸ ਤੇ, ਉਹ ਆਈਲਿਡਸ ਤੇ ਵੀ ਸਟੈਰੋਇਡ ਕਰੀਮ ਲਾਉਂਦੀ ਰਹੀ ਭਾਜੀ। ਤੇ ਉਹਦੀਆਂ ਆਈਲਿਡਸ ਇੰਨੀਆਂ ਥਿਨ ਹੋ ਗਈਆਂ ਨਾ, ਹੁਣ ਅੱਖਾਂ ਮੀਟਣੀਆਂ, ਉਹਨੂੰ ਫਿਰ ਵੀ ਲਾਈਟ ਦਿਸਦੀ ਸੀ, ਓ ਮਾਈ ਗॉड, ਇੰਨੀ ਪਤਲੀ ਇੰਨੀਆਂ ਪਤਲੀਆਂ ਹੋ ਗਈਆਂ ਉਹਦੀਆਂ। ਸੋ ਇਹਦਾ ਸਾਈਡ ਇਫੈਕਟ ਬਹੁਤ ਬੁਰਾ ਹੈ, ਤੇ ਸਕਿਨ ਨੂੰ ਪਤਲਾ ਕਰ ਦਿੰਦਾ ਹੈ। ਤੇ ਕਈ ਜਿਹੜੇ ਅਫਰੀਕਨ ਲੋਕ ਆ, ਉਹ ਸਟੈਰੋਇਡ ਕਰੀਮ ਵਰਤਦੇ ਰਹਿੰਦੇ ਆ ਆਪਣਾ ਸਕਿਨ ਲਾਈਟਨ ਕਰਨ ਲਈ। ਲਾਈਟ ਕਰਨ ਵਾਸਤੇ। ਵੈਰੀ ਬੈਡ ਥਿੰਗ ਟੂ ਡੂ। ਹਾਂਜੀ ਅੱਛਾ। ਹਾਂ, ਸਟੈਰੋਇਡ ਕਰੀਮ ਜਿਹੜੀ ਆ ਉਹ ਥਿਨ ਕਰ ਦਿੰਦੀ ਸਕਿਨ ਨੂੰ, ਪਰ ਇਟ ਸ਼ੁਡ ਨਾਟ ਬੀ ਯੂਜ਼ਡ ਐਜ਼ ਅ ਲਾਈਟ ਨਾ। ਤੇ ਇਹ ਤਾਂ ਤੁਹਾਨੂੰ ਜਿਹੜਾ ਕੁਦਰਤੀ ਸਕਿਨ ਦਿੱਤਾ ਹੈ ਨਾ ਤੇ ਮਹਾਰਾਜ ਨੇ, ਉਹ ਤੁਹਾਡੇ ਸ਼ੁਡ ਬੀ ਕੰਟੈਂਟ ਵਿਦ ਦੈਟ। ਹਾਂਜੀ ਆਖਿਰ ਦੇ ਵਿੱਚ ਟਾਈਮ ਬੜੀ ਫਾਸਟ ਜਾ ਰਿਹਾ, ਓਨੈਸਟਲੀ ਪਤਾ ਨਹੀਂ ਲੱਗਦਾ ਘੰਟੇ ਕਿੱਥੇ ਜਾਂਦੇ, ਦਿਨਾਂ ਦਾ ਤਾਂ ਹਫ਼ਤਿਆਂ ਦਾ ਨਹੀਂ ਪਤਾ ਲੱਗਦਾ। ਜਿਹਦਾ ਸ਼ੁਰੂਆਤ 'ਚ ਗੱਲ ਕੀਤੀ ਸੀਗੀ, ਪਲੀਜ਼ ਐਵਰੀ ਟਿਊਜ਼ਡੇ 11 ਤੋਂ 12 ਪ੍ਰੋਗਰਾਮ ਦੇਖਿਆ ਕਰੋ ਡਾਕਟਰ ਰਾਜ ਜੀ ਦੇ ਨਾਲ। ਹੋਮਿਓਪੈਥਿਕ ਹਰ ਤਰ੍ਹਾਂ ਦਾ ਇਲਾਜ ਹੈਗਾ। ਪਲੀਜ਼ ਕਿਤੇ ਕੋਲੋਂ ਜਿਹੜੀ ਮੁਫਤ ਦੀ ਸਲਾਹ ਹੁੰਦੀ ਹੈ ਉਹ ਸਾਰਿਆਂ ਨੂੰ ਡੇਂਜਰਸ ਹੁੰਦੀ ਹੈ, ਉਹ ਨਾ ਕਦੇ ਲਿਆ ਕਰੋ। ਤੇ ਜੋ ਵੀ ਤੁਸੀਂ ਆਪਣਾ ਇਲਾਜ ਚਲਾਉਣਾ, ਫਿਰ ਵੀ ਆਪਣੀ ਜੀਪੀ ਨਾਲ ਚੈੱਕ ਕਰੋ। ਜੀਪੀ ਨੇ ਤਾਂ ਤੁਹਾਨੂੰ ਸਲਾਹ 'ਚ ਹਾਂ ਤਾਂ ਹਾਂ ਨਹੀਂ ਕਹਿਣੀ। ਇਸੇ ਤਰ੍ਹਾਂ ਅਸੀਂ ਜਿਨ੍ਹਾਂ ਦੇ ਕਾਲ ਨਹੀਂ ਲੈ ਚੱਕੇ, ਮਾਫੀ ਚਾਹਾਂਗਾ। ਹਰ ਬੰਦੇ ਦਾ ਜਿਹਦਾ ਕਾਲ ਹੈ, ਜਿੱਥੋਂ ਵੀ ਆਇਆ ਦੁਨੀਆ ਦੇ ਵਿੱਚ, ਡਾਕਟਰ ਸਾਹਿਬ ਨੂੰ ਨੰਬਰ ਦਿੱਤਾ ਜਾਏਗਾ ਤੇ ਤੁਸੀਂ 1-to-1 ਉਹਨਾਂ ਨਾਲ ਕੰਸਲਟੇਸ਼ਨ ਕਰ ਸਕਦੇ ਹੋ। ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ 'ਤੇ ਮੁਲਾਕਾਤ ਕਰਾਂਗੇ। ਤੇ ਤਬ ਤੱਕ ਅਸੀਂ ਆਪਣਾ ਖਿਆਲ ਰੱਖਾਂਗੇ, ਤੁਸੀਂ ਆਪਣਾ ਰੱਖਣਾ। ਆਪਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।